इंसाफ की आवाज नंबर 1 साउथ एशियन न्यूज टॉक रेडियो KRPI 1550 AM बैंड दे उत्ते प्रोग्राम दिलां दी सांझ कुलदीप सिंह नाल सुन रहे हो। प्रोग्राम दे विच रेडियो च पहली बारी एक ऐसी शख्सियत तुहाडे नाल प्रोग्राम दे विच शामिल हो रही है जिन्हां ने बकायदा बड़ी मेहनत की और उस मेहनत सदका अपनी पढ़ाई सदका जिथे बहुत किताबां लिखियां, तकरीबन 9 किताबां लिख चुके हैं ते गुरु ग्रंथ साहब प्रति रोधमई चिंतन ते उस तो इलावा होर गुरबाणी दे प्रपेक दे विचों बहुत कुछ लिखिया। अज वो शख्सियत डॉक्टर परमिंदर सिंह शौंकी प्रोग्राम दिलां दी सांझ दे विच मेरे नाल शामिल होने जा रहे हैं। डॉक्टर परमिंदर सिंह जी, दिलां दी सांझ दे विच दिल दीयां गहराइयां चों स्वागत है जी तुहाडा। शुक्रिया जी। वाहिगुरू जी का खालसा, वाहिगुरू जी की फतेह। वाहिगुरू जी की फतेह। डॉक्टर साहब, पहला क्योंकि पहली बारी तुहाडे नाल अज मुलाकात हो रही है, दुनिया भर दे जिहड़े ਸਰੋਤੇ ने नॉर्थ अमेरिका यूरोप दे विच पूरे तुहानूं सुन रहे ने ते बकायदा इस गलबात दी बाद दे विच यूट्यूब भी बनदी है। थोड़ा जिहा बिल्कुल जानना चाहुंदे आ लोग कि कौन ने डॉक्टर परमिंदर सिंह शौंकी, कित्थों दे रहण वाले हो, कदों विद्या खेतर च आए, अजकल की कर रहे हो, की कुछ पढ़िया, किहड़ी तुहाडी थीसिस तुहाडा काहदे ते? जी, मैं पंजाब दे संगरूर जिले का रहने वाला हाँ ते संगरूर दे विच ही मेरी जिहड़ी मुढ़ली पढ़ाई आ ਉਹ ਹੋਈ ਹੈਗੀ। ਮੈਂ ਪਿਛਲੇ ਸਾਲ ਹੀ ਆਪਣੀ ਜਿਹੜੀ PhD ਹੈਗੀ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੰਪਲੀਟ ਕੀਤੀ ਹੈ। ਮੇਰੀ PhD ਦਾ ਜਿਹੜਾ ਟੌਪਿਕ ਸੀਗਾ ਉਹ ਗੁਰਬਾਣੀ ਪ੍ਰਤੀਰੋਧ ਦੇ ਉੱਪਰ ਸੀਗਾ, ਜਿਹਦੇ ਵਿੱਚ ਮੈਂ ਪੂਰੇ ਭਾਰਤ ਦੀਆਂ ਜਿੰਨੀਆਂ ਵੀ ਧਾਰਮਿਕ ਤੇ ਦਾਰਸ਼ਨਿਕ ਪਰੰਪਰਾਵਾਂ ਸੀਗੀਆਂ ਉਹਨਾਂ ਦੇ ਹਵਾਲੇ ਦੇ ਨਾਲ ਗੁਰਬਾਣੀ ਪ੍ਰਤੀਰੋਧ ਨੂੰ ਉਘਾੜਿਆਗਾ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਅਜਿਹਾ ਵਿਸ਼ਾ ਸੀਗਾ ਜਿਹੜਾ ਪਹਿਲੀ ਵਾਰੀ ਪੰਜਾਬੀ ਅਕੈਡਮਿਕਸ ਦੇ ਵਿੱਚ ਸਾਹਮਣੇ ਆਇਆ ਸੀਗਾ। ਤੇ ਉਸ ਵਿਸ਼ੇ ਨੂੰ ਲੈ ਕੇ ਹੀ ਮੈਂ ਆਪਣੀ ਜਿਹੜੀ ਕਿਤਾਬ ਸੀਗੀ ਕੱਲ ਉਹ ਅਨਾਉਂਸ ਕੀਤੀ ਹੈ ਤੇ ਜਲਦੀ ਹੀ ਉਹ 2 ਭਾਗਾਂ ਦੇ ਵਿੱਚ ਰੀਥਿੰਕ ਫਾਊਂਡੇਸ਼ਨ ਵੱਲੋਂ ਪਬਲਿਸ਼ ਹੋ ਕੇ ਆਏਗੀ। ਰੀਥਿੰਕ ਫਾਊਂਡੇਸ਼ਨ ਨੂੰ ਵੀ ਮੈਂ ਹੀ ਚਲਾ ਰਿਹਾਗਾ, ਜਿਹਦੇ ਵਿੱਚ ਅਸੀਂ ਵੱਖ-ਵੱਖ ਭਾਸ਼ਾਵਾਂ ਤੋਂ ਲੈ ਕੇ ਪੰਜਾਬੀ ਤੋਂ ਹਿੰਦੀ, ਹਿੰਦੀ ਤੋਂ ਪੰਜਾਬੀ, ਅੰਗਰੇਜ਼ੀ ਜਾਂ ਹੋਰਨਾਂ ਭਾਸ਼ਾਵਾਂ ਵਿੱਚੋਂ ਵੀ ਜਿਹੜਾ ਸਿੱਖ ਸਾਹਿਤ ਹੈਗਾ ਉਸ ਨੂੰ ਅਸੀਂ ਅਨੁਵਾਦ ਕਰਕੇ ਪਾਠਕਾਂ ਤੱਕ ਲੈ ਕੇ ਆ ਰਹੇ ਹਾਂ ਪਿਛਲੇ 1.5 ਸਾਲ ਤੋਂ। ਤੇ ਇਸ ਤੋਂ ਇਲਾਵਾ ਮੈਂ ਪੰਜਾਬੀ ਦੀ ਪਹਿਲੀ ਖੋਜ ਮੈਗਜ਼ੀਨ ਸੀ ਜਿਹੜੀ ਆਨਲਾਈਨ ਨਿਕਲਦੀ ਹੈਗੀ ਅਨਹਦ, ਉਸ ਨੂੰ 5 ਸਾਲ ਤੋਂ ਪਿਛਲੇ 5 ਸਾਲ ਤੋਂ ਉਹਨੂੰ ਚਲਾ ਰਿਹਾਗਾ। ਉਸ ਨੂੰ ਵੀ ਮੈਂ ਐਡਿਟ ਵੀ ਕਰਦਾ ਤੇ ਉਹਦਾ ਜਿਹੜਾ ਹੈ ਪ੍ਰਬੰਧਕ ਵੀ ਮੈਂ ਹੀ ਹਾਂ। ਤੇ ਬਸ ਇਸੇ ਦੌਰ ਦੇ ਵਿੱਚ ਜਿਹੜਾ ਹੈ ਉਹ ਰਿਸਰਚ ਦੇ ਕੰਮ ਚੱਲਦੇ ਨੇਗੇ। ਕੁਛ ਕਿਤਾਬਾਂ ਅਨੁਵਾਦ ਨੇਗੀਆਂ, ਕੁਛ ਮੈਂ ਆਪਣੇ ਮੌਲਿਕ ਲਿਖੀਆਂ ਨੇਗੀਆਂ। ਤੇ ਜਿਹੜਾ ਹੈ ਫਿਲਹਾਲ ਮੈਂ ਆਪਣਾ ਜਿਹੜਾ ਹੈਗਾ ਰਿਸਰਚ ਦਾ ਕੰਮ ਉਹ ਘਰ ਤੋਂ ਹੀ ਦੇਖ ਰਿਹਾਗਾ। ਘਰੇ ਹੀ ਮੇਰਾ ਜਿਹੜਾ ਹੈ ਉਹ ਸਾਰਾ ਆਪਣੀ ਲਾਇਬ੍ਰੇਰੀ ਦੇ ਵਿੱਚੋਂ ਹੀ ਪ੍ਰੋਜੈਕਟ ਚੱਲਦੇ ਆਂਗੇ ਜੀ। ਤੁਹਾਡੇ ਤੋਂ ਪਹਿਲਾਂ ਡਾਕਟਰ ਮੈਂ ਗੱਲ ਕਰ ਰਿਹਾ ਸੀ ਬੀਬੀ ਕਿਰਨਜੋਤ ਕੌਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਕਾਇਦਾ ਬੜੇ ਬੁਲੰਦ ਆਵਾਜ਼ ਵਾਲੇ ਬੁਲਾਰੇ ਨੇ। 3 ਪੀੜ੍ਹੀਆਂ ਤੋਂ ਪਰਿਵਾਰ ਉਹਨਾਂ ਦੇ ਮਾਤਾ ਜੀ ਪੰਜੇ ਰਜਿੰਦਰ ਕੌਰ ਬੜਾ ਨੇੜੇ ਹੋ ਕੇ ਤੱਕਿਆ, ਉਹਨਾਂ ਦੇ ਨਾਨਾ ਜੀ ਬਾਰੇ ਬੜਾ ਸੁਣਿਆ ਤੇ ਬਿਲਕੁਲ ਬਕਾਇਦਾ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਕਾਰਜ ਚੱਲ ਰਹੇ ਨੇ, ਜੋ ਕੁਝ ਮੌਜੂਦਾ ਹਾਲਾਤ ਬਣੇ ਹੋਏ ਨੇ, ਤੁਹਾਨੂੰ ਕਿਵੇਂ ਲੱਗਦਾ ਹੈ? ਕਿਉਂਕਿ ਸਿੱਖਾਂ ਲਈ ਸਰਵੋਤਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਹ ਕਈ ਵਾਰੀ ਭੁਲੇਖੇ ਨਾਲ ਅਸੀਂ ਕਹਿ ਦਿੰਦੇ ਹਾਂ ਕਿ ਨਹੀਂ ਜੀ ਸਰਵੋਤਮ ਅਕਾਲ ਤਖਤ ਹੈ। ਅਕਾਲ ਤਖਤ ਇੱਕ ਸਿਧਾਂਤ ਹੈ, ਬਿਲਡਿੰਗ ਨਹੀਂ, ਸਿਧਾਂਤ ਹੈ। ਮੇਰੀ ਪੀੜ੍ਹੀ ਦਾ ਉਸ ਤੋਂ ਪਹਿਲਾਂ ਸਾਡੇ ਕੋਲ ਸਰਵੋਤਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਜਦੋਂ ਕਿੰਤੂ ਪਰੰਤੂ ਹੁੰਦਾ ਹੈ, ਕੋਈ ਵਿਵਾਦ ਉੱਠਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਨਾਮ ਹੀ ਪ੍ਰਬੰਧ ਕਰਨਾ ਹੈ, ਪ੍ਰਬੰਧ ਕਰਨ ਦੀ ਬਜਾਏ ਡਿਕਟੇਟਰ ਬਣ ਜਾਵੇ
ਉਹ ਰੂੜੀਵਾਦ ਮਸਲਿਆਂ ਨੂੰ ਅੱਗੇ ਲੈ ਕੇ ਆਵੇ, ਕਿਉਂਕਿ ਤੁਹਾਡਾ ਇੱਕ ਮੈਂ ਲੇਖ ਪੜ੍ਹ ਰਿਹਾ ਸੀ, ਵਰਤਮਾਨ ਬਨਾਮ ਰੂੜੀਵਾਦ ਦਾ ਮਸਲਾ। ਧਰਮਿੰਦਰ ਸਿੰਘ ਆਨੰਦ, ਡਾਕਟਰ ਓਂਕਾਰ ਸਿੰਘ, ਇਹ ਸਾਰਾ ਮਾਮਲਾ ਪਿਛਲੇ ਦਿਨੀ ਮੈਂ ਵੀ ਉਹਨਾਂ ਨਾਲ ਇਹੀ ਵਿਚਾਰ ਕਰ ਰਿਹਾ ਸੀ। 3 ਮਈ ਨੂੰ ਅਕਾਲ ਤਖਤ ਸਾਹਿਬ ਤੇ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਹੁੰਦੀ ਹੈ, ਉਹਨਾਂ ਚ ਪੰਥ ਵਾਲਾ ਇੱਕ ਵੀ ਨਹੀਂ ਦਿਖਿਆ, ਸਾਰੇ ਡੇਰੇਦਾਰ ਸਨ। ਉਹ ਕਿਰਪਾਨਾਂ, ਗੰਡਾਸੇ, ਬਰਛੇ ਲੈ ਕੇ ਅਕਾਲ ਤਖਤ ਸਾਹਿਬ ਦੇ ਥੱਲੇ ਖੜੇ ਸਨ, ਅੰਦਰ ਵੜੇ ਤਾਂ ਜੋ ਦੂਜਾ ਬੰਦਾ ਡਰਦਾ ਹੋਇਆ ਹੀ ਬੋਲ ਨਾ ਸਕੇ, ਤੇ ਕਿਸੇ ਦੀ ਹਿੰਮਤ ਵੀ ਨਹੀਂ ਪਈ, ਬੋਲਦਾ ਵੀ ਨਹੀਂ ਕੋਈ, ਨਾ ਹੀ ਸੁਣੀ ਜਾਂਦੀ। ਉੱਥੇ ਪਤਾ ਹੀ ਆਪਾਂ ਸਾਰਿਆਂ ਨੂੰ। ਬਿਲਕੁਲ ਬਿਲਕੁਲ ਜੀ। 11 ਤਰੀਕ ਨੂੰ ਫਿਰ ਇੱਕ ਪੰਥਕ ਇਕੱਠ ਹੋਇਆ, ਕਹਿੰਦੇ ਜੀ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਹੈ। ਜੀ ਵੇਦਾਂਤੀ ਜੀ ਦੀ ਬਰਸੀ ਸੀ, ਉੱਥੇ ਲੋਕ ਇਕੱਠੇ ਹੋਏ। ਇਹ ਰੂੜੀਵਾਦ, ਇਹ ਤਾਂ ਬੜਾ ਆਧੁਨਿਕ ਲੇਟੈਸਟ ਧਰਮ ਹੈ, ਜਿਹਨੇ ਸਭੇ ਸਾਂਝੀਵਾਲ ਸਦਾਇਨ ਦਾ ਹੋਕਾ ਦਿੱਤਾ ਹੈ। ਇਹਦੇ ਚ ਰੂੜੀਵਾਦ ਤਾਂ ਕਦੋਂ ਤੋਂ ਆ ਗਈ, ਥੋੜਾ ਜਿਹਾ ਇਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ। ਅਸਲ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਗਈਆਂ। ਜਦੋਂ ਅਸੀਂ ਰੂੜੀਵਾਦ ਸ਼ਬਦ ਵਰਤਦੇ ਆਂਗੇ ਨਾ, ਉਸ ਤੋਂ ਸਾਡੇ ਕਈ ਅਰਥ ਹੁੰਦੇ ਨੇਗੇ। ਮੈਂ ਜਿਹੜਾ ਸਮਝਦਾਗਾ ਉਹ ਇਹ ਹੁੰਦਾਗਾ ਕਿ ਅਸੀਂ ਜਦੋਂ ਕਿਸੇ ਵੀ ਟ੍ਰੈਡੀਸ਼ਨ ਦੇ ਨਾਲ ਜਿਹੜੀ ਇੱਕ ਚੀਜ਼ ਜ਼ੁਬਾਨੀ ਕਲਾਮੀ ਚੱਲੀ ਆਉਂਦੀ ਹੈਗੀ ਸਾਡੇ ਕੋਲੇ, ਉਸ ਨੂੰ ਅਸੀਂ ਸਮੇਂ ਦੇ ਹਾਣ ਦੀ ਨਹੀਂ ਕਰ ਪਾਉਂਦੇ, ਤੇ ਉਹ ਜਿਸ ਤਰ੍ਹਾਂ ਸਾਨੂੰ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਮਿਲੀ ਸੀਗੀ ਉਸੇ ਤਰ੍ਹਾਂ ਐਜ਼ ਇਟ ਚੱਲਦੀ ਹੈਗੀ, ਤੇ ਉਹ ਫਿਰ ਇੱਕ ਤਰ੍ਹਾਂ ਦਾ ਰੂੜੀਵਾਦੀ ਜਿਹੜਾ ਹੈਗਾ ਉਹ ਵਿਧਾਨ ਬਣ ਜਾਂਦਾ ਗਾ। ਪਰ ਕਈ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਉਹ ਇਸ ਚੀਜ਼ ਨੂੰ ਦੇਖ ਕੇ ਵੀ ਜਿਹੜੀਆਂ ਹੈਗੀਆਂ ਨੇ ਸਾਹਮਣੇ ਆਉਂਦੀਆਂ ਨੇਗੀਆਂ ਕਿ ਸਾਰੀਆਂ ਚੀਜ਼ਾਂ ਨੂੰ ਰੂੜੀਵਾਦੀ ਜਿਹੜਾ ਹੈਗਾ ਅਸੀਂ ਚੌਕਟਾ ਉਹਦੇ ਵਿੱਚ ਰੱਖ ਸਕਦੇ ਆ ਜਾਂ ਨਹੀਂ। ਜਿਵੇਂ ਕਿ ਅਸੀਂ ਜੇ ਕਈ ਵਾਰੀ ਕੀ ਹੁੰਦਾ ਗਾ ਕਿ ਜਦੋਂ ਅਸੀਂ ਇਹ ਕਹਿ ਦਿੰਦੇ ਹੈਗੇ ਕਿ ਬਹੁਤ ਸਾਰੀਆਂ ਚੀਜ਼ਾਂ ਰੂੜੀਵਾਦੀ ਨੇ ਜੀ, ਤਾਂ ਤਰਕ ਕਰਨ ਵਾਲਾ ਬੰਦਾ ਇਹ ਕਹੇਗਾ ਕਿ ਅਸੀਂ ਜਿਹੜਾ ਹੈਗਾ ਗੁਰੂ ਦਾ ਵਿਧਾਨ, ਸੰਗਤ ਦਾ ਵਿਧਾਨ ਜਾਂ ਸਾਡੇ ਕਨਸੈਪਟ ਨੇਗੇ ਇਹ ਵੀ ਸਦੀਆਂ ਤੋਂ ਚੱਲਦੇ ਆ ਰਹੇ ਨੇ, ਅਸੀਂ ਤਾਂ ਫਿਰ ਇਹਨਾਂ ਨੂੰ ਵੀ ਰੂੜੀਵਾਦੀ ਕਹਿ ਕੇ ਤਿਆਗ ਦਾਂਗੇ, ਜਦੋਂ ਕਿ ਅਜਿਹਾ ਨਹੀਂ ਹੈ। ਰੂੜੀਵਾਦ ਦਾ ਅਰਥ ਸਿਰਫ ਉਹ ਹੁੰਦਾ ਗਾ ਕਿ ਜਿਹੜੀ ਮਾਨਤਾ ਵੇਲਾ ਵਿਹਾਰ ਚੁੱਕੀ ਹੈਗੀ, ਜਿਸ ਦਾ ਅੱਜ ਦੇ ਸਮੇਂ ਦੇ ਵਿੱਚ ਕੋਈ ਅਰਥ ਨਹੀਂ ਰਹਿ ਗਿਆ, ਜਾਂ ਅਸੀਂ ਨਵੀਂ ਪੀੜ੍ਹੀ ਨੂੰ ਉਸ ਦੇ ਨਾਲ ਬਿਲਕੁਲ ਨਾ ਤਾਂ ਜੋੜ ਪਾ ਰਿਹਾ, ਨਾ ਹੀ ਉਸਨੂੰ ਸਮਝਾ ਪਾ ਰਿਹਾ, ਤੇ ਨਾ ਹੀ ਉਹ ਸਾਡੇ ਸਿਧਾਂਤ ਦੇ ਅਨੁਸਾਰੀ ਆ, ਉਹ ਰੂੜੀਵਾਦ ਦੇ ਘੇਰੇ 'ਚ ਆ ਜਾਂਦੀ ਹੈਗੀ। ਸਾਡੇ ਕੋਲੇ ਜਿਹੜਾ ਕਨਸੈਪਟ ਸੀਗਾ, ਦੇਖੋ ਅਸੀਂ 18ਵੀਂ ਸਦੀ ਦੇ ਵਿੱਚ ਕਿੰਨੀਆਂ ਮੁਸੀਬਤਾਂ ਝੱਲੀਆਂ ਨੇਗੀਆਂ, ਉਹਨਾਂ ਸਾਰੀਆਂ ਮੁਸੀਬਤਾਂ ਦੇ ਬਾਵਜੂਦ ਵੀ ਸਾਡੇ ਕੋਲ ਪੰਥਕ ਇਕੱਠ ਦਾ ਇੱਕ ਹਿਸਟੋਰੀਕਲ ਜਿਹੜਾ ਸੀਗਾ ਐਸਪੈਕਟ ਸੀਗਾ। ਪੰਥ ਸੀਗਾ ਉਹ ਜੰਗਲਾਂ ਕਬੀਲਿਆਂ 'ਚ ਰਹਿੰਦਾ ਸੀਗਾ, ਜੰਗਲਾਂ ਬੇਲਿਆਂ ਦੇ ਵਿੱਚ ਰਹਿੰਦਾ ਸੀਗਾ, ਪਤਾ ਨਹੀਂ ਸੀ ਹੁੰਦਾ ਕਿ ਕਿਹੜਾ ਸਿੰਘ ਕਿੱਥੇ ਹੈਗਾ। ਫਿਰ ਵੀ ਜਦੋਂ ਅਸੀਂ ਦੇਖਦੇ ਆਂਗੇ, ਇਤਿਹਾਸ ਨੂੰ ਪੜ੍ਹਦੇ ਹਾਂ, ਸਾਨੂੰ ਸਮਝ ਪੈਂਦੀ ਆ ਕਿ ਵਿਸਾਖੀ ਜਾਂ ਦੀਵਾਲੀ ਦੇ ਦਿਨਾਂ ਦੇ ਦੌਰਾਨ ਅਕਾਲ ਤਖਤ ਸਾਹਿਬ ਦੇ ਉੱਤੇ ਜਾਂ ਅਕਾਲ ਬੁੰਗਾ ਸਾਹਿਬ ਦੇ ਉੱਤੇ ਜਿਹੜੇ ਸਿੱਖ ਸੀਗੇ ਉਹ ਜੁੜਦੇ ਸੀਗੇ। ਉਹ ਸਿੱਖ ਜੁੜ ਕੇ ਆਪਣੇ ਵਿੱਚੋਂ ਕੁਝ ਸਿੰਘਾਂ ਨੂੰ ਸਾਹਮਣੇ ਲਿਆਉਂਦੇ ਸੀਗੇ। ਉਹਨਾਂ ਸਿੰਘਾਂ ਦੇ ਵਿੱਚੋਂ ਇੱਕ ਸਾਂਝਾ ਜਥੇਦਾਰ ਚੁਣਿਆ ਜਾਂਦਾ ਸੀਗਾ, ਤੇ ਫਿਰ ਜਥੇਦਾਰ ਸੀਗੇ ਜਿਹੜੇ ਉਹ ਆਪਣੇ ਨਾਲ 5 ਸਿੰਘਾਂ ਦੀ ਇੱਕ ਕਮੇਟੀ ਏਦਾਂ ਦੀ ਤਿਆਰ ਕਰਦੇ ਸੀ, ਜਿਹੜੀ ਪੂਰੀ ਉਸ ਸਮੇਂ ਦੇ ਜਿਹੜੇ ਵਿਸ਼ੇ ਸੀਗਾ, ਜਿਹੜੇ ਮਸਲੇ ਸੀਗੇ ਉਹਨਾਂ ਦੇ ਸੰਬੰਧੀ ਇੱਕ ਚਰਚਾ ਕਰਦੀ ਸੀਗੀ। ਇਹ ਇੱਕ ਸਾਡੀ ਟ੍ਰੈਡੀਸ਼ਨ ਸੀਗੀ ਜਿਹੜੀ, ਜਿਸ ਨੂੰ ਅਸੀਂ ਬਾਅਦ ਦੇ ਵਿੱਚ ਗੁਰਮਤੇ ਦੇ ਨਾਲ ਜਾਣਾਂਗਾ ਜਾਂ ਪੰਥਕ ਇਕੱਠ ਦੇ ਨਾਲ। ਪਰ ਹੋਇਆ ਕੀ ਕਿ ਅਸੀਂ ਉਸ ਜਿਹੜੀ ਪਰੰਪਰਾ ਸੀਗੀ ਉਸ ਨੂੰ ਨਾਲ ਲੈ ਕੇ ਚੱਲਣ ਦੀ ਬਜਾਏ ਅਸੀਂ ਇੱਕ ਅਜਿਹੀ ਜਿਹੜੀ ਇੱਕ ਪੱਛਮੀ ਤਰਜ਼ ਦੀ ਡੈਮੋਕ੍ਰੇਸੀ ਹੈਗੀ ਉਹਦੀ ਕਾਪੀ ਕਰਕੇ ਉਸ ਤਰ੍ਹਾਂ ਦੇ ਇਕੱਠਾਂ ਨੂੰ ਪੰਥਕ ਇਕੱਠ ਦਾ ਨਾਮ ਦੇਣਾ ਸ਼ੁਰੂ ਕਰਤਾ। ਹੁਣ ਸਮੱਸਿਆ ਇੱਥੇ ਇਹ ਪੈਦਾ ਹੋ ਗਈ ਕਿ ਜਿਹੜੀ ਸਾਡੀ ਟ੍ਰੈਡੀਸ਼ਨ ਸੀਗੀ, ਜਿਹੜੀ ਚੱਲਣੀ ਚਾਹੀਦੀ ਸੀਗੀ, ਉਹਨੂੰ ਤਾਂ ਅਸੀਂ ਨੇ ਪੁਰਾਣੀ ਕਹਿ ਕੇ ਰੱਦ ਕਰ ਦਿੱਤਾ, ਤੇ ਜਿਹੜੀ ਨਵੀਂ ਹੈਗੀ, ਜਿਹੜੀ ਅਸਲ ਮਾਨਿਆਂ ਦੇ ਵਿੱਚ ਰੂੜੀਵਾਦ ਹੈਗਾ, ਉਹਨੂੰ ਅਸੀਂ ਆਧੁਨਿਕ ਕਹਿ ਕੇ ਆਪਣੇ ਕਲਾਵੇ 'ਚ ਲੈ ਲਿਆ। ਹੁਣ ਇੱਥੋਂ ਹੀ ਸਮੱਸਿਆ ਪੈਦਾ ਹੁੰਦੀ ਹੈਗੀ, ਜਿਹਨੂੰ ਮੈਂ ਸਮਝਦਾਗਾ ਕਿ ਅਸਲ ਦੇ ਵਿੱਚ ਅਸੀਂ ਜਿਹਨੂੰ ਅੱਜ ਕਹਿੰਦੇ ਕਿ ਪੰਥਕ ਇਕੱਠ ਹੋ ਗਏ, ਇਹ ਅਸਲ ਮਾਨਿਆਂ ਦੇ ਵਿੱਚ ਰੂੜੀਵਾਦ ਆ। ਕਿਉਂਕਿ ਇਹ ਸਾਡੀ ਪਰੰਪਰਾ ਨਹੀਂ ਹੈ ਕਿ ਇੱਕ ਤਨਖਾਹਸ਼ੁਦਾ ਬੰਦਾ ਗਾ ਜਿਹੜਾ, ਜਾਂ ਬਾਕੀ ਜਿਹੜੀਆਂ ਜਥੇਬੰਦੀਆਂ ਮਹਾਰੇ ਬਣੀਆਂ ਹੋਈਆਂ ਨੇਗੀਆਂ ਜਾਂ ਮਹਾਰੇ ਚੱਲਦੀਆਂ ਨੇਗੀਆਂ,
ਉਹ ਇਕੱਠੀਆਂ ਹੋ ਕੇ ਕੁਝ ਆਪਣੇ ਵੱਲੋਂ ਫੈਸਲੇ ਲੈਣ ਤੇ ਉਹ ਪੂਰੇ ਜਿਹੜੇ ਸਿੱਖ ਨੇਗੇ ਉਹਨਾਂ ਉੱਤੇ ਥੋਪ ਦੇਣ ਤੇ ਉਹਨਾਂ ਨੂੰ ਕਹਿਣ ਵੀ ਤੁਸੀਂ ਇਹ ਮੰਨੋ, ਤੇ ਜੇ ਨਹੀਂ ਮੰਨਦੇ ਫਿਰ ਅਸੀਂ ਤੁਹਾਡੇ ਨਾਲ ਆਪਣੇ ਤਰੀਕੇ ਨਾਲ ਨਜਿੱਠਾਂਗੇ। ਤੇ ਇਹ ਅਸਲ ਮਾਇਨੇ ਦੇ ਵਿੱਚ ਰੂੜੀਵਾਦ ਹੈਗਾ। ਮੈਨੂੰ ਇਹ ਲੱਗਦਾ ਕਿ ਅਸਲ ਆਲੋਚਨਾ ਹੁਣ ਇਹਦੀ ਕਰਨੀ ਚਾਹੀਦੀ ਹੈ ਕਿ ਸਿੱਖਾਂ ਨੂੰ ਇਹ ਵੀ ਸਮਝਣਾ ਪਊਗਾ ਕਿ ਰੂੜੀਵਾਦ, ਜਦੋਂ ਅਸੀਂ ਰੂੜੀਵਾਦ ਸ਼ਬਦ ਬੋਲਦੇ ਹਾਂ ਤਾਂ ਉਹਦਾ ਅਸਲ ਅਰਥ ਕੀ ਹੁੰਦਾ ਹੈਗਾ। ਜੀ ਜੀ, ਇਹ ਗੱਲ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਰੂੜੀਵਾਦ ਸਮਝਾਉਣ ਦਾ ਯਤਨ ਕੀਤਾ, ਪਰ ਇਹ ਦੱਸੋ ਕਿ ਜਿਹੜਾ ਮਾਮਲਾ 3 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਆਇਆ, ਹੁਣ ਰੂੜੀਵਾਦ ਤੇ ਆ ਜਾਈਏ, ਕਿ ਇਹ ਅਕਾਦਮਿਕ ਕੰਮ ਸੀ ਜਾਂ ਫਿਰ ਰੂੜੀਵਾਦ ਤੇ ਵਿਸ਼ਵਾਸ ਕਰਨ ਵਾਲੇ ਜਿਹੜੇ ਡੇਰੇਦਾਰ ਸਨ ਉਹਨਾਂ ਦਾ ਮਾਮਲਾ ਸੀ ਕਿ ਉਹ ਜਕਾਰੇ ਛੱਡ ਕੇ ਜਿਹੜੇ ਡੇਰੇਦਾਰਾਂ ਨੂੰ ਸਰਕਾਰਾਂ 25-25 ਲੱਖ ਰੁਪਇਆ ਚੋਰੀ ਕਰਨ ਦਾ ਇਲਜ਼ਾਮ ਲਾਉਂਦੀਆਂ ਨੇ ਤੇ ਉਹ ਡੇਰੇਦਾਰ ਆ ਕੇ ਉੱਥੇ ਲੈਕਚਰ ਦੇਣ ਕਿ ਧਰਮਿੰਦਰ ਸਿੰਘ ਆਨੰਦ ਵਰਗੇ ਜਾਂ ਡਾਕਟਰ ਓਂਕਾਰ ਸਿੰਘ ਵਰਗੇ, ਧਰਮਿੰਦਰ ਸਿੰਘ ਆਨੰਦ ਗੁਰਬਾਣੀ ਦਾ ਕੋਈ ਗਿਆਤਾ ਨਹੀਂ, ਉਹਨੂੰ ਕੋਈ ਬਹੁਤਾ ਗਿਆਨ ਨਹੀਂ, ਉਹ ਤਾਂ ਇੱਕ ਵਪਾਰੀ ਵਿਅਕਤੀ ਹੈ। ਉਹਨੇ ਇੱਕ ਵੈਬਸਾਈਟ ਬਣਾਈ ਹੈ sikhbookclub.com। ਡਾਕਟਰ ਓਂਕਾਰ ਸਿੰਘ ਵਰਗੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਉਹਨਾਂ ਦੇ ਅਕਾਦਮਿਕ ਕੰਮ ਦੇ ਲਈ ਬਕਾਇਦਾ ਸਨਮਾਨਿਤ ਕੀਤਾ ਗਿਆ ਹੈ, ਔਰ ਉਸੇ ਵਿਅਕਤੀ ਨੂੰ ਇੱਕ ਹੁਕਮਨਾਮਾ ਅਕਾਲ ਤਖਤ ਦੇ ਉੱਤੋਂ ਹੀ ਕੱਢਿਆ ਜਾਵੇ। ਉਸੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਜਿਹੜਾ ਇਹ ਕਹਿੰਦਾ ਰਿਹਾ ਕਿ ਆਪਾਂ ਰਲ ਕੇ ਕੋਈ ਨਾ ਕੋਈ ਪੰਥ ਦਾ ਕੰਮ ਕਰੀਏ। ਕੀ ਇਹੋ ਜਿਹੀ ਸਥਿਤੀ ਦੇ ਵਿੱਚ ਤਖਤਾਂ ਦੇ ਜਥੇਦਾਰ ਮਜਬੂਰ ਹੋ ਜਾਂਦੇ ਨੇ ਨਾ ਰੂੜੀਵਾਦੀਆਂ ਦੇ ਦਬਾਅ ਕਰਕੇ ਕਿ ਨਹੀਂ ਜੀ ਤੁਸੀਂ ਏਦਾਂ ਨਹੀਂ, ਏਦਾਂ ਕਰਨਾ, ਡਿਊਟੀ ਅਸੀਂ ਦੱਸਾਂਗੇ ਤੁਹਾਨੂੰ ਕੀ ਕਰਨੀ ਹੈ? ਦੇਖੋ, ਇਹ ਤਾਂ ਹੁਣ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ ਕਿ ਜੋ ਸਾਡੇ ਜਥੇਦਾਰ ਨੇਗੇ ਉਹ ਆਪਣਾ ਜਿਹੜਾ ਹੈਗਾ ਸੁਤੰਤਰ ਰੂਪ ਦੇ ਵਿੱਚ ਵਿਹਾਰ ਨਹੀਂ ਕਰ ਰਹੇ। ਉਹ ਬੇਸ਼ੱਕ ਅਸੀਂ ਇੰਡਾਇਰੈਕਟਲੀ ਕਿ ਇਹ ਕਹਿ ਸਕਦੇ ਕਿ ਪੋਲਿਟਿਕਸ ਦੇ ਰਾਹੀਂ ਉਹ ਜੇ SGPC ਦੀ ਗੱਲ ਕਰੀਏ ਤਾਂ ਉਸ ਦੇ ਅੰਡਰ ਪ੍ਰੈਸ਼ਰ ਦੇ ਕੰਮ ਕਰਦੇ ਨੇ। ਦੂਸਰਾ ਜਿਹੜਾ ਹੈਗਾ ਪੰਥਕ ਮਾਸਲਿਆਂ ਦੇ ਵਿੱਚ ਉਹ ਡੇਰੇਦਾਰਾਂ ਦੇ ਜਿਹੜੇ ਹੈਗਾ ਅੰਡਰ ਕੰਮ ਕਰਦੇ ਨੇਗੇ। ਸੁਤੰਤਰ ਜਿਹੜੀ ਹੈਗੀ ਉਹਨਾਂ ਦੀ ਕੋਈ ਦੇਣ ਜਿਹੜੀ ਹੈਗੀ, ਅਸੀਂ ਪਿਛਲੇ ਲੰਮੇ ਸਮੇਂ ਤੋਂ ਮੇਰੇ ਧਿਆਨ 'ਚ ਨਹੀਂ ਹੈ ਘੱਟੋ ਘੱਟ ਕਿ ਉਹਨਾਂ ਨੇ ਆਜ਼ਾਦਾਨਾ ਤੌਰ ਤੇ ਕੋਈ ਏਦਾਂ ਦਾ ਕੰਮ ਕੀਤਾ ਜਿਹੜਾ ਕੌਮ ਦੇ ਲਈ ਬੜੇ ਮਾਣ ਦਾ ਹੈ। ਦੂਸਰੀ ਜਿਹੜੀ ਗੱਲ ਹੈ ਅਸੀਂ ਇਹ ਕਰਦੇ ਹੁੰਦੇ ਹੈਗੇ ਕਿ ਜਿਹੜਾ ਸਰਦਾਰ ਓਂਕਾਰ ਸਿੰਘ ਦਾ ਸੀਗਾ, ਕਿਉਂਕਿ ਮੈਂ ਓਂਕਾਰ ਸਿੰਘ ਉਹਨਾਂ ਦੇ ਜਿਹੜਾ ਕੰਮ ਹੈਗਾ ਉਹਦੇ ਨਾਲ ਨੇੜਿਓਂ ਜੁੜਿਆ ਹੋਇਆ ਗਾ। ਧਰਮਿੰਦਰ ਸਿੰਘ ਆਨੰਦ ਵਾਲਾ ਜਿਹੜਾ ਕੰਮ ਹੈਗਾ ਉਸ ਦਾ ਮੈਂ ਨਾ ਜ਼ਿਆਦਾ ਨੋਟਿਸ ਲਿਆ ਗਾ ਤੇ ਨਾ ਹੀ ਉਹਦੇ ਬਾਰੇ ਮੈਂ ਕੋਈ ਇੱਥੇ ਟਿੱਪਣੀ ਕਰਨੀ ਚਾਹੁੰਦਾ ਗਾ, ਕਿਉਂਕਿ ਉਹ ਮੇਰਾ ਵਿਸ਼ਾ ਨਹੀਂ ਹੈ। ਦੋ ਗੱਲਾਂ ਸੀਗੀਆਂ ਕਿ ਮੈਂ ਇੱਕ ਕੁਝ ਦਿਨ ਪਹਿਲਾਂ ਜਿਹੜੀ ਗੱਲ ਰੱਖੀ ਸੀਗੀ ਉਸਨੂੰ ਹਾਲਾਂਕਿ ਕਈ ਲੋਕਾਂ ਨੇ ਗਲਤ ਅਰਥਾਂ ਦੇ ਵਿੱਚ ਸਮਝਿਆ ਗਾ, ਫਿਰ ਉਸ ਦੇ ਬਾਰੇ ਲਿਖਿਆ ਵੀ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਕਿ ਮੈਂ ਇਹ ਗਲਤ ਵਿਆਖਿਆ ਪੇਸ਼ ਕਰ ਰਿਹਾ ਗਾ। ਪਰ ਮੈਂ ਆਪਣੇ ਇੱਕ ਆਰਟੀਕਲ ਦੇ ਵਿੱਚ ਇਹ ਸਪਸ਼ਟ ਕੀਤਾ ਸੀਗਾ ਕਿ ਜਦੋਂ 16ਵੀਂ ਸਦੀ ਦੇ ਵਿੱਚ ਜੌਨ ਵਿਕਿਲਸ ਨੇ ਬਾਈਬਲ ਦੀ ਪਹਿਲੀ ਇੰਗਲਿਸ਼ ਟ੍ਰਾਂਸਲੇਸ਼ਨ ਕੀਤੀ ਸੀਗੀ ਤਾਂ ਉਸ ਵਕਤ ਜਿਹੜੀ ਚਰਚ ਆਫ ਪੌਪ ਸੀਗਾ, ਜੋ ਚਰਚ ਦਾ ਮੁਖੀ ਸੀਗਾ ਰੋਮ ਦਾ, ਵੈਟੀਕਨ ਦਾ, ਤੇ ਉਸਨੇ ਉਸ ਦੀ ਜਿਹੜੀ ਰਚਨਾ ਸੀਗੀ ਉਸ ਨੂੰ ਬਾਈਬਲ ਦੇ ਜਿਹੜੇ ਮੂਲ ਪਾਠ ਸੀਗੇ ਉਹਨਾਂ ਦੇ ਖਿਲਾਫ ਸਮਝਦਿਆਂ ਰੱਦ ਕਰਨ ਦਾ ਜਿਹੜਾ ਸੀਗਾ ਬਾਕੀ ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਚਰਚ ਘਰ ਸੀਗੇ ਉਹਨਾਂ ਨੂੰ ਇੱਕ ਆਦੇਸ਼ ਜਾਰੀ ਕੀਤਾ ਸੀਗਾ ਕਿ ਇਸ ਤਰ੍ਹਾਂ ਦੀ ਜਿਹੜੀ ਬਾਈਬਲ ਆ ਜੀ ਇਹ ਈਸਾਈ ਮਤ ਦੇ ਵਿੱਚ ਮਾਨਤਾ ਹਾਸਲ ਨਹੀਂ ਕਰਦੀ, ਇਸ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਗਾ। ਉਸ ਤੋਂ ਬਾਅਦ ਇੱਕ ਹੋਰ ਈਸਾਈ ਵਿਦਵਾਨ ਆਇਆ ਸੀਗਾ ਤੇ ਉਸਨੇ ਜਦੋਂ ਬਾਈਬਲ ਦਾ ਜਿਹੜਾ ਪਾਠ ਸੀਗਾ ਉਹ ਦੁਬਾਰਾ ਇੰਗਲਿਸ਼ ਦੇ ਵਿੱਚ ਕੀਤਾ ਤਾਂ ਉਸ ਨੂੰ ਤਾਂ ਪਾਦਰੀਆਂ ਨੇ ਇੰਨੀ ਮਤਲਬ ਵੀ ਬੇਰਹਿਮੀ ਦੇ ਨਾਲ ਡੀਲ ਕੀਤਾ ਸੀ ਕਿ ਉਸ ਬਾਈਬਲ ਨੂੰ ਚੁਰਾਹੇ ਦੇ ਵਿੱਚ ਸਾੜਿਆ ਗਿਆ ਸੀਗਾ। ਹਾਲਾਂਕਿ ਉਸ ਤੋਂ ਬਾਅਦ ਬਾਕੀ ਆਪਾਂ ਦੇਖ ਦਿਆਂਗੇ ਦੁਨੀਆ ਭਰ ਦੇ ਵਿੱਚ ਅਨੁਵਾਦ ਹੋਏ ਤੇ ਅੱਜ ਤਾਂ ਬਾਈਬਲ ਸਾਰੀ ਦੁਨੀਆ ਦੇ ਵਿੱਚ ਪੜ੍ਹੀ ਜਾਣ ਵਾਲੀ ਅਨੁਵਾਦਿਤ ਰਚਨਾ ਗੀ। ਤੇ ਇਸ ਲਈ ਮੈਂ ਉਸ ਵੇਲੇ ਵੀ ਗੱਲ ਇਹ ਰੱਖੀ ਸੀਗੀ ਕਿ ਜਦੋਂ ਵੀ ਅਸੀਂ ਗੁਰਬਾਣੀ ਨੂੰ ਲੈ ਕੇ ਕੋਈ ਅਕੈਡਮਿਕ ਕੰਮ ਕਰ ਦਿਆਂਗੇ ਤਾਂ ਉਸ ਬਾਰੇ ਜਿਹੜੀ ਇੱਕ ਚਰਚਾ ਹੈਗੀ ਉਹ ਵੱਖਰੇ ਪੱਧਰ ਤੇ ਹੋ ਸਕਦੀ ਹੈ ਕਿ ਇਸ ਅਕੈਡਮਿਕ ਕੰਮ ਦੀ ਕੀ ਇੰਪੋਰਟੈਂਸ ਹੈਗੀ, ਇਹਦੇ ਵਿੱਚ ਕੀ ਘਾਟਾਂ ਨੇਗੀਆਂ ਜਾਂ ਇਸ ਦੇ ਵਿੱਚ ਕੀ ਹੋਰ ਨਵੀਆਂ ਚੀਜ਼ਾਂ ਐਡ ਹੋ ਸਕਦੀਆਂ ਨੇ।
ਇਹ ਜਿਹੜਾ ਕੰਮ ਹੈਗਾ ਇਹ ਅਕੈਡਮਿਕ ਬੰਦਿਆਂ ਦਾ ਕੰਮ ਹੈਗਾ, ਉਹਨਾਂ ਬੰਦਿਆਂ ਦਾ ਕੰਮ ਹੈਗਾ ਜਿਨ੍ਹਾਂ ਦੀ ਗੁਰਬਾਣੀ ਦੇ ਉੱਤੇ, ਗੁਰਬਾਣੀ ਦੀ ਗ੍ਰਾਮਰ ਦੇ ਉੱਤੇ ਜਾਂ ਗੁਰਬਾਣੀ ਉਚਾਰਨ ਦੇ ਉੱਤੇ ਇੱਕ ਮੌਲਿਕ ਜਾਂ ਹਿਸਟੋਰੀਕਲ ਉਹਨਾਂ ਦੀ ਦੇਣ ਆ। ਪਰ ਇੱਥੇ ਹੋਇਆ ਕੀ ਹੈਗਾ ਕਿ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸ਼ੁੱਧੀਆਂ ਆ ਗਈਆਂ ਜੀ, ਅਸੀਂ ਇਹਨਾਂ ਦੇ ਹੱਲ ਦੇ ਲਈ ਜਾਂ ਜਿਹੜੇ ਦੋਸ਼ੀ ਵਿਅਕਤੀ ਨੇ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਪੰਥਕ ਇਕੱਠ ਕਰ ਲਿਆ, ਤਾਂ ਪੰਥਕ ਇਕੱਠ ਦੇ ਵਿੱਚ ਜਿਸ ਦਾ ਜੀ ਕਰਦਾ ਗਾ ਉਹ ਚਲਿਆ ਜਾਂਦਾ ਤੇ ਉੱਥੇ ਆਪਣੇ ਜਿਹੜੇ ਹੈਗੇ ਨੇਗੇ ਵਿਚਾਰਾਂ ਦਾ ਇੱਕ ਕੜਮੱਥ ਜਿਹਾ ਪਾ ਦਿੰਦਾ ਗਾ, ਜਿਹਦੇ ਵਿੱਚੋਂ ਇੱਕ ਆਊਟਪੁੱਟ ਇਹ ਨਿਕਲ ਕੇ ਆਉਂਦੀ ਹੈ ਕਿ ਇਹਨਾਂ ਬੰਦਿਆਂ ਨੂੰ ਇੱਥੇ ਤਲਬ ਕੀਤਾ ਜਾਵੇ ਤੇ ਜਿਹੜਾ ਇਹਨਾਂ ਦਾ ਕੰਮ ਹੈਗਾ ਉਹ ਜਮ੍ਹਾਂ ਕਰਾਇਆ ਜਾਏ। ਸਭ ਤੋਂ ਵੱਡੀ ਜਿਹੜੀ ਰੂੜੀਵਾਦਤਾ ਜਿਹਨੂੰ ਮੈਂ ਬਾਰ-ਬਾਰ ਇੱਕ ਸ਼ਬਦ ਦੇ ਨਾਲ ਯਾਦ ਕਰਦਾਂਗਾ ਕਿ ਇਹ ਪਰੰਪਰਾਵਾਦੀ ਹੈਗੀ ਜਾਂ ਇਹ ਇੱਕ ਘਿਸੀ ਪਿਟੀ ਆਈਡੀਓਲੋਜੀ ਹੈਗੀ, ਉਹ ਇਹ ਹੈਗੀ ਕਿ ਅਕਾਲ ਤਖ਼ਤ ਦੇ ਉੱਤੇ ਜਦੋਂ ਇਹ ਇਕੱਠ ਹੁੰਦਾ ਤਾਂ ਉਸ ਇਕੱਠ ਦੇ ਵਿੱਚ ਸਾਡੇ ਜਿੰਨੇ ਸਿੱਖ ਵਿਦਵਾਨ ਨੇਗੇ ਉਹਨਾਂ ਦੀ ਤੁਲਨਾ ਦੀ ਬਜਾਏ ਉਹ ਲੋਕ ਜ਼ਿਆਦਾ ਨੇਗੇ ਜਿਨ੍ਹਾਂ ਦਾ ਇਸ ਕੰਮ ਨੂੰ ਨਾ ਤਾਂ ਸਮਝਣ ਦਾ ਮਾਦਾ ਹੈ, ਨਾ ਹੀ ਉਹਨਾਂ ਦੀ ਇਸ ਕੰਮ ਦੇ ਵਿੱਚ ਕੋਈ ਦੇਣ ਹੈ, ਜਦੋਂ ਕਿ ਉੱਥੇ ਉਹਨਾਂ ਦਾ ਹੋਣਾ ਹੀ ਸਾਡੇ ਲਈ ਮਤਲਬ ਵੱਡੀ ਸਮੱਸਿਆ, ਕਿਉਂਕਿ ਇਹ ਸੰਜੀਦਾ ਮਸਲੇ ਨੇਗੇ। ਸੰਜੀਦਾ ਮਸਲੇ ਇਸ ਤਰ੍ਹਾਂ ਕਦੇ ਵੀ ਨਹੀਂ ਨਿਪਟਾਏ ਜਾ ਸਕਦੇ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਨਿਪਟਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਮੈਂ ਆਪਣੇ ਲੇਖ ਦੇ ਵਿੱਚ ਇਹ ਗੱਲ ਸਪਸ਼ਟ ਲਿਖੀ ਸੀਗੀ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜੇਕਰ ਇਹ ਲੱਗਦਾ ਹੈਗਾ ਕਿ ਜੇ ਉਹਨਾਂ ਕੋਲ ਸ਼ਿਕਾਇਤ ਪਹੁੰਚੀ ਹੈਗੀ, ਕਿਸੇ ਵਿਦਵਾਨ ਨੇ ਉਹਨਾਂ ਨੂੰ ਸ਼ਿਕਾਇਤ ਕੀਤੀ ਹੈਗੀ ਕਿ ਜੀ ਓਂਕਾਰ ਸਿੰਘ ਨੇ ਇਹ ਕੰਮ ਗਲਤ ਕੀਤਾ, ਤਾਂ ਉਹ ਉਹਨਾਂ ਦੇ ਕੰਮ ਨੂੰ ਕਿਸੇ ਹੋਰ ਸਕਾਲਰ ਕੋਲੇ ਭੇਜ ਕੇ ਜਾਂ ਹੋਰ ਵਿਦਵਾਨਾਂ ਦੀ ਕਿਸੇ ਪੈਨਲ ਦੇ ਕੋਲੇ ਭੇਜ ਕੇ ਚੈੱਕ ਕਰਵਾ ਸਕਦੇ ਸੀਗੇ ਕਿ ਇਹਦੇ ਵਿੱਚ ਕੀ ਤਰੁੱਟੀਆਂ ਨੇ, ਕੀ ਸਿੱਖ ਵਿਰੋਧੀ ਗੱਲਾਂ ਨੇਗੀਆਂ ਜਾਂ ਗੁਰਬਾਣੀ ਵਿਰੋਧੀ ਗੱਲਾਂ ਨੇਗੀਆਂ, ਤੇ ਇਹਨਾਂ ਨੂੰ ਅਸੀਂ ਕਿਵੇਂ ਸਹੀ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨਾ ਉਹਨਾਂ ਨੇ, ਮੈਨੂੰ ਨਹੀਂ ਪਤਾ ਹੈਗਾ ਕਿਉਂ ਨਹੀਂ ਸਹੀ ਸਮਝਿਆ, ਤੇ ਹਾਲਾਂਕਿ ਆਪਾਂ ਸਪਸ਼ਟ ਰੂਪ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਉਹ ਇੱਕ ਅਜਿਹੇ ਦਬਾਅ ਅੰਡਰ ਨੇਗੇ ਜਿਹਦਾ ਨਾਮ ਲੈਣਾ ਉਹਨਾਂ ਦੇ ਬਸ ਦੀ ਗੱਲ ਵੀ ਨਹੀਂ ਹੈ। ਪਰ ਫਿਰ ਵੀ ਮੈਨੂੰ ਇਹ ਲੱਗਦਾ ਗਾ ਕਿ ਜੇਕਰ ਅਜਿਹਾ ਹੁੰਦਾ ਤਾਂ ਇਹ ਮਸਲਾ ਇੰਨਾ ਵੱਡਾ ਬਣਨਾ ਹੀ ਨਹੀਂ ਸੀਗਾ ਜਿੰਨਾ ਵੱਡਾ ਇਹ ਬਣਾ ਦਿੱਤਾ ਗਿਆ ਗਾ। ਮੈਂ ਅੱਜ ਵੀ 2-3 ਲੋਕਾਂ ਦੇ ਨਾਲ ਗੱਲ ਕੀਤੀ ਹੈਗੀ ਤੇ ਕਈ ਬੰਦੇ ਹੁਣ ਮੈਨੂੰ ਫੋਨ ਕਰਕੇ ਪੁੱਛਦੇ ਨੇਗੇ ਕਿ ਇਹ ਅਸਲ ਦੇ ਵਿੱਚ ਹੈ ਕੀ ਗੱਲ, ਤੇ ਮੈਂ ਦੇਖਿਆਗਾ ਕਿ ਜਿੰਨੇ ਬੰਦੇ ਸੋਸ਼ਲ ਮੀਡੀਆ ਦੇ ਉੱਤੇ ਇਸ ਮਸਲੇ ਨੂੰ ਜਾਂ ਓਂਕਾਰ ਸਿੰਘ ਨੂੰ ਦੋਸ਼ੀ ਐਲਾਨ ਰਹੇ ਨੇਗੇ ਜਾਂ ਉਹਨਾਂ ਨੂੰ ਛੇਕ ਦੇਣ ਦਾ ਜਾਂ ਸਜ਼ਾ ਦੇਣ ਦਾ ਜਿਹੜਾ ਹੈਗਾ ਉਹ ਪ੍ਰਚਾਰ ਕਰਦੇ ਨੇਗੇ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਨੇ ਸਰਦਾਰ ਓਂਕਾਰ ਸਿੰਘ ਦਾ ਜਿਹੜਾ ਲੇਟੈਸਟ ਕੰਮ ਹੈਗਾ ਉਹ ਆਪ ਦੇਖਿਆ ਵੀ ਨਹੀਂ ਤੇ ਨਾ ਹੀ ਪੜ੍ਹਿਆ ਗਾ। ਮਸਲਾ ਇਹ ਹੈਗਾ ਕਿ ਇਹ ਓਂਕਾਰ ਸਿੰਘ ਦਾ ਕੰਮ ਤੇ ਥਮਿੰਦਰ ਸਿੰਘ ਆਨੰਦ ਦਾ ਕੰਮ ਜਿਹੜੇ ਦੋ ਵੱਖਰੇ ਵੱਖਰੇ ਧੁਰਿਆਂ ਦੇ ਕੰਮ ਨੇਗੇ, ਇਹਨਾਂ ਨੂੰ ਇੱਕ ਬਣਾ ਕੇ ਇਸ ਤਰ੍ਹਾਂ ਪੇਸ਼ ਕਰ ਦਿੱਤਾ ਗਿਆ ਕਿ ਇਹ ਸਾਡੇ ਸਮਿਆਂ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਗੁਰਬਾਣੀ ਦੇ ਉੱਤੇ ਹਮਲਾ ਐਲਾਨਿਆ ਜਾ ਰਿਹਾ ਹੈਗਾ। ਤੇ ਮੈਨੂੰ ਇਹ ਲੱਗਦਾ ਗਾ ਕਿ ਜਦੋਂ ਇੱਕ ਇਸ ਤਰ੍ਹਾਂ ਦਾ ਜਿਹੜਾ ਇੱਕ ਧਰਮ ਹੈਗਾ ਜਿਹੜਾ ਸੰਸਾਰ ਨੂੰ ਖਾਸ ਕਰਕੇ ਜੋ ਕਿ ਜਿਹੜੀ ਪੋਸਟ ਮਾਡਰਨ ਸੁਸਾਇਟੀ ਹੈਗੀ ਇਸ ਨੂੰ ਸਮਝਣ ਦਾ ਤੇ ਇਸ ਨੂੰ ਸਹੀ ਰੂਪ ਦੇ ਵਿੱਚ ਗਾਈਡ ਕਰਨ ਦਾ ਮਾਦਾ ਰੱਖਦਾ ਗਾ, ਉੱਥੇ ਅਜਿਹੀਆਂ ਮਤਲਬ ਵੀ ਕੱਟੜਪੰਥੀ ਜਿਹੜੀਆਂ ਮਾਨਤਾਵਾਂ ਨੇ ਉਹ ਭਾਰੂ ਹੋ ਜਾਂਦੀਆਂ ਨੇ। ਫਿਰ ਉੱਥੇ ਜਿਹੜੀ ਹੈਗੀ ਅਕੈਡਮਿਕਸ ਉਹਦੇ ਲਈ ਕੋਈ ਅਪਰੋਚ ਜਾਂ ਜਿਹੜੀ ਹੈਗੀ ਥਾਂ ਜਿਹੜੀ ਆ ਉਹ ਬਾਕੀ ਨਹੀਂ ਬਚਦੀ। ਤੇ ਇਸ ਲਈ ਜਿਹੜੇ ਪਿਛਲੇ ਅਸੀਂ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਜਿਹੜੇ ਵਿਦਵਾਨ ਨੇ ਉਹ ਬਾਰ-ਬਾਰ ਟਾਰਗੇਟ ਕੀਤੇ ਜਾ ਰਹੇ ਨੇਗੇ, ਪਰ ਹੁਣ ਵਿਦਵਾਨਾਂ ਦੇ ਅੰਦਰ ਇੰਨੀ ਨਿਰਾਸ਼ਾ ਪੈਦਾ ਹੋ ਚੁੱਕੀ ਹੈਗੀ ਕਿ ਉਹ ਅਕਾਲ ਤਖ਼ਤ ਸਾਹਿਬ ਤੋਂ ਆਕੀ ਹੋੜ ਦੇ ਵਿੱਚ ਵੀ ਕੋਈ ਬੁਰਾਈ ਨਹੀਂ ਸਮਝਦੇ। ਤੇ ਜਦੋਂ ਅਸੀਂ ਇਹ ਦੇਖ ਲਿਆਂਗੇ ਕਿ ਉਹ ਹੁਣ ਕੋਈ ਬੁਰਾਈ ਨਹੀਂ ਸਮਝਦੇ ਤਾਂ ਸਾਨੂੰ ਉਹ ਇਹ ਸਮਝ ਲੈਣਾ ਚਾਹੀਦਾ ਕਿ ਅਸਲ ਦੇ ਵਿੱਚ ਰੂੜੀਵਾਦਤਾ ਹੀ ਇਹ ਆ। ਜੀ ਜੀ, ਬਹੁਤ ਵਧੀਆ ਤਰੀਕੇ ਨਾਲ ਰੂੜੀਵਾਦ ਦਾ ਤੇ ਅਜੋਕੀ ਸਥਿਤੀ ਅਕਾਦਮਿਕ ਸਿਸਟਮ ਦੇ ਨਾਲ ਤੁਸੀਂ ਦੋਨਾਂ ਨੂੰ ਜਿਹੜਾ ਕੋਈ ਵੀ ਆਧੁਨਿਕ ਮਾਮਲਾ ਹੈ ਉਹਦੇ ਉੱਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਇਹਦਾ ਵਿਸ਼ਲੇਸ਼ਣ ਕੀਤਾ ਹੈ। ਇੱਕ ਮੈਂ ਛੋਟੀ ਜਿਹੀ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਬਾਅਦ ਥੋੜਾ ਜਿਹਾ ਗੁਰਬਾਣੀ ਵਿਆਕਰਣ ਬਾਰੇ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਤੁਹਾਡੇ ਵੱਲੋਂ ਜਿਹੜਾ ਕੀਤਾ ਕੰਮ ਹੈ ਉਹ ਕਿਵੇਂ ਸਿੱਖ ਕੌਮ ਨੂੰ ਸਹੀ ਸੇਧ ਦੇ ਸਕਦਾ, ਥੋੜਾ ਜਿਹਾ ਉਸਦੇ ਉੱਤੇ। ਤੇ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਕਿੰਤੂ ਪ੍ਰੰਤੂ ਹੈ, ਇਹ ਕਿੰਤੂ ਪ੍ਰੰਤੂ ਹੀ ਕਹਿੰਦੇ ਆ ਨਾ ਕਿ ਇਹ ਕਿਉਂ ਹੋ ਗਿਆ, ਇਹ ਕਿਉਂ ਹੋਣਾ ਚਾਹੀਦਾ ਸੀ, ਇਹ ਏਦਾਂ ਹੋ ਗਿਆ, ਜਥੇਦਾਰਾਂ ਨੇ ਕੰਮ ਨਹੀਂ ਪੂਰਾ ਕੀਤਾ, ਸ਼੍ਰੋਮਣੀ
ਬਿਲਕੁਲ ਪਪਟ ਬਣ ਕੇ ਮਾਲਕਾਂ ਦੇ ਹੁਕਮ ਦੇ ਉੱਤੇ ਕੰਮ ਕਰ ਰਹੀ ਹੈ। ਪਰ ਜਿਹੜਾ ਕੰਮ ਤੁਹਾਡੇ ਵੱਲੋਂ ਕੀਤਾ ਹੈ, ਜੋਗਿੰਦਰ ਸਿੰਘ ਵੇਦਾਂਤੀ, ਮੇਰੀ ਉਹਨਾਂ ਨਾਲ ਕੋਈ ਤਕਰੀਬਨ 2 ਜਾਂ 3 ਵਾਰੀ ਮੁਲਾਕਾਤ ਹੋਈ ਹੈ ਜ਼ਿੰਦਗੀ 'ਚ। ਸਰੀਰ ਛੱਡਣ ਤੋਂ ਥੋੜਾ ਚਿਰ ਪਹਿਲਾਂ, ਕੁਝ ਕੁ ਮਹੀਨੇ ਪਹਿਲਾਂ ਮੇਰੇ ਨਾਲ ਟਾਕ ਸ਼ੋਅ ਕਰਕੇ ਗਿਆ ਸੀ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਉੱਤੇ ਸਾਡੀ ਗੱਲਬਾਤ ਹੋਈ ਸੀ। ਜੀ ਜੀ। ਜੋਗਿੰਦਰ ਸਿੰਘ ਫੌਜੀ ਨਾਂ ਦਾ ਇੱਕ ਸ਼ਖਸ ਹੈ ਤਰਨ ਤਾਰਨ ਦੇ ਵਿੱਚ, ਜਿਨ੍ਹਾਂ ਨੇ ਗੁਰਬਿਲਾਸ ਪਾਤਸ਼ਾਹੀ 6ਵੀਂ 'ਚ ਜਿਹੜੀਆਂ ਊਣਤਾਈਆਂ ਤੇ ਜੋ ਕੁਛ ਸਿੱਖੀ ਧਰਮ ਦੇ ਅਗੇਂਸਟ ਲਿਖਿਆ ਗਿਆ ਤੇ ਬੋਲਿਆ ਗਿਆ ਉਹਦੇ ਬਾਬਤ ਗੱਲਬਾਤ ਹੋਈ ਸੀ। ਡਾਕਟਰ ਅਮਰਜੀਤ ਸਿੰਘ ਨਾਲ ਸਨ ਤੇ ਉਦੋਂ ਵੇਦਾਂਤੀ ਜੀ ਮੇਰੇ ਨਾਲ ਇਹ ਮੰਨ ਕੇ ਗਏ ਸੀ ਕਿ ਯੈਸ, ਇਹ ਗਲਤੀਆਂ ਹੋਈਆਂ ਨੇ, ਇਹਨਾਂ ਦੇ ਸੁਧਾਰ ਦੀ ਲੋੜ ਹੈ। ਮੈਂ ਚਾਹਾਂਗਾ ਕਿ ਆਪਣੇ ਜਿਉਂਦੇ ਜੀ ਇਹ ਸੁਧਾਰ ਕਰਕੇ ਜਾਵਾਂ। ਸੁਧਾਰ ਕਰਨਾ ਕੋਈ ਮਾੜੀ ਗੱਲ ਨਹੀਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਹੈ। ਸਿਰਫ ਗੁਰੂ ਹੈ ਜਿਹੜਾ ਅਭੁੱਲ ਹੈ। ਗੁਰਬਾਣੀ ਦੀਆਂ ਬੀੜਾਂ ਨੇ ਜਿਹੜੀਆਂ ਪੁਰਾਤਨ ਬੀੜਾਂ, ਮੈਂ ਕਈ ਵਾਰੀ ਬੜੇ ਮਾਣ ਤੇ ਫਖਰ ਨਾਲ ਕਹਿਣਾ, ਤੁਹਾਡੇ ਵਾਂਗ ਸਾਡੇ ਵਿਦੇਸ਼ਾਂ ਦੇ ਵਿੱਚ ਇੱਕ ਨੌਜਵਾਨ ਨੇ ਹਰਿੰਦਰ ਸਿੰਘ, ਜਿਨ੍ਹਾਂ ਨੂੰ ਸਿੱਖਰੀ ਕਰਕੇ ਜਾਣਿਆ ਜਾਂਦਾ ਹੈ, ਸਿੱਖ ਰਿਸਰਚ ਇੰਸਟੀਚਿਊਟ, ਜਿਨ੍ਹਾਂ ਨੇ ਪੰਜਾਬ ਡਿਜੀਟਲ ਲਾਇਬ੍ਰੇਰੀ ਚੰਡੀਗੜ੍ਹ ਦੇ ਵਿੱਚ ਸਥਾਪਿਤ ਕੀਤੀ ਹੈ। ਪੁਰਾਤਨ ਵਿਰਸੇ ਨੂੰ, ਇਤਿਹਾਸ ਨੂੰ ਤੇ ਗੁਰਬਾਣੀ ਨੂੰ ਡਿਜੀਟਲਾਈਜ਼ ਕਰਕੇ ਸੰਭਾਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100 ਵਰ੍ਹਿਆਂ ਤੋਂ ਵੱਧ ਹੋ ਗਏ ਨੇ ਗੋਲਕ ਸੰਭਾਲਣ ਤੋਂ ਇਲਾਵਾ ਇਹੋ ਜਿਹੇ ਕੰਮ ਨਹੀਂ ਕਰ ਸਕੇ। ਉਸ ਤੋਂ ਪਹਿਲਾਂ ਸਾਡੇ ਕੋਲ ਗੁਰੂ ਸਾਹਿਬਾਨ ਦੀਆਂ ਹੱਥ ਲਿਖਤ ਬੀੜਾਂ ਸਨ, ਪਰ ਸੰਭਾਲ ਨਾ ਸਕੇ। ਇੱਕ ਕੁਕਰਮ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸਾਡੇ ਇੱਥੇ ਵੀ ਹੋਇਆ। ਕੁਕਰਮ ਇਹ ਕੀਤਾ ਕਿ ਅਗਨ ਭੇਟ ਕਰ ਦਿਓ ਜਿੰਨਾ ਪੁਰਾਤਨ ਇਤਿਹਾਸ ਪਿਆ। ਸਾਡੇ ਵੀ ਹੋਇਆ, ਇੱਥੇ ਵੀ ਅੱਜ ਕੱਲ ਇੱਕ ਇਸੇ ਤਰ੍ਹਾਂ ਦਾ ਬੁੱਚੜਖਾਨਾ ਬਣਾਇਆ ਹੋਇਆ ਹੈ। ਮੈਂ ਬੁੱਚੜਖਾਨਾ ਕਹਾਂਗਾ ਜਿੱਥੇ ਸਿੱਖ ਇਤਿਹਾਸ ਨੂੰ ਸਾੜਿਆ ਜਾਂਦਾ ਹੈ। ਅਗਨ ਭੇਟ ਕਹਿੰਦੇ ਆ, ਅਗਨ ਭੇਟ ਦਾ ਨਾਮ ਦਿੱਤਾ ਹੈ। ਮੈਂ ਕਹਿੰਦਾ ਕੋਈ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੁਰਾਤਨ ਬੀੜ ਨੂੰ ਅਗਨ ਭੇਟ ਕਰ ਰਿਹਾ ਹੈ, ਉਹਦੇ ਬਰਾਬਰ ਤੁਹਾਡਾ ਪਿਓ, ਤੁਹਾਡਾ ਦਾਦਾ, ਤੁਹਾਡੀ ਦਾਦੀ, ਤੁਹਾਡਾ ਨਾਨਾ, ਤੁਹਾਡੀ ਨਾਨੀ 90 ਵਰ੍ਹਿਆਂ ਤੋਂ ਉੱਪਰ ਹੈ, ਬਜ਼ੁਰਗ ਹੋ ਗਈ ਹੈ, ਵਰਤੋਂ ਕੰਮ ਦਾ ਕੋਈ ਫਾਇਦਾ ਨਹੀਂ। ਗੁਰੂ ਸਾਹਿਬ ਦੀਆਂ ਬੀੜਾਂ ਦੇ ਬਰਾਬਰ ਅਗਨ ਭੇਟ ਕਰੋ, ਆਨੰਦ ਤਾਂ ਬਣਦਾ ਹੈ। ਇਹ ਆ ਲਓ, ਇਹ ਤਾਂ ਹੁਣ ਕੰਮ ਦੀ ਨਹੀਂ ਰਹੀ, ਪੁਰਾਤਨ ਹੋ ਗਈ ਹੈ, ਇਹਦਾ ਸਤਿਕਾਰ ਕਰ ਰਹੇ ਹਾਂ ਅਸੀਂ, ਜਿਉਂਦੇ ਨੂੰ ਸਾੜ ਰਹੇ ਹਾਂ। ਮੈਂ ਸ਼ਬਦ ਇੱਕ ਵਰਤਣ ਲੱਗਾ, ਲਾਨਤ। ਲਾਨਤ ਹੈ ਉਹਨਾਂ ਨੂੰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹੱਥ ਲਿਖਤ ਸਰੂਪਾਂ ਨੂੰ ਅਗਨ ਭੇਟ ਕੀਤਾ ਹੈ। ਸ਼ਬਦ ਔਖਾ ਹੈ, ਔਖਾ ਹੈ ਸ਼ਬਦ, ਪਛਣਾ ਨਹੀਂ, ਪਰ ਹੈ ਸੱਚਾਈ, ਹੈ ਸੱਚਾਈ, ਬਿਲਕੁਲ ਸੱਚਾਈ ਹੈ। ਬਿਲਕੁਲ ਅਗਨ ਭੇਟ ਰੂਪ ਦੇ ਵਿੱਚ ਤੁਸੀਂ ਗੁਰੂ ਸਾਹਿਬ ਦੇ ਉਹਨਾਂ ਸਰੂਪਾਂ ਨੂੰ ਅਗਨ ਭੇਟ ਕਰਦੇ ਹੋ ਜਿਹੜੇ ਸਾਡੇ ਸਰੋਤ ਸੀ। ਤੁਸੀਂ ਸੰਭਾਲ ਨਾ ਸਕੇ, ਅੱਜ ਜੇ ਕੋਈ ਕਰ ਰਿਹਾ ਉਹਨੂੰ ਪੰਥ ਚੋਂ ਕੱਢਦੇ ਹੋ। ਬਿਲਕੁਲ ਵਪਾਰਕ ਸੰਦੇਸ਼ ਲੈ ਲਈਏ ਡਾਕਟਰ ਸਾਹਿਬ, ਬਾਅਦ ਦੇ ਵਿੱਚ ਥੋੜਾ ਜਿਹਾ ਗੱਲਬਾਤ ਕਰਾਂਗੇ ਕਿ ਜਿਹੜਾ ਕੰਮ ਗੁਰਬਾਣੀ ਪਾਠ ਭੇਦਾਂ ਦਾ ਸੀ ਉਹਨੂੰ ਅਸੀਂ ਕਿਵੇਂ ਅਕਾਦਮਿਕ ਤਰੀਕੇ ਨਾਲ ਹੱਲ ਕਰ ਸਕਦੇ ਸੀ। ਬੇਨਤੀ ਹੈ ਕਿ ਇਸ ਗੱਲਬਾਤ ਤੋਂ ਬਾਅਦ ਤੁਸੀਂ ਡਾਕਟਰ ਪਰਮਿੰਦਰ ਸਿੰਘ ਸ਼ੌਂਕੀ ਉਹਨਾਂ ਨੂੰ ਕਾਲ ਕਰਕੇ ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਜਿਹੜੀ ਹੋਈ ਗੱਲਬਾਤ ਹੈ, ਰੂੜੀਵਾਦ ਬਨਾਮ ਵਰਤਮਾਨ ਜੋ ਕੁਝ ਚੱਲ ਰਿਹਾ ਹੈ, ਉਹਦੇ ਉੱਤੇ ਸਵਾਲ ਕਰਨਾ ਹੋਇਆ ਤੇ ਜ਼ਰੂਰ ਸਵਾਲ ਕਰ ਸਕਦੇ ਹੋ। ਸ਼ਾਬਦਿਕ ਤੇ ਵਿਆਕਰਨਕ ਅਸ਼ੁੱਧੀਆਂ ਬਾਬਤ ਜਿਹੜੀ ਗੱਲਬਾਤ ਹੈ ਉਹ ਥੋੜੀ ਜਿਹੀ ਡਾਕਟਰ ਸਾਹਿਬ ਨਾਲ ਕਰਦੇ ਆ। ਡਾਕਟਰ ਸਾਹਿਬ ਥੋੜਾ ਜਿਹਾ ਦੱਸਿਓ ਕਿ ਜਿਹੜਾ ਕਾਰਜ ਪੁਰਾਤਨ ਬੀੜਾਂ ਤੋਂ ਜਿਹੜੀਆਂ ਸਾਡੀਆਂ ਪਦ ਛੇਦ ਬੀੜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪਣ ਲੱਗੀ, ਤਕਰੀਬਨ ਮੈਂ ਵੀ ਰਿਸਰਚ ਕਰ ਰਿਹਾ ਸੀ, 52 ਤੋਂ ਬਾਅਦ 66 ਤੋਂ ਬਾਅਦ ਇਹ ਬੀੜਾਂ ਛਪਣੀਆਂ ਸ਼ੁਰੂ ਹੋਈਆਂ। ਕਈ ਕਮੇਟੀਆਂ ਵੀ ਬੈਠੀਆਂ, ਬੜਾ ਵਿਦਵਾਨਾਂ ਨੇ ਖੋਜ ਕੀਤੀ। ਸਰਦਾਰ ਜੋਗਿੰਦਰ ਸਿੰਘ ਤਲਵਾੜਾ, ਪ੍ਰਿੰਸੀਪਲ ਹਰਭਜਨ ਸਿੰਘ ਤੇ
ਨਾਲ ਦੀ ਨਾਲ ਮੈਂ ਜਦੋਂ ਹੋਰ ਨਾਮ ਦੇਖ ਰਿਹਾ ਸੀ, ਸਰਦਾਰ ਸ਼ਮਸ਼ੇਰ ਸਿੰਘ, ਅਸ਼ੋਕ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਕਟਰ ਅਮਰ ਸਿੰਘ ਸੀ, ਪ੍ਰਿੰਸੀਪਲ ਭਰਪੂਰ ਸਿੰਘ ਸਨ, ਇਹਨਾਂ ਸਾਰਿਆਂ ਨੇ ਕੰਮ ਕੀਤਾ। ਜਦੋਂ ਪੁਰਾਤਨ ਬੀੜਾਂ ਦਾ ਨਿਰਣੇ ਕੀਤਾ, ਵੇਖਿਆ ਕਿ ਜਿਉਂ-ਜਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀੜਾਂ ਛਾਪਣੀਆਂ ਸ਼ੁਰੂ ਕੀਤੀਆਂ, ਉਹਦੇ ਵਿੱਚ ਪਾਠ ਭੇਦ ਰਹਿ ਗਏ। ਅਸੀਂ ਗਲਤੀ ਕਹਿਣ ਲੱਗੇ ਹਾਂ, ਥੋੜਾ ਜਿਹਾ ਗੁਰੇਜ਼ ਕਰਦੇ ਹਾਂ ਕਿਉਂਕਿ ਸ਼ਬਦ ਸਾਡਾ ਗੁਰੂ ਹੈ। ਜੀ ਜੀ ਜੀ, ਬਿਲਕੁਲ। ਤੇ ਪਾਠ ਭੇਦ ਰਹਿ ਗਏ। ਉਹਨਾਂ ਪਾਠ ਭੇਦਾਂ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਵਿਦਵਾਨਾਂ ਨੂੰ ਬੁਲਾ ਕੇ, ਮੈਂ ਹੁਣ ਬੀਬਾ ਜੀ ਨਾਲ ਵੀ ਇਹੀ ਗੱਲ ਕਰ ਰਿਹਾ ਸੀ, ਸ਼੍ਰੋਮਣੀ ਕਮੇਟੀ ਨੇ ਕਦੇ ਉਪਰਾਲਾ ਨਹੀਂ ਕੀਤਾ ਕਿ ਅਸੀਂ ਵਿਦਵਾਨਾਂ ਦਾ ਇੱਕ ਇਕੱਠ ਬੁਲਾਈਏ, ਨਾ ਕਿ ਮੇਰੀ ਇੱਕ ਕਮਜ਼ੋਰੀ ਹੈ, ਪਤਾ ਨਹੀਂ ਕਿਉਂ ਤੁਹਾਡੇ ਨਾਲ ਪਹਿਲੀ ਵਾਰੀ ਗੱਲ ਕਰ ਰਹੇ ਹਾਂ, ਮੈਂ ਕਈ ਵਾਰੀ ਸ਼ਬਦ ਧੂਤਾ ਵਰਤਦਾ ਹੁੰਨਾ। ਧੂਤਾ ਹੁੰਦਾ ਜਦੋਂ ਮਤੀਰੇ ਦੇ ਉੱਤੇ ਕੱਪੜਾ ਰੱਖ ਦਿਓ ਤੇ ਭਾਵੇਂ ਉੱਤੇ ਪੱਗ ਬੰਨ੍ਹਦੇ, ਭਾਵੇਂ ਚੁੰਨੀ ਪਾ ਦਿਓ, ਪਤਾ ਨਹੀਂ ਹੁੰਦਾ ਕੀ ਹੈ। ਜਦੋਂ ਇਕੱਠ ਤੁਸੀਂ ਸਿੱਖਾਂ ਦਾ ਤੇ ਵਿਦਵਾਨਾਂ ਦਾ ਨਹੀਂ ਕਰੋਗੇ, ਫਿਰ ਇਉਂ ਲੱਗਦਾ ਕਿ ਧੂਤੇ ਇਕੱਠੇ ਹੋਏ ਨੇ, ਫੈਸਲਾ ਤਾਂ ਕੀਤਾ ਨਹੀਂ ਕੋਈ। ਅੱਜ ਲੋੜ ਨਹੀਂ ਸੀ ਕਿ ਪੰਥ ਨੂੰ ਵਿਦਵਾਨ ਇਕੱਠੇ ਕਰਕੇ ਬਿਠਾ ਕੇ, ਜਿਹੜਾ ਸ਼ੰਕਾ ਮਨ ਦੇ ਵਿੱਚ ਹਰੇਕ ਸਿੱਖ ਦੇ ਪੈ ਰਿਹਾ, ਉਹਨੂੰ ਦੂਰ ਕਰਨ ਲਈ ਇਹ ਡਿਊਟੀ ਬਣਦੀ ਸੀ ਅਕਾਲ ਤਖਤ ਸਾਹਿਬ ਦੀ ਵੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ 70 ਵਰ੍ਹਿਆਂ ਤੋਂ ਜਿਹੜਾ ਪਿਆ ਸ਼ੰਕਾ, ਇਹਨੂੰ ਨਿਵਰਤ ਕਰੀਏ ਕਿਸੇ ਨਾ ਕਿਸੇ ਤਰੀਕੇ ਨਾਲ। ਤੁਸੀਂ ਇਹਨੂੰ ਕਿਵੇਂ ਲੈਂਦੇ ਹੋ? ਇਹਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਬੜੀ ਦਿਲਚਸਪ ਗੱਲ ਆ, ਸ਼ਾਇਦ ਉਹ ਬਹੁਤ ਸਾਰੇ ਜਿਹੜੇ ਸੱਜਣ ਨੇਗੇ ਜਾਂ ਸਰੋਤੇ ਨੇਗੇ ਜਿਹੜੇ ਆਪਣੇ, ਉਹਨਾਂ ਨੇ ਨਾ ਸੁਣੀ ਹੋਵੇ। ਜਦੋਂ ਅਸੀਂ ਅਕਸਰ ਦੇਖਦੇ ਆਂਗੇ ਕਿ ਜਦੋਂ ਅਸੀਂ ਪਾਠ ਭੇਦਾਂ ਦੀ ਗੱਲ ਕਰਦੇ ਆਂਗੇ ਕਿ ਪਾਠ ਭੇਦ ਜਿਹੜੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇਗੇ, ਇਹਨਾਂ ਵਿੱਚ ਕਦੋਂ ਆਏ, ਤਾਂ ਡੇਰੇਦਾਰਾਂ ਦਾ ਜਾਂ ਜਿਹੜੇ ਰੂੜੀਵਾਦੀ ਲੋਕ ਨੇਗੇ, ਜਾਂ ਆਪਾਂ ਉਹਨਾਂ ਨੂੰ ਪਰੰਪਰਾਵਾਦੀ ਕਹਿ ਲਈਏ ਜਾਂ ਸੰਪਰਦਾਇ ਕਹਿ ਲਈਏ, ਕੁਛ ਵੀ ਕਹਿ ਲਈਏ, ਉਹ ਆਪਣੀ ਆਪਣੀ ਸਹੂਲਤ ਹੈ। ਉਹਨਾਂ ਦਾ ਇੱਕ ਸੌਖਾ ਜਿਹਾ ਜਿਹੜਾ ਜਵਾਬ ਹੁੰਦਾ ਗਾ, ਉਹ ਇਹ ਹੁੰਦਾ ਗਾ ਕਿ ਜਦੋਂ ਪਾਠ ਭੇਦ ਉਹ ਪੈਦਾ ਹੁੰਦੇ ਨੇ, ਇਹ ਉਹ ਟਾਈਮ ਸੀਗਾ ਜਿਸ ਵਕਤ ਲੜੀਵਾਰ ਸਰੂਪਾਂ ਤੋਂ ਪਾਦਸ਼ੇਦ ਸਰੂਪਾਂ ਦਾ ਜਿਹੜਾ ਇੱਕ ਸਫ਼ਰ ਆ ਉਹ ਸ਼ੁਰੂ ਹੁੰਦਾ। ਇਹ ਅਸੀਂ ਅਕਸਰ ਹੀ ਦੇਖਿਆ ਗਾ ਕਿ ਜਦੋਂ ਜੀ ਪਾਦਸ਼ੇਦ ਸਰੂਪ ਸੀਗੇ ਉਹ ਪ੍ਰਿੰਟ ਹੋਣੇ ਸ਼ੁਰੂ ਹੋ ਗਏ, ਉਸ ਵੇਲੇ ਜਿਹੜੇ ਸੀਗੇ ਇਹ ਪਾਠ ਭੇਦਾਂ ਦੀ ਜਿਹੜੀ ਇੱਕ ਸਮੱਸਿਆ ਸੀਗੀ ਉਹ ਸਾਡੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਆ। ਇਹ ਕਾਫੀ ਆਮ ਹੀ ਜਿਹੜਾ ਹੈਗਾ ਸੁਣਾਈ ਦੇਣ ਵਾਲਾ ਇੱਕ ਜਿਹੜਾ ਹੈਗਾ, ਮੈਂ ਇਹਨੂੰ ਇੱਕ ਜੁਮਲਾ ਹੀ ਕਹਾਂਗਾ। ਕਾਰਨ ਇਹਦਾ ਕੀ ਹੈਗਾ, ਉਹ ਇਹ ਹੈਗਾ ਕਿ ਜਿਸ ਵਕਤ ਸ਼੍ਰੋਮਣੀ ਕਮੇਟੀ ਪਾਠ ਭੇਦਾਂ ਦੀ ਸੂਚੀ ਜਿਹੜੀ ਆਪਣੀ ਕਿਤਾਬ ਹੈਗੀ ਉਹਨੂੰ ਰਿਲੀਜ਼ ਕਰਦੀ ਹੈਗੀ 1977 ਦੇ ਵਿੱਚ, ਤਾਂ ਉਸ ਦੇ ਮੁੱਖ ਬੰਦ ਦੇ ਵਿੱਚ ਹੀ ਜਿਹੜੇ ਵਿਦਵਾਨ ਸੀਗੇ, ਜਿਹੜੀ ਕਮੇਟੀ ਨੇ ਇਹ ਨਿਰਣਾ ਕੀਤਾ ਸੀਗਾ ਕਿ ਪਾਠ ਭੇਦ ਕਿੱਥੇ ਕਿੱਥੇ ਪਏ ਨੇਗੇ, ਉਹਨਾਂ ਨੇ ਇੱਕ ਬੜੀ ਨੋਟ ਕਰਨ ਵਾਲੀ ਜਿਹੜੀ ਗੱਲ ਸੀਗੀ ਉਹ ਇਹ ਲਿਖੀ ਸੀਗੀ ਕਿ ਜਿਸ ਸਮੇਂ ਘੱਲੂ ਘਾਰੇ ਹੋਏ ਨੇਗੇ ਸਿੱਖਾਂ ਦੇ ਵਿੱਚ, 18ਵੀਂ ਸਦੀ ਦੀ ਗੱਲ ਕਰ ਰਹੇ ਹਾਂ ਆਪਾਂ, ਉਸ ਸਮੇਂ ਜਿਹੜੀਆਂ ਸਾਡੇ ਕੋਲ ਪੁਰਾਤਨ ਬੀੜਾਂ ਸੀਗੀਆਂ ਉਹਨਾਂ ਦੀ ਸੇਵਾ ਸੰਭਾਲ ਉਸ ਤਰ੍ਹਾਂ ਨਹੀਂ ਹੋਈ ਜਿਸ ਤਰ੍ਹਾਂ ਹੋਣੀ ਚਾਹੀਦੀ ਸੀਗੀ। ਦੂਜਾ ਉਹ ਕਾਫੀ ਬਿਰਧ ਹੋ ਚੁੱਕੀਆਂ ਸੀਗੀਆਂ ਤੇ ਇਸ ਕਰਕੇ ਉਹ ਸਾਡੇ ਕੋਲੇ ਜਿਹੜੀਆਂ ਹੈਗੀਆਂ ਸੀਗੀਆਂ ਉਹ ਗੁੰਮ ਹੋ ਜਾ ਰਹੀਆਂ ਸੀਗੀਆਂ ਜਾਂ ਨਸ਼ਟ ਹੋ ਰਹੀਆਂ ਸੀਗੀਆਂ। ਤੇ ਇਸ ਲਈ ਕਹਿੰਦੇ ਵੀ ਉਸ ਸਮੇਂ ਜਿਹੜੇ ਸਾਨੂੰ ਸਰੂਪਾਂ ਦੀ ਲੋੜ ਸੀਗੀ, ਉਹਨਾਂ ਨੂੰ ਜਲਦੀ ਜਿਹੜੇ ਸਿੱਖ ਸੀਗੇ ਜਾਂ ਕੋਈ ਹੋਰ ਸ਼ਰਧਾਲੂ ਸੀ ਉਹਨਾਂ ਨੇ ਲਿਖਣਾ ਸ਼ੁਰੂ ਕਰਤਾ, ਤੇ ਉਸੇ ਕਾਹਲੀ ਦੀ ਵਜ੍ਹਾ ਕਰਕੇ ਸਾਡੇ ਜਿਹੜੇ ਸਰੂਪ ਸੀਗੇ ਉਹਨਾਂ ਦੇ ਵਿੱਚ ਪਾਠ ਭੇਦ ਪੈਦਾ ਹੋਣੇ ਸ਼ੁਰੂ ਹੋ ਗਏ। ਬੇਸ਼ੱਕ ਉਹ ਲੜੀਵਾਰ ਸੀਗੇ। ਇੱਕ ਗੱਲ ਤਾਂ ਇਹ ਧਿਆਨ ਵਾਲੇ ਰੱਖਣ ਵਾਲੀ ਗੱਲ ਹੈ ਕਿ ਜਿਹੜੀ ਪਾਠ ਭੇਦਾਂ ਦਾ ਅਸੀਂ ਅਕਸਰ ਇਹ ਦੋਸ਼ ਲਾ ਦਿੰਦੇ ਹੈਗੇ ਕਿ ਜੀ ਪਾਦਸ਼ੇਦ ਬੀੜਾਂ ਦੇ ਵਿੱਚ ਆ ਗਏ, ਇਹ ਬਿਲਕੁਲ ਨਿਰਮੂਲ ਹੈਗਾ। ਪਾਠ ਭੇਦ ਜਿਹੜੇ ਸੀਗੇ ਉਹ ਲੜੀਵਾਰ ਸਰੂਪਾਂ ਦੇ ਵਿੱਚ ਵੀ ਸਾਨੂੰ ਮਿਲਦੇ ਸੀਗੇ। ਦੂਸਰੀ ਗੱਲ ਇਹ ਸੀਗੀ ਕਿ ਜਦੋਂ ਪਾਦਸ਼ੇਦ ਬੀੜਾਂ ਦੇ ਵਿੱਚ ਪਾਠ ਭੇਦ ਆਉਂਦੇ ਨੇਗੇ, ਪਾਠ ਭੇਦਾਂ ਤੋਂ ਇੱਕ ਵੱਡੀ ਸਮੱਸਿਆ ਪਾਠ ਦੀ ਹੀ ਸੀਗੀ। ਇੱਕ ਪਾਠ ਭੇਦ ਅਸੀਂ ਉਹ ਲਗਾਉਂਦੇ ਹੈਗੇ ਕਿ ਇੱਕ ਸਪੈਲਿੰਗ ਮਿਸਟੇਕ ਹੋ ਗਈ ਸੀ, ਕਿਤੇ ਲਗ ਮਾਤਰਾ ਵੱਧ ਲੱਗ ਗਈ, ਕਿਤੇ ਘੱਟ ਲੱਗ ਗਈ, ਅਸੀਂ ਅਕਸਰ ਉਹਨਾਂ ਨੂੰ ਹੈ ਜੋ ਪਾਠ ਭੇਦ ਦੇਗੇ ਉਸ ਨਾਮ ਨਾਲ ਯਾਦ ਕਰ ਲੈਂਦੇ ਹਾਂ। ਪਰ ਵੱਡੀ ਸਮੱਸਿਆ ਇਹ ਵੀ ਆਈ ਸੀਗੀ ਕਿ ਕੁਛ ਵਿਅਕਤੀਆਂ ਜਾਂ ਸੰਸਥਾਵਾਂ ਨੇ ਪੂਰੇ ਜਿਹੜੇ ਪਾਠ ਸੀਗੇ ਉਹਨਾਂ ਨੂੰ ਹੀ ਤਬਦੀਲ ਕਰਨਾ ਸ਼ੁਰੂ ਕਰਤਾ। ਜਿਸ ਤਰ੍ਹਾਂ ਮੰਗਲਾ ਚੰਦ ਸੀਗੇ, ਪੁਰਾਤਨ ਬੀੜਾਂ ਦੇ ਵਿੱਚ ਜਿਹੜੇ ਮੰਗਲਾ ਚੰਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਨੇਗੇ, ਉਹ
ਬਾਣੀ ਦੇ ਸਿਰਲੇਖ ਤੋਂ ਪਹਿਲਾਂ ਆਉਂਦੇ ਸੀਗੇ, ਹੁਣ ਵਾਲਾ ਦੇ ਵਿੱਚ ਉਹ ਬਾਅਦ ਵਿੱਚ ਆਉਣ ਲੱਗ ਗਏ। ਕੁਛ ਮੰਗਲਾਚਾਰ ਤਾਂ ਮਤਲਬ ਵੀ ਆਪਣੀ ਜਿਹੜਾ ਹੈਗਾ ਗਾ ਇੱਕ ਪੂਰਾ ਸਟਰਕਚਰ ਹੀ ਡਾਵਾਡੋਲ ਸਥਿਤੀ ਦੇ ਵਿੱਚ ਲੈ ਕੇ ਖੜੇ ਨੇ ਅੱਜ ਸਾਡੇ ਸਾਹਮਣੇ, ਤੇ ਸਾਨੂੰ ਪਤਾ ਹੀ ਲੱਗ ਰਿਹਾ ਕਿ ਇਹਨਾਂ ਨੂੰ ਅਸੀਂ ਰੱਖੀਏ ਤੇ ਰੱਖੀਏ ਕਿੱਥੇ। ਜਿਹੜੀ ਇੱਕ ਅਗਲੀ ਹੋਰ ਸਮੱਸਿਆ ਇਹ ਆਈ ਸੀਗੀ ਕਿ ਜਦੋਂ ਅਸੀਂ ਪਾਠ ਭੇਦਾਂ ਦੀ ਅਸ਼ੁੱਧੀਆਂ ਦੀ ਗੱਲ ਕਰਦੇ ਹਾਂ ਕਿ ਅਸ਼ੁੱਧੀਆਂ ਆ ਗਈਆਂ, ਤਾਂ ਸਾਡੇ ਕੋਲੇ ਇੱਕ ਵੱਡੀ ਸਮੱਸਿਆ ਇਹ ਆਉਂਦੀ ਹੈਗੀ ਕਿ ਅਸੀਂ ਇਹ ਨਿਰਣਾ ਨਹੀਂ ਕਰ ਪਾ ਰਹੇ ਕਿ ਇਹ ਅਸ਼ੁੱਧੀਆਂ ਕਿਸ ਬੀੜ ਦੇ ਆਧਾਰ ਤੇ ਆ ਰਹੀਆਂ ਨੇ। ਕੀ ਇਹ ਕਰਤਾਰਪੁਰੀ ਬੀੜ ਦੇ ਆਧਾਰ ਤੇ ਆ ਰਹੀਆਂ ਨੇਗੀਆਂ, ਜਿਹੜੀ ਅਸੀਂ ਗੁਰੂ ਸਾਹਿਬ ਦੁਆਰਾ ਲਿਖਤ ਮੰਨੀ ਜਾਂਦੇ ਹੈਗੇ ਕਿ ਇਹ ਗੁਰੂ ਸਾਹਿਬ ਦੁਆਰਾ ਲਿਖਤ ਹੈਗੀ। ਹਾਲਾਂਕਿ ਇਸ ਬਾਰੇ ਵੱਖ-ਵੱਖ ਰਾਵਾਂ ਨੇਗੀਆਂ, ਕੁਛ ਵਿਦਵਾਨ ਮੰਨਦੇ ਨੇ, ਕੁਛ ਨਹੀਂ ਮੰਨਦੇ, ਇਹ ਇੱਕ ਵੱਖਰੀ ਸਮੱਸਿਆ ਹੈਗੀ। ਜਾਂ ਇਹ ਉਸ ਬੀੜ ਦੇ ਉੱਤੇ ਆ ਰਹੀਆਂ ਨੇ ਜਿਹੜੀ ਸਾਡੇ ਕੋਲੇ ਅੱਜ ਸਭ ਤੋਂ ਜ਼ਿਆਦਾ ਇੱਕ ਪੁਰਾਤਨ ਖਾਲੜਾ ਦੇ ਰੂਪ ਦੇ ਵਿੱਚ ਪਈ ਹੈਗੀ। ਜੇ ਇਹ ਦੋ ਹੀ ਗੱਲਾਂ ਸਹੀ ਨੇਗੀਆਂ ਤਾਂ ਸਾਨੂੰ ਜਾਂ ਬਾਕੀ ਸਿੱਖ ਸੰਗਤਾਂ ਨੂੰ ਇਹ ਦੱਸਿਆ ਜਾਵੇ ਕਿ ਸਾਡੇ ਕੋਲ ਜਿਹੜੀ ਹੁਣ ਬੀੜ ਹੈਗੀ ਇਸ ਦਾ ਮਿਲਾਨ ਜਿਹੜੀ ਕਰਤਾਰਪੁਰੀ ਬੀੜ ਹੈਗੀ ਜਾਂ ਸਭ ਤੋਂ ਪੁਰਾਣੀ ਬੀੜ ਆ ਉਸ ਦੇ ਨਾਲ SGPC ਨੇ ਕਿਸ ਸਮੇਂ ਕੀਤਾ ਸੀਗਾ। ਜਦੋਂ ਸਾਨੂੰ ਇਹੀ ਨਹੀਂ ਪਤਾ ਹੈਗਾ ਕਿ ਅਸੀਂ ਜਿਹੜੀਆਂ ਅਸ਼ੁੱਧੀਆਂ ਦੀ ਗੱਲ ਕਰ ਰਹੇ ਹਾਂਗੇ ਉਹ ਕਿਸ ਬੀੜ ਦੇ ਆਧਾਰ ਦੇ ਉੱਤੇ ਕਰ ਰਹੇ ਹਾਂਗੇ, ਫਿਰ ਅਸੀਂ ਇਹ ਕਿਵੇਂ ਨਿਰਣਾ ਕਰ ਲਵਾਂਗੇ ਕਿ ਸਾਡੇ ਕੋਲ ਇੰਨੀਆਂ ਅਸ਼ੁੱਧੀਆਂ ਨੇਗੀਆਂ ਜਾਂ ਇਹ ਅਸ਼ੁੱਧੀਆਂ ਇਸ ਸਮੇਂ ਆਈਆਂ ਨੇਗੀਆਂ। ਕਿਉਂਕਿ ਇੱਕ ਮੈਂ ਸ਼ਬਦ ਜਿਹੜਾ ਹੈਗਾ ਪਿਛਲੇ ਦਿਨੀ ਮੈਂ ਇੱਕ ਸ਼ਬਦ ਦੀ ਐਗਜ਼ਾਮਪਲ ਦਿੱਤੀ ਸੀਗੀ ਕਿ ਗੁਰਬਾਣੀ ਦੇ ਵਿੱਚ ਜਿਹੜਾ ਇੱਕ ਸ਼ਬਦ ਵਰਤਿਆ ਜਾਂਦਾ ਹੈਗਾ ਕਾਇਆ। ਕਾਇਆ ਜਿਹੜਾ ਹੈ ਉਸਦਾ ਕੋਈ ਅਰਥ ਨਹੀਂ ਹੈ, ਸ਼ਬਦ ਹੈ ਕਾਇਆ। ਹਾਲਾਂਕਿ ਬਾਅਦ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਕਾਇਆ ਦੇ ਅਰਥ ਵੀ ਕਾਇਆ ਦੇ ਰੂਪ ਵਿੱਚ ਹੀ ਕਰਦੇ ਹੋਏ ਉਹਦਾ ਇੱਕ ਸਰੀਰ ਦੇ ਰੂਪ ਦੇ ਵਿੱਚ ਭਾਵ ਦੱਸਿਆਗਾ। ਤੇ ਪਰ ਫਿਰ ਉਸ ਤੋਂ ਬਾਅਦ ਮੇਰੇ ਧਿਆਨ ਦੇ ਵਿੱਚ ਆਏਗਾ ਕਿ ਕੁਛ ਜਿਹੜੀਆਂ ਹੱਥ ਲਿਖਤ ਬੀੜਾਂ ਨੇਗੀਆਂ ਉਹਨਾਂ ਦੇ ਵਿੱਚ ਵੀ ਸ਼ਬਦ ਕਾਇਆ ਵਰਤਿਆ ਗਿਆ। ਜਦੋਂ ਕਿ ਅਸੀਂ ਸਪਸ਼ਟ ਰੂਪ ਦੇ ਵਿੱਚ ਜਦੋਂ ਸਾਨੂੰ ਪਾਠ ਦੀ ਸੰਥਿਆ ਕਰਾਈ ਜਾਂਦੀ ਹੈਗੀ ਜਾਂ ਗੁਰਬਾਣੀ ਦੀ ਸਟੱਡੀ ਕਰਾਈ ਜਾਂਦੀ ਆ ਤਾਂ ਉੱਥੇ ਸਪਸ਼ਟ ਰੂਪ ਦੇ ਵਿੱਚ ਦੱਸਿਆ ਜਾਂਦਾ ਕਿ ਜਿਸ ਸਮੇਂ ਗੁਰੂ ਸਾਹਿਬ ਨੇ ਬਾਣੀ ਦਾ ਉਚਾਰਨ ਕੀਤਾ ਜਾਂ ਬਾਣੀ ਲਿਖਤੀ ਰੂਪ ਦੇ ਵਿੱਚ ਆਈ ਪਹਿਲੀ ਵਾਰੀ, ਉਹਨਾਂ ਦਿਨਾਂ ਦੇ ਵਿੱਚ ਨਾ ਤਾਂ ਗੁਰਮੁਖੀ ਸਕ੍ਰਿਪਟ ਦੇ ਵਿੱਚ ਅੱਧਕ ਦੀ ਵਰਤੋਂ ਕੀਤੀ ਜਾਂਦੀ ਸੀਗੀ ਤੇ ਨਾ ਹੀ ਬਿੰਦੀ ਦੀ ਕੀਤੀ ਜਾਂਦੀ ਸੀ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਕਿ ਜਦੋਂ ਅਸੀਂ ਹੱਥ ਲਿਖਤ ਬੀੜਾਂ ਦੇ ਵਿੱਚ ਜਾਂ ਲੜੀਵਾਰ ਬੀੜਾਂ ਦੇ ਵਿੱਚ ਵੀ ਇੱਕ ਪਾਠ ਨੂੰ ਗਲਤ ਦੇਖਦੇ ਆ, ਫਿਰ ਅਸੀਂ ਇਹ ਗੱਲ ਕਿਉਂ ਬਾਰ-ਬਾਰ ਦੁਹਰਾਈ ਜਾਂਦੇ ਹੈਗੇ ਕਿ ਜਦੋਂ ਪਾਤਸ਼ਾਹੀ ਬੀੜਾਂ ਆਈਆਂ ਉਸੇ ਵੇਲੇ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸ਼ੁੱਧੀਆਂ ਪੈਦਾ ਹੋਈਆਂ ਨੇ। ਪਹਿਲਾਂ ਤਾਂ ਸਾਨੂੰ ਇਹ ਨਿਰਣਾ ਕਰਨਾ ਪਏਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਅਸ਼ੁੱਧੀਆਂ ਦਾ ਅਸੀਂ ਵਾਰ-ਵਾਰ ਜ਼ਿਕਰ ਕਰਦੇ ਹੈਗੇ ਉਹ ਸਾਨੂੰ ਪਹਿਲੀ ਵਾਰੀ ਪ੍ਰਾਪਤ ਕਦੋਂ ਹੁੰਦੀਆਂ ਨੇ। ਜਦੋਂ ਤੱਕ ਅਸੀਂ ਇਹ ਨਿਰਣਾ ਨਹੀਂ ਕਰਦੇ ਉਸ ਵੇਲੇ ਤੱਕ ਤਾਂ ਇਹ ਗੱਲਾਂ ਕਰਨ ਦਾ ਕੋਈ ਅਰਥ ਹੀ ਨਹੀਂ ਗਾ ਕਿ ਜੀ ਇਹ ਸ਼ੁੱਧੀਆਂ ਪਾਤਸ਼ਾਹੀ ਬੀੜਾਂ ਕਰਕੇ ਆਈਆਂ ਨੇ, ਇਹ ਮਿਸ਼ਨੀਆਂ ਨੇ ਪਾਈਆਂ ਨੇ, ਇਹ ਫਲਾੜਿਆਂ ਨੇ ਪਾਈਆਂ ਨੇ, ਤੇ ਮਕਾਣਿਆਂ ਨੇ ਪਾਈਆਂ ਨੇ, ਇਹਨਾਂ ਗੱਲਾਂ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਤੇ ਸਭ ਤੋਂ ਪਹਿਲਾਂ ਇਸ ਲਈ ਮੈਨੂੰ ਇਹ ਲੱਗਦਾ ਗਾ ਕਿ ਜਦੋਂ ਅਸੀਂ ਪਾਠ ਭੇਦਾਂ ਦੀ ਸਮੱਸਿਆ ਨੂੰ ਹੱਲ ਕਰਨ ਵੱਲ ਵਧਾਂਗੇ ਉਸ ਸਮੇਂ ਸਭ ਤੋਂ ਜ਼ਿਆਦਾ ਜ਼ਰੂਰੀ ਕਾਰਜ ਇਹ ਹੈਗਾ ਕਿ ਕਮੇਟੀ ਵੱਲੋਂ ਜਾਂ ਅਕਾਲ ਤਖ਼ਤ ਸਾਹਿਬ ਵੱਲੋਂ ਸਾਨੂੰ ਜਾਂ ਪੂਰੇ ਸਿੱਖ ਪੰਥ ਨੂੰ ਇਹ ਦੱਸਿਆ ਜਾਏ ਕਿ ਸਿੱਖਾਂ ਕੋਲ ਅੱਜ ਸਭ ਤੋਂ ਪੁਰਾਣਾ ਜਿਹੜਾ ਸਰੂਪ ਹੈਗਾ ਉਹ ਕਿਹੜਾ ਹੈਗਾ, ਤੇ ਜਿਹੜਾ ਸਰੂਪ ਅਸੀਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਕਰਦੇ ਹਾਂ ਕਿ ਇਸ ਦਾ ਉਸ ਦੇ ਨਾਲ ਆਖਰੀ ਵਾਰ ਮਿਲਾਨ ਕਦੋਂ ਕੀਤਾ ਗਿਆ ਸੀਗਾ, ਤੇ ਉਸ ਤੋਂ ਬਾਅਦ ਹੀ ਗੱਲ ਅੱਗੇ ਤੁਰੇਗੀ। ਜੇ ਅਸੀਂ ਏਦਾਂ ਹੀ ਕਹੀ ਚੱਲਾਂਗੇ ਕਿ ਹੁਣ ਵਾਲੇ ਸਰੂਪ ਚ ਇੰਨੀਆਂ ਸ਼ੁੱਧੀਆਂ ਨੇ ਜੀ, ਉਸ ਤੋਂ ਪਹਿਲਾਂ ਵਾਲੇ ਚ ਇੰਨੀਆਂ ਸੀਗੀਆਂ, ਫਿਰ ਇਹ ਮਸਲਾ ਬਿਲਕੁਲ ਨਹੀਂ ਹੱਲ ਹੋਣ ਲੱਗਿਆ ਹੈਗਾ। ਤੇ ਪਰ ਇਹ ਜ਼ਿੰਮੇਵਾਰੀ ਜਿਹੜੀ ਹੈ ਜੀ ਇਹ ਪਰ ਤਾਂ ਫਿਰ ਜਿੰਨਾ ਹਾਂਜੀ ਇਹ ਤਾਂ ਫਿਰ ਇਹਦਾ ਮਤਲਬ ਹੈ ਸ਼ਰਧਾ ਦਾ ਜਾਂ ਵਿਸ਼ਵਾਸ ਦਾ ਜਾਂ ਸੰਪਰਦਾਇਆਂ ਦਾ ਕੰਮ ਤਾਂ ਨਹੀਂ, ਇਹ ਤਾਂ ਕੰਮ ਹੈ ਵਿਦਵਾਨਾਂ ਦਾ, ਜਿਹੜੇ ਵਿਆਕਰਨ ਨਾਲ ਸੰਬੰਧਿਤ ਵਿਦਵਾਨ ਨੇ, ਗੁਰਬਾਣੀ ਦੀ ਵਿਆਕਰਨ ਨੂੰ ਸਮਝਦੇ ਨੇ ਬੜੇ ਧਿਆਨ ਦੇ ਨਾਲ, ਤਾਂ ਉਹੀ ਕਰ ਸਕਦੇ ਆ। ਬਿਲਕੁਲ। ਇਹ ਦੇਖੋ ਮੈਂ ਬਾਰ-ਬਾਰ ਇਹੀ ਗੱਲ ਕਹਿ ਰਿਹਾ ਕਿ ਜਦੋਂ ਇਹ ਅਕਾਲ ਤਖ਼ਤ ਨੇ ਮਸਲਾ ਪੰਥਕ ਬਣਾਤਾ ਨਾ, ਪਹਿਲਾਂ ਹੀ ਸਮੱਸਿਆ ਉਸ ਵੇਲੇ ਹੋਰ ਗੰਭੀਰ ਹੋ ਜਾਂਦੀ ਹੈਗੀ, ਕਿਉਂਕਿ ਪੰਥਕ ਮਸਲਾ ਉਸ ਵੇਲੇ ਹੁੰਦਾ ਗਾ ਕਿ ਜਦੋਂ ਉਸ ਵਿਸ਼ੇ ਦੇ ਨਾਲ ਪੂਰਾ ਪੰਥ ਜੁੜਿਆ ਹੋਵੇ। ਪੂਰੇ ਪੰਥ ਨੂੰ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਜਿਹੜੀਆਂ ਪ੍ਰੋਬਲਮ ਫੇਸ ਕਰਦੇ ਹੈਗੇ
ਉਹਨਾਂ ਦੀ ਬੇਸਿਕ ਜਾਣਕਾਰੀ ਹੀ ਨਹੀਂ ਹੈਗੀ। ਇਹ ਮਸਲਾ ਜਿਹੜਾ ਸੀਗਾ ਇਹ ਉਹਨਾਂ ਬੰਦਿਆਂ ਦਾ ਸੀਗਾ ਜਿਨ੍ਹਾਂ ਦਾ ਪੁਰਾਤਨ ਖਰੜਿਆਂ ਦੇ ਉੱਤੇ ਕੰਮ ਆਗਾ, ਜਿਨ੍ਹਾਂ ਦਾ ਗੁਰਬਾਣੀ ਵਿਆਕਰਨ ਦੇ ਉੱਤੇ ਜਾਂ ਗੁਰਬਾਣੀ ਦੀ ਜਿਹੜੀ ਇੱਕ ਲਿਖਤ ਵਿਧੀ ਹੈਗੀ ਜਾਂ ਜੁਗਤ ਹੈਗੀ ਉਸ ਦੇ ਉੱਤੇ ਕੰਮ ਆਗਾ। ਇਹ ਉਹਨਾਂ ਬੰਦਿਆਂ ਤੋਂ ਕਰਵਾਉਣ ਵਾਲੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਨੂੰ ਇਹਨਾਂ ਨੇ ਮਤਲਬ ਡੇਰੇਦਾਰਾਂ ਦੇ ਵੱਸ ਪਾ ਛੱਡਿਆ ਗਾ। ਤੇ ਇਹ ਤਾਂ ਜੇ ਇਹ ਨਹੀਂ ਹੱਲ ਰਿਹਾ ਫਿਰ ਤਾਂ ਮੈਨੂੰ ਕੋਈ ਇਹਦੇ ਵਿੱਚ ਨਿਰਸੰਕੋਚ ਮੈਂ ਕਹਿ ਸਕਦਾ ਗਾ ਕਿ ਇਹ ਮਸਲਾ ਇਹਨਾਂ ਤੋਂ ਕਦੇ ਹੱਲ ਹੀ ਨਹੀਂ ਹੋਣਾ ਹੈਗਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ। ਜੀ ਬਿਲਕੁਲ ਜੀ। ਡਾਕਟਰ ਸਾਹਿਬ ਮੈਂ ਅੱਜ ਕਿਉਂਕਿ ਪਹਿਲੀ ਵਾਰ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ, ਦੁਨੀਆ ਭਰ ਦੇ ਵਿੱਚ ਜਿਹੜੇ ਸਰੋਤੇ ਨੇ ਉਹ ਤੁਹਾਨੂੰ ਸੁਣ ਵੀ ਰਹੇ ਨੇ, ਇੱਕ ਇੱਕ ਸ਼ਬਦ ਤੁਹਾਡਾ ਧਿਆਨ ਨਾਲ ਸੁਣ ਰਹੇ ਨੇ। ਮੈਂ ਬੇਨਤੀ ਕਰਾਂਗਾ ਕਿ ਹੁਣ ਮੈਂ ਲਾਈਨਾਂ ਖੋਲ ਰਿਹਾ, ਜਿਹੜੇ ਦੋਨਾਂ ਵਿਸ਼ਿਆਂ ਦੇ ਉੱਤੇ ਡਾਕਟਰ ਪਰਮਿੰਦਰ ਸਿੰਘ ਉਹਨਾਂ ਨੇ ਗੱਲਬਾਤ ਕੀਤੀ ਹੈ, ਸਿਰਫ ਇਸੇ ਵਿਸ਼ੇ ਦੇ ਉੱਤੇ ਕੋਈ ਤੁਹਾਡਾ ਸਵਾਲ ਹੈ 1844 247 1550 1844 247 1550 ਤੇ ਸਵਾਲ ਕਰ ਸਕਦੇ ਹੋ। ਡਾਕਟਰ ਸਾਹਿਬ ਨੂੰ ਭਾਵੇਂ ਟਾਈਮ ਉੱਤੇ ਕਾਫੀ ਜ਼ਿਆਦਾ ਹੋ ਗਿਆ, ਥੋੜਾ ਸਮਾਂ ਨਾਲ ਰੱਖਣਾ ਹੈ ਤਾਂ ਜੋ ਤੁਹਾਡੇ ਮਨ ਦੇ ਜਿਹੜੇ ਸ਼ੰਕੇ ਨੇ, ਜਿਹੜੇ ਸੋਚਦੇ ਨੇ ਕਿ ਨਹੀਂ ਜੀ ਸਾਡੇ ਤਾਂ ਮਹਾਂਪੁਰਖ ਕਹਿ ਕੇ ਗਏ ਸੀ, ਉਹਨਾਂ ਮਹਾਂਪੁਰਖਾਂ ਦੀ ਗੱਲ ਵੀ ਕਰ ਲਿਓ, ਉਹਨਾਂ ਦਾ ਵੀ ਬਿਊਰੋ ਜਨਮ ਡਾਟਾ ਜਿਹੜਾ ਜਨਮ ਪੱਤਰੀ ਆਪਾਂ ਇੱਥੇ ਖੋਲਾਂਗੇ ਕਿ ਕਿਹੜੇ ਮਹਾਂਪੁਰਸ਼ ਨੇ ਕਿਹਾ ਸੀ ਤੇ ਉਸ ਮਹਾਂਪੁਰਸ਼ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਲਈ ਕੀ ਕੀਤਾ ਹੈ। 184424715550 ਬ੍ਰੇਕ ਤੋਂ ਬਾਅਦ ਵਾਪਸ ਆਉਨੇ ਆ ਤੁਹਾਡੇ ਸਵਾਲਾਂ ਦੇ ਜਵਾਬ। ਪਰ ਨਾਲ ਦੇ ਨਾਲ ਇੱਕ ਥੋੜੀ ਜਿਹੀ ਮੈਂ ਬੇਨਤੀ ਵੀ ਕਰਦੇ ਹਾਂ ਕਿ ਸਾਡੇ ਜਿਹੜੇ ਸਪਾਂਸਰ ਨੇ ਉਹਨਾਂ ਸਪਾਂਸਰ ਦੇ ਵਿੱਚੋਂ ਕੈਨੇਡਾ ਨਿਟਿੰਗ ਵਾਲੇ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ। ਅੱਜ ਉਹਨਾਂ ਨੂੰ ਨੇਟਰਸ ਦੀ ਲੋੜ ਹੈ ਜਿਨ੍ਹਾਂ ਕੋਲ ਮੋਟੀ ਉੱਨ ਬੁਣਨ ਦਾ ਤਜਰਬਾ ਹੈ, ਮੋਟੀ ਉੱਨ ਦੀਆਂ ਕੋਟੀਆਂ ਬਣਾ ਸਕਦੇ ਹੋ ਘਰੇ ਬੈਠੇ। ਕੋਈ ਬਲੂਬੇਰੀ ਨਹੀਂ ਤੋੜਨ ਜਾਣਾ, ਕੋਈ ਬੇਰੀ ਨਹੀਂ ਪੁੱਟਣ ਜਾਣਾ, ਘਰੇ ਬੈਠੇ ਤੁਹਾਨੂੰ ਉਹਨੇ ਛੱਡ ਕੇ ਜਾਣਗੇ, ਸਲਾਈਆਂ ਛੱਡ ਕੇ ਜਾਣਗੇ ਤੇ ਮੋਟੀ ਉੱਨ ਦੀਆਂ ਕੋਟੀਆਂ ਜਦੋਂ ਤਿਆਰ ਹੋ ਗਈਆਂ ਤੇ ਕਾਲ ਕਰ ਲਿਓ, ਨੰਬਰ ਦੇਣ ਲੱਗਾ, ਪੈਨ ਤੇ ਪੇਪਰ ਲੈ ਲਓ। ਘਰੇ ਬੈਠੇ ਚੌਖੇ ਪੈਸੇ ਕਮਾ ਸਕਦੇ ਹੋ। ਉੱਨ ਸਲਾਈਆਂ ਸਾਰਾ ਕੁਝ ਘਰੇ ਛੱਡ ਕੇ ਜਾਣਗੇ, ਘਰੋਂ ਹੀ ਕੋਟੀਆਂ ਚੁੱਕ ਕੇ ਜਾਣਗੇ। ਬੜਾ ਵੱਡਾ ਨਾਮ ਹੈ ਕੈਨੇਡਾ ਨਿਟਿੰਗ ਵਾਲਿਆਂ ਦਾ। ਫੋਨ ਨੰਬਰ ਹੈ 6047631273 6047631273। ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ। ਤੇ ਲਾਈਟਾਂ ਦੇ ਬਾਦਸ਼ਾਹ ਬਿੱਲਾ ਸਿੰਘ, ਉਹਦਾ ਨੰਬਰ ਲਿਖ ਲਓ। ਲਾਈਟਾਂ ਦੀ ਕੋਈ ਵੀ ਤੁਹਾਨੂੰ ਮੁਸ਼ਕਲ ਹੈ ਤੇ ਫੋਨ ਨੰਬਰ ਲਿਖ ਲਓ 604 764 961 74 64, ਮਾਫ ਕਰਨਾ 6049616474 604 961 74। ਕਿਉਂਕਿ ਲਾਈਟਾਂ ਡਿਜ਼ਾਈਨਿੰਗ ਆਪ ਕਰਦੇ ਆ ਬਿੱਲਾ ਸਿੰਘ ਹੁਣੀ, ਪੂਰੇ ਕੈਨੇਡਾ ਦੇ ਵਿੱਚ ਸਪਲਾਈ ਕਰਦੇ ਆ ਲਾਈਟਾਂ ਦੀ। ਤੇ ਸ਼ੈਂਡਲੀਅਰ ਚਾਹੀਦੇ ਨੇ, LED ਲਾਈਟਾਂ, ਸੀਲਿੰਗ ਲਾਈਟਾਂ, ਬਾਥਰੂਮ ਦੀਆਂ, ਕੋਈ ਵੀ ਲਾਈਟ ਚਾਹੀਦੀ ਹੈ www.kingoflights.com ਤੇ ਚਲੇ ਜਾਇਓ ਤੇ ਉੱਥੇ ਤੁਹਾਨੂੰ ਸਾਰੀ ਵਿਸਤਾਰਤ ਜਾਣਕਾਰੀ ਮਿਲ ਜਾਏਗੀ। ਤੇ ਡਾਕਟਰ ਪਰਮਿੰਦਰ ਸਿੰਘ ਸ਼ੌਂਕੀ ਥੋੜਾ ਚਿਰ ਮੇਰੇ ਨਾਲ ਰਹਿਣਗੇ ਕਿਉਂਕਿ ਵੱਡੀਆਂ ਜਿਹੜੀਆਂ ਸੰਸਥਾਵਾਂ ਨੇ, ਫਾਊਂਡੇਸ਼ਨ ਨੇ, ਉੱਥੇ ਜਾ ਕੇ ਆਪਣੀ ਜ਼ੁਬਾਨ ਪ੍ਰਤੀ, ਗੁਰਬਾਣੀ ਪ੍ਰਤੀ, ਆਪਣੀ ਸਾਹਿਤ ਪ੍ਰਤੀ, ਆਪਣੇ ਵਿਰਸੇ ਪ੍ਰਤੀ, ਆਪਣੇ ਸੱਭਿਆਚਾਰ ਪ੍ਰਤੀ ਗੱਲ ਕਰਦੇ ਨੇ ਕਿਉਂਕਿ ਇਹਨਾਂ ਨੇ ਆਪਣਾ ਜੀਵਨ ਵਿਦਿਆ ਨੂੰ ਸਮਰਪਿਤ ਕੀਤਾ ਹੈ, ਖੋਜਾਂ ਨੂੰ ਸਮਰਪਿਤ ਕੀਤਾ ਹੈ, ਆਪ ਖੁਦ ਪੜ੍ਹੇ ਨੇ, ਜਿਸ ਕਰਕੇ ਅੱਜ ਇਸ ਸਥਿਤੀ ਤੇ ਪਹੁੰਚੇ ਨੇ। ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਲਾਈਨ ਹੋਲਡ ਕਰ ਸਕਦੇ ਹਾਂ। ਮੇਰੀ ਸਾਰੇ ਹੀ ਸਰੋਤਿਆਂ ਨੂੰ ਬੇਨਤੀ ਹੈ ਜਿਹੜੇ ਕਾਲਰ ਨੇ ਸੰਖੇਪ ਸਵਾਲ ਰੱਖਿਓ ਤਾਂ ਜੋ ਵੱਧ ਤੋਂ ਵੱਧ ਜਿਹੜੇ ਕਾਲਰ ਸ਼ਾਮਲ ਹੋ ਸਕਣ ਤੇ ਤੁਹਾਡੇ ਸਵਾਲਾਂ ਦੇ ਜਵਾਬ ਸੰਖੇਪ ਦੇ ਵਿੱਚ ਡਾਕਟਰ ਪਰਮਿੰਦਰ ਸਿੰਘ ਦੇ ਸਕਣ। ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ, ਕਥਾ ਜਾਂ ਵਿਸਤਾਰ ਨਹੀਂ, ਕੋਈ ਸ਼ੰਕਾ ਹੈ, ਕੋਈ ਸਵਾਲ ਹੈ, ਜ਼ਰੂਰ ਕਰਿਓ। 184424715550 ਲਾਈਨਾਂ ਇਸ ਵੇਲੇ ਰੁੱਝੀਆਂ ਨੇ। ਜਿਉਂ ਹੀ ਪਹਿਲੀ ਲਾਈਨ ਖਾਲੀ ਹੁੰਦੀ ਹੈ, ਲਾਈਨ ਛੱਡਣ ਤੋਂ ਬਾਅਦ ਦੂਸਰੇ ਕਾਲਰ ਜਦੋਂ ਆਉਂਦਾ ਉਸੇ ਵੇਲੇ ਲਾਈਨ ਉਹ ਵਿਹਲੀ ਹੋ ਜਾਂਦੀ ਹੈ। ਸਰਦਾਰ ਜਗਮੇਲ ਸਿੰਘ ਖਾਲਸਾ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ। ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਮੈਂ ਫੇਰ ਸਾਡੇ ਸਰੋਤਿਆਂ ਨੂੰ ਦੱਸ ਦਿਆਂ ਕਿ ਇਹਨਾਂ ਦਾ ਜਿਹੜਾ ਦੋਹਤਰਾ ਹੈ ਡਾਕਟਰ ਅਮਰ ਸਿੰਘ, ਉਹਨਾਂ ਦੇ ਆਨੰਦ ਕਾਰਜ ਹੋ ਰਹੇ ਨੇ 21 ਤਰੀਕ ਨੂੰ ਐਡਵਾਂਸ ਦੇ ਵਿੱਚ ਹੀ
ਕਿਉਂਕਿ ਅਗਲੇ ਹਫਤੇ ਪ੍ਰੋਗਰਾਮ ਦੇ ਵਿੱਚ ਆਨੰਦ ਕਾਰਜ ਹੋ ਜਾਣੇ ਨੇ। ਐਡਵਾਂਸ ਦੇ ਵਿੱਚ ਹੀ ਜਗਮੇਲ ਸਿੰਘ ਖਾਲਸਾ ਉਹਨਾਂ ਨੂੰ ਢੇਰ ਸਾਰੀਆਂ ਵਧਾਈਆਂ ਘੱਲਦੀ ਹੈ ਜੀ। ਜਗਮੇਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਹੱਕ ਸੱਚ ਦੇ ਪਹਿਰੇਦਾਰ ਸਰਦਾਰ ਕੁਲਦੀਪ ਸਿੰਘ ਤੇ ਡਾਕਟਰ ਪਰਮਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੀ ਆਵਾਜ਼ ਬਹੁਤ ਘੱਟ ਗਈ ਹੈ, ਵੈਸੇ ਕੋਈ ਲਾਈਨ ਵਿੱਚ ਖਰਾਬੀ ਹੈ? ਚਲੋ ਮੈਂ ਦੋ ਗੱਲਾਂ ਤਿੰਨ ਚਿੰਤਾ ਨਾ ਕਰੋ। ਜਿਸ ਕੌਮ ਕੋਲੇ ਐਡੇ ਵੱਡੇ ਵਿਦਵਾਨ ਹੋਣ ਤੇ ਉੱਥੇ ਤਾਂ ਡੇਰਿਆਂ ਵਾਲਿਆਂ ਨੂੰ ਬੁਲਾਉਣ ਦੀ ਜ਼ਰੂਰਤ ਹੀ ਨਹੀਂ। ਉਹ ਕਿੰਨਾ ਕੁ ਜਾਣਦੇ ਆ, ਤੁਸੀਂ ਆਪ ਦੱਸ ਦਿੱਤਾ। ਉਹ ਸਿੱਖ ਇਤਿਹਾਸ ਨੂੰ ਤੇ ਗੁਰੂ ਗ੍ਰੰਥ ਸਾਹਿਬ ਦੀ ਜੋ ਗੁਰਬਾਣੀ ਹੈ ਉਹਦੇ ਵਿੱਚ ਜੇ ਕੋਈ ਤਰੁੱਟੀ ਹੈ ਉਸ ਨੂੰ ਇੱਕੇ ਵਾਰੀ ਬਹਿ ਕੇ ਕਿਉਂ ਨਹੀਂ ਠੀਕ ਕਰ ਲੈਂਦੇ? ਇੱਕ ਦੂਜਾ, ਇਹ ਜਿੰਨੀ ਦੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਬੰਦੇ ਨਹੀਂ ਆਉਂਦੇ ਮੈਂਬਰ ਬਣ ਕੇ ਜਿਨ੍ਹਾਂ ਨੂੰ ਕਿ ਸਿੱਖੀ ਇਕੱਲਾ ਗਿਆਨ ਨਹੀਂ, ਦੂਜੇ ਧਰਮਾਂ ਦਾ ਵੀ ਗਿਆਨ ਹੋਵੇ, ਤਾਂ ਕਿ ਅਸੀਂ ਉਸ ਨੂੰ ਕੰਪੀਟ ਕਰ ਸਕੀਏ। ਇਹ ਇੱਕ ਬੋਰਡ ਬਣਨਾ ਚਾਹੀਦਾ। ਜਿਹੜੇ ਮੈਂਬਰ ਸਾਹਿਬਾਨ ਨੇ ਚੋਣਾਂ ਲੜਨੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਉਹ ਇੰਟਰਵਿਊ ਦੇਣ। ਜੇ ਉੱਥੇ ਉਹ ਪਾਸ ਹੋਣ ਤਾਂ ਉਹ ਮੈਂਬਰ ਜਿਹੜੇ ਆ ਉਹ ਇਲੈਕਸ਼ਨ ਲੜ ਸਕਣ, ਉਹ ਤਾਂ ਕਿ ਇੱਕ ਚੰਗੀ ਸੇਧ ਕੌਮ ਨੂੰ ਮਿਲ ਸਕੇ। ਇਹਦੇ ਵਿੱਚ ਸਿਆਸੀ ਲੋਕ ਉਹ ਆਪਦਾ ਅਲੱਗ ਪਾਸੇ ਰਹਿਣ, ਉਹਨਾਂ ਨੂੰ ਇਹਦੇ ਵਿੱਚ ਦਖਲ ਦੇਣ ਦੀ ਲੋੜ ਕੋਈ ਨਹੀਂ। ਹੁਣ ਪਤਾ ਵੀ ਕਿੰਨੇ ਲੋਕ ਨੇ ਜਿਹੜੇ ਅਕਾਲੀ ਦਲ ਦੇ ਵੀ, ਉਹ ਅਕਾਲੀ ਦਲ ਤਾਂ ਰਿਹਾ ਨਹੀਂ ਹੈ, ਉਹ ਤਾਂ ਲੋਕਾਂ ਨੇ ਖੂੰਜੇ ਲਾਤਾ ਤੇ ਅਜੇ ਵੀ ਉਹ ਕਬਜ਼ਾ ਕਰੀ ਬੈਠੇ ਆ। ਤੇ ਜੋ ਕੁਝ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜਾ ਜੋ ਕੁਝ ਬੁਲਾਇਆ ਉਹ ਤੁਸੀਂ ਦੱਸ ਦਿੱਤਾ ਕਿੰਨਾ ਘੱਟ ਸੀ ਤੇ ਉਹਦਾ ਰਿਜ਼ਲਟ ਕੀ ਨਿਕਲਿਆ। ਬਸ ਇਹਦੇ ਤੇ ਹੋਰ ਨਹੀਂ ਮੈਂ ਕਹਿਣਾ। ਬਹੁਤ ਤੁਹਾਡਾ ਧੰਨਵਾਦ। ਬਹੁਤ ਧੰਨਵਾਦ ਜੀ। ਜਿਹੜੀ ਆਪਣਾ ਡਾਕਟਰ ਸਾਹਿਬ 92 ਵਰ੍ਹਿਆਂ ਦੇ ਨੌਜਵਾਨ ਨੇ ਸਾਡੇ ਜਗਮੇਲ ਸਿੰਘ ਖਾਲਸਾ ਜੀ, ਤੁਸੀਂ ਦੇਖੋ ਵੀ ਪੰਥ ਦਾ ਪੂਰਾ ਦਰਦ ਹੈ ਹਮੇਸ਼ਾ ਹੀ। ਤੁਹਾਨੂੰ ਕੀ ਲੱਗਦਾ ਹੈ ਕਿ ਬਕਾਇਦਾ ਇਹੋ ਜਿਹੇ ਕੰਮ ਜਿਹੜੇ ਇਹਨਾਂ ਨੇ ਸਲਾਹ ਦਿੱਤੀ ਉਹਦੇ ਵਿੱਚ ਕੀ ਕਹਿਣਾ ਚਾਹੋਗੇ? ਕੁਝ ਸ਼ਬਦ ਜੀ। ਦੋ ਗੱਲਾਂ ਨੇ ਜੀ, ਦੇਖੋ ਧਿਆਨ ਦੇਣ ਵਾਲੀਆਂ ਨੇਗੀਆਂ। ਪਹਿਲੀ ਗੱਲ ਤਾਂ ਇਹ ਹੈਗੀ ਕਿ ਜਿਹੜਾ ਉਹਨਾਂ ਦਾ ਇਹ ਨੁਕਤਾ ਸੀਗਾ ਵੀ ਇਹ ਇੱਕ ਵਾਰੀ ਹੀ ਬੈਠ ਕੇ ਜਿਹੜਾ ਇਹ ਪੂਰਾ ਮਸਲਾ ਗਿਆ ਇਹਨੂੰ ਹੱਲ ਕਿਉਂ ਨਹੀਂ ਕਰ ਲੈਂਦੇ। ਇਹਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਇੱਕ ਮੁਸ਼ਕਲ ਆ ਗਈ ਉਹ ਇਹ ਹੈਗੀ ਕਿ ਜਦੋਂ ਇਹ ਜਿਹੜਾ ਮਸਲਾ ਗਾ ਇਹ ਬੈਠ ਕੇ ਹੱਲ ਕਰਨਗੇ ਨਾ ਤਾਂ ਉਸ ਵਿੱਚ ਜਿਹੜੀ ਇੱਕ ਵੱਡੀ ਜ਼ਿੰਮੇਵਾਰੀ ਆਏਗੀ ਉਹ ਦਮਦਮੀ ਟਕਸਾਲ ਦੀ ਜਿਹੜੀ ਹੈ ਉਹ ਸਾਹਮਣੇ ਆਏਗੀ। ਕਿਉਂਕਿ ਦਮਦਮੀ ਟਕਸਾਲ ਦੇ ਜਿਹੜੇ ਉਹਨਾਂ ਦੁਆਰਾ ਪ੍ਰਕਾਸ਼ਿਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇਗੇ, ਪਿਛਲੇ ਦਿਨੀ ਇਹ ਵੀ ਗੱਲਾਂ ਚੱਲੀਆਂ ਸੀ ਕਿ ਉਹਨਾਂ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੇ ਫੇਰ ਬਦਲ ਨੇਗੇ ਉਹ ਕੀਤੇ ਗਏ ਨੇਗੇ। ਤੇ ਜਦੋਂ ਤੱਕ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਲੈਵਾਂਗੇ ਤੇ ਦੂਸਰੇ ਬੰਦੇ ਨੂੰ ਦੋਸ਼ੀ ਠਹਿਰਾਉਣ ਵਾਲੀ ਜਿਹੜੀ ਪ੍ਰਵਿਰਤੀ ਹੈਗੀ ਉਹ ਨਹੀਂ ਛੱਡਾਂਗੇ, ਉਦੋਂ ਤੱਕ ਦੇਖੋ ਕਿਸੇ ਵੀ ਮਸਲੇ ਦਾ ਕਦੀ ਵੀ ਹੱਲ ਨਹੀਂ ਨਿਕਲ ਸਕਦਾ। ਇਹ ਚਾਹੇ ਮਿਸ਼ਨਰੀ ਧਿਰ ਹੈਗੀ, ਚਾਹੇ ਅਕਾਲ ਤਖਤ ਸਾਹਿਬ ਆ, ਚਾਹੇ SGPC ਆ, ਚਾਹੇ ਟਕਸਾਲ ਆ, ਚਾਹੇ ਕੋਈ ਵੀ ਡੇਰੇਦਾਰ ਹੈਗਾ, ਇਹਨਾਂ ਨੂੰ ਸਾਰਿਆਂ ਨੂੰ ਇਸ ਮਸਲੇ ਦੇ ਉੱਤੇ ਬੈਠ ਕੇ ਇੱਕ ਥਾਂ ਦੇ ਉੱਤੇ ਨਿੱਠ ਕੇ ਇਹ ਪਹਿਲਾਂ ਤਾਂ ਆਪਣੀਆਂ ਜਿਹੜੀਆਂ ਗਲਤੀਆਂ ਨੇਗੀਆਂ ਉਹਨਾਂ ਨੂੰ ਸਵੀਕਾਰਨਾ ਪਏਗਾ, ਉਸ ਤੋਂ ਬਾਅਦ ਹੀ ਗੱਲ ਤੁਰੇਗੀ। ਹੁਣ ਵੱਡੀ ਸਮੱਸਿਆ ਇਹ ਹੈਗੀ ਕਿ ਇਹ ਸਾਰੇ ਇੱਕ ਦੂਜੇ ਨੂੰ ਦੋਸ਼ ਤਾਂ ਦੇਈ ਜਾ ਰਹੇ ਨੇਗੇ ਕਿ ਜੀ ਆਹ ਦੇਖੋ ਇਹਨਾਂ ਨੇ ਪਦਛੇਦ ਕਰਨ ਵਾਲਿਆਂ ਨੇ ਅਲੱਗ ਤੋਂ ਜਿਹੜੀਆਂ ਅਸ਼ੁੱਧੀਆਂ ਸੀ ਉਹ ਪਾਤੀਆਂ, ਦੁਕਾਨਦਾਰ ਸੀ ਉਹਨਾਂ ਨੇ ਅਲੱਗ ਤੋਂ ਪਾਤੀਆਂ ਅਸ਼ੁੱਧੀਆਂ, ਮਿਸ਼ਨੀਆਂ ਨੇ ਅਲੱਗ ਤੋਂ ਪਾਤੀਆਂ ਤੇ ਮਿਸ਼ਨੀਕੇਜਾਂ ਨੇ ਡੇਰੇਦਾਰਾਂ ਨੇ ਅਲੱਗ ਤੋਂ ਪਾਤੀਆਂ। ਇਹ ਨਹੀਂ ਕਹਿ ਰਹੇ ਕਿ ਸਾਰੀਆਂ ਸਮੱਸਿਆਵਾਂ ਸਾਡੀਆਂ ਨਲਾਇਕੀਆਂ ਕਰਕੇ ਪਈਆਂ। ਦੇਖੋ ਇਹ ਸਾਡੀਆਂ ਜਿਹੜੀਆਂ ਹੈਗੀਆਂ ਸੀਗੀਆਂ ਵੱਡੀਆਂ ਸੰਸਥਾਵਾਂ ਕਹਿ ਲਈਏ ਆਪਾਂ, ਇਹਨਾਂ ਦੀਆਂ ਗਲਤੀਆਂ ਦੀ ਸਜ਼ਾ ਜਿਹੜੀ ਹੈਗੀ ਉਹ ਆਮ ਸਿੱਖ ਜਿਹੜਾ ਹੈਗਾ ਗਾ ਆਪਣੇ ਆਸਥਾ ਨੂੰ, ਆਪਣੇ ਵਿਸ਼ਵਾਸ ਨੂੰ ਕਿਤੇ ਨਾ ਕਿਤੇ ਡੁਲਾ ਕੇ ਉਸ ਦੇ ਰੂਪ ਦੇ ਵਿੱਚ ਪ੍ਰਗਟ ਕਰ ਦਿਆਗਾ। ਹੁਣ ਜਦੋਂ ਅਸੀਂ ਏਦਾਂ ਦਾ ਗੱਲਾਂ ਆਮ ਸਿੱਖਾਂ ਦੇ ਵਿੱਚ ਜਾ ਕੇ ਕਰਦੇ ਹੈਗੇ ਕਿ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਆਹ ਅਸ਼ੁੱਧੀਆਂ ਨੇ, ਤਾਂ ਉਹਨਾਂ ਦਾ ਜਿਹੜਾ ਵਿਸ਼ਵਾਸ ਆ, ਉਹਨਾਂ ਦੀ ਆਸਥਾ ਹੈਗੀ, ਉਹਨੂੰ ਯਕੀਨ ਮੰਨਿਓ ਇੱਕ ਵਾਰੀ ਜ਼ਰੂਰ ਠੇਸ ਪਹੁੰਚਦੀ ਹੈਗੀ। ਪਰ ਇਹ ਲੋਕਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਸਾਡੀਆਂ ਇਹਨਾਂ ਹਰਕਤਾਂ ਦੇ ਕਾਰਨ ਆਮ ਸਿੱਖ ਜਿਹੜਾ ਹੈਗਾ, ਇੱਕ ਨਤਾਣਾ ਸਿੱਖ ਜਿਹਨੇ ਸੁਬਾਹ ਸ਼ਾਮ ਗੁਰੂ ਘਰ ਜਾਣਾ, ਸਾਰੇ ਦਿਨ ਕਿਰਤ ਕਰਨੀ ਆ, ਉਸ ਦੇ ਮਨ ਦੇ ਉੱਤੇ ਕੀ ਬੀਤਦੀ ਆ। ਮੈਂ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਵਾਰੀ ਕਿਹਾਗਾ ਕਿ ਤੁਸੀਂ ਜਿੱਥੇ ਗਲਤੀਆਂ ਕੀਤੀਆਂ ਨੇ ਘੱਟੋ ਘੱਟ ਉਹਨਾਂ ਨੂੰ ਸਵੀਕਾਰ ਤਾਂ ਕਰੋ, ਉਸ ਤੋਂ ਬਾਅਦ ਜਿਹੜਾ ਹੱਲ ਦਾ ਪ੍ਰੋਸੈਸ ਹੈਗਾ ਉਹ ਸ਼ੁਰੂ ਹੋਏਗਾ।
ਪਰ ਇਹ ਕਹਿੰਦੇ ਨੇ ਵੀ ਜਿਹੜੀਆਂ ਅਸੀਂ ਗਲਤੀਆਂ ਕੀਤੀਆਂ ਨੇ ਉਹਨਾਂ ਤੇ ਮਿੱਟੀ ਪਾਓ, ਇੱਕ ਦੂਜੇ ਦੀਆਂ ਜਿਹੜੀਆਂ ਗਲਤੀਆਂ ਨੇਗੀਆਂ ਉਹਨਾਂ ਨੂੰ ਹੀ ਉਭਾਰਦੇ ਰਹੋ ਤੇ ਹੱਲ ਕੱਢ ਲਓ। ਇਹ ਬਿਲਕੁਲ ਕਦੇ ਵੀ ਪੋਸੀਬਲ ਨਹੀਂ ਹੈਗਾ। ਇਹ ਜਿੰਨਾ ਮਰਜ਼ੀ ਜ਼ੋਰ ਲਾਈ ਜਾਣ, ਇਹਦਾ ਰਿਜ਼ਲਟ ਕਦੇ ਵੀ ਜਿਹੜਾ ਹੈਗਾ ਉਹ ਪੋਜ਼ਿਟਿਵ ਨਹੀਂ ਆਏਗਾ। ਦੂਸਰਾ ਜਿਹੜਾ ਹੈਗਾ ਉਹ ਜਿਹੜਾ ਜੀ ਅਗਲੇ ਕੱਲ ਨਾਲ ਗੱਲ ਕਰ ਲਈਏ ਕਿ ਕੱਲ ਤੁਹਾਡੇ ਨਾਲ ਕਾਫੀ ਅੱਜ ਗੱਲ ਕਰਨਾ ਚਾਹੁੰਦੇ ਆ। ਬਿਲਕੁਲ ਬਿਲਕੁਲ। ਸਰਦਾਰ ਚਰਨ ਸਿੰਘ ਜੀ, ਸਵਾਗਤ ਹੈ ਤੁਹਾਡਾ ਪਿਆਰਿਓ। ਜੀ ਸਰਦਾਰ ਕੁਲਦੀਪ ਸਿੰਘ ਜੀ ਤੇ ਤੁਹਾਡੇ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵੇਖੋ ਜੀ, ਮੈਂ ਤੁਹਾਡੀਆਂ ਗੱਲਾਂ ਦੇ ਵਿੱਚੋਂ ਗੱਲ ਹੀ ਲੱਭ ਜਾਂਦੀ ਆ ਤੇ ਉੱਥੋਂ ਫਿਰ ਬੋਲਣਾ ਪੈਂਦਾ ਵਾ। ਬੋਲਣ ਦਾ ਮੇਰਾ ਕੋਈ ਸ਼ੌਂਕ ਨਹੀਂ ਹੈਗਾ, ਪਰ ਦੁਖਦਾਈ ਗੱਲਾਂ ਜਦੋਂ ਤੁਸੀਂ ਉਜਾਗਰ ਕਰਦੇ ਨੇ ਕੌਮ ਦੇ ਵਿੱਚੋਂ, ਉਦੋਂ ਬੋਲਣ ਦਾ ਉਹ ਆਪਣੇ ਆਪ ਹੀ ਮਨ ਜਿਹੜਾ ਵਾ ਉਬਲ ਉਬਾਲਾ ਖਾ ਜਾਂਦਾ ਵਾ। ਤੁਸੀਂ ਇਹ ਕਿਹਾ ਵਾ ਵੀ ਸਾਡੀਆਂ ਪੁਰਾਤਨ ਬੀੜਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਹੀ ਜਾਂ ਹੱਥ ਲਿਖਤਾਂ ਸੀਗੀਆਂ, ਉਹ ਸਿੱਖਾਂ ਨੇ, ਸਿੱਖ ਸਕਾਲਰਾਂ ਨੇ ਜਾਂ ਸਿੱਖ ਆਪਣੇ ਕੌਮ ਦੇ ਪਹਿਰੇਦਾਰਾਂ ਨੇ ਜਿਹੜੇ ਉਹਨਾਂ ਨੂੰ ਕਹਿ ਕੇ ਬਿਰਧ ਅਵਸਥਾ ਦੇ ਕਹਿ ਕੇ ਵੀ ਉਹ ਬੁੱਢੀਆਂ ਹੋ ਚੁੱਕੀਆਂ, ਉਹਨਾਂ ਦਾ ਸੰਸਕਾਰ ਕਰ ਦਿੱਤਾ। ਜਿੱਦਾਂ ਮਹਾਪਾਪ ਇਹਨਾਂ ਨੇ ਕੀਤਾ ਨਾ, ਇਹਦੋਂ ਹੋਰ ਨਹੀਂ ਹੋ ਸਕਦਾ। ਦੇਖੋ ਆਪਣੀ ਗੌਰਮੈਂਟ ਨੇ ਆਪਣੇ ਲਾਇਬ੍ਰੇਰੀ ਸਾਰੀ ਤੇ ਉਹਦੇ ਹੱਥ ਲਿਖਤਾਂ ਵੀ ਚੁੱਕ ਕੇ ਲੈ ਗਏ ਜਾਂ ਸਾਰ ਦਿੱਤੀਆਂ, ਤੇ ਸਾਨੂੰ ਦੁੱਖ ਕਿੰਨਾ ਵਾ, ਕਿਉਂਕਿ ਉਹ ਬਗਾਨੇ ਸੀ, ਉਹਨਾਂ ਨੇ ਕਰਨਾ ਹੀ ਕਰਨਾ ਸੀ। ਹੁਣ ਜਿਹੜੇ ਆਪਣੇ ਇਹ ਕਹਿੰਦੇ ਆ, ਮੈਂ ਇੱਕ ਮਿਸਾਲ ਦੇਣਾ ਚਾਹੁੰਦਾ। ਹਿੰਦੂ ਧਰਮ ਅੱਜ ਤੋਂ 10,000 ਸਾਲ ਪੁਰਾਣਾ ਵਾ। ਇਹਨਾਂ ਦੇ ਜਿਹੜੇ ਸ਼ਾਸਤਰ ਵਿਦਿਆ ਦੇ ਜਿਹੜੇ ਗ੍ਰੰਥ ਲਿਖੇ ਆ ਨਾ, ਇਹਨਾਂ ਨੇ ਬੜੀ ਸੋਚ ਸਮਝ ਕੇ ਸਾਂਭ ਕੇ ਰੱਖੇ ਆ। ਮੈਨੂੰ ਇੱਕ ਵਾਰ ਇਲਾਹਾਬਾਦ ਵੇਖਣ ਦਾ ਮੌਕਾ ਮਿਲਿਆ, ਉੱਥੇ ਗੰਗਾ ਤੇ ਜਮਨਾ ਮਿਲਦੇ ਸੀਗੇ, ਤੇ ਇੱਕ ਮੈਨੂੰ ਪੁੱਛਿਆ, ਕਿਸੇ ਨੇ ਦੱਸਿਆ, ਪੰਡਤ ਨਹੀਂ, ਵੀ ਇੱਕ ਇੱਥੇ ਨਦੀ ਅੰਡਰਗਰਾਊਂਡ ਵਗਦੀ ਆ, ਉਹਦਾ ਨਾਂ ਸਰਵਸਤੀ ਨਦੀ ਸ਼ਾਇਦ ਉਹਨੇ ਦੱਸਿਆ, ਪਰ ਉਹ ਦਿਸਦੀ ਨਹੀਂ ਗੀ, ਪਰ ਉਹ ਹੈਗੀ ਜ਼ਰੂਰ ਆ। ਉਹ ਇਹਨਾਂ ਦੇ ਹਿੰਦੂ ਸ਼ਾਸਤਰਾਂ ਦੇ ਵਿੱਚ ਲਿਖੀ ਹੋਈ ਆ, ਤੇ ਉਹ ਇਹਨਾਂ ਨੇ ਫਿਰ ਉਹਨੂੰ ਉਜਾਗਰ ਕਰ ਦਿੱਤਾ। ਹਿਮਾਲਿਆ ਵਿੱਚੋਂ ਪਰਬਤ ਚੋਂ ਕੱਢ ਕੇ ਨਹਿਰਾਂ ਤੇ ਉਹਨੂੰ ਫਿਰ ਇਹਨਾਂ ਨੇ ਕਰ ਦਿੱਤਾ। ਜੇ ਦੇਖੋ ਜੀ, ਇਹ ਸ਼ਾਸਤਰ ਨਾ ਹੁੰਦੇ, ਇਹ ਸਾਂਭ ਕੇ ਇਹ ਵੀ ਸੰਸਕਾਰ ਕਰ ਦਿੰਦੇ, ਅੱਜ ਹਿੰਦੂ ਧਰਮ ਕਿੱਥੇ ਹੁੰਦਾ। ਅੱਜ ਹਿੰਦੁਸਤਾਨ ਦੀ ਗੌਰਮੈਂਟ ਉਹਨਾਂ ਸ਼ਾਸਤਰਾਂ ਦੇ ਆਧਾਰ ਤੇ ਬਣੀ ਹੋਈ ਆ। ਯੂਪੀ ਦੀ ਗੌਰਮੈਂਟ ਉਹਨਾਂ ਸ਼ਾਸਤਰਾਂ ਦੇ ਆਧਾਰ ਤੇ ਬਣੀ ਹੋਈ ਆ। ਹਰਿਆਣਾ ਦੀ ਗੌਰਮੈਂਟ ਜਿਹੜੀ ਉੱਥੇ ਬਣੀ ਹੋਈ ਆ। ਜੇ ਉਹ ਸ਼ਾਸਤਰ ਹਿੰਦੂ ਧਰਮ ਦੇ ਇਹਨਾਂ ਦੇ ਮੂਰਖ ਬੰਦੇ ਹੁੰਦੇ, ਉਹ ਆਪਣੇ ਕਹਿ ਕੇ ਸਾਰ ਦਿੰਦੇ, ਕਹਿੰਦੇ ਵੀ ਬਿਰਧ ਹੋ ਗਿਆ, ਅੱਜ ਹਿੰਦੂ ਧਰਮ ਕਿੱਥੇ ਹੁੰਦਾ। ਸੋ ਮੈਨੂੰ ਤੇ ਇਹ ਡਰ ਆ ਵੀ ਜਿਹੜੀ ਬਾਬਾ ਦੀਪ ਸਿੰਘ ਦੀ ਬੀੜ ਹੈ ਨਾ ਲਿਖੀ, ਹੱਥ ਲਿਖਤ ਦਰਬਾਰ ਸਾਹਿਬ ਦੇ ਉੱਤੇ, ਉਹ ਸ਼ਾਇਦ 300 ਸਾਲ ਪੁਰਾਣੀਆਂ। ਇਹਨਾਂ ਨੇ ਪਤਾ ਨਹੀਂ ਮੂਰਖਾਂ ਨੇ ਇਹਨਾਂ ਨੇ ਕੀ ਕਹਿਣਾ, ਇਹ ਜੀ ਬਿਰਧ ਹੋ ਗਈ, ਇਹਨੂੰ ਹੀ ਸਾਰ ਦਿਓ। ਹੁਣ ਬਸ ਮੇਰਾ ਸਵਾਲ ਤੇ ਕੋਈ ਨਹੀਂ, ਮੇਰੇ ਕਮੈਂਟ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਬਹੁਤ ਧੰਨਵਾਦ ਜੀ। ਡਾਕਟਰ ਪਰਮਿੰਦਰ ਸਿੰਘ ਜੀ, ਪੁਰਾਤਨ ਇਤਿਹਾਸ ਨੂੰ ਬਿਰਧ ਕਹਿ ਕੇ ਸਾੜਨਾ ਕਿੰਨਾ ਕੁ ਵਧੀਆ ਕਦਮ ਸੀ। ਗੋਇੰਦਵਾਲ ਸਾਹਿਬ ਵੀ ਬਣਿਆ, ਸਾਡੇ ਇੱਥੇ ਸਰੀ ਚ ਵੀ ਬਣਿਆ ਹੋਇਆ ਜੀ। ਦੇਖੋ, ਦੋ ਤਿੰਨ ਚੀਜ਼ਾਂ ਹੁੰਦੀਆਂ ਨੇਗੀਆਂ। ਕੋਈ ਵੀ ਜਿਹੜਾ ਲਿਖਤੀ ਚੀਜ਼ ਹੈਗੀ, ਉਹ ਕਦੇ ਵੀ ਇੰਨੀ ਪ੍ਰਾਪਤਨ ਨਹੀਂ ਹੁੰਦੀ ਕਿ ਉਸਨੂੰ ਸਾੜ ਦਿੱਤਾ ਜਾਏ। ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇਗੀਆਂ, ਉਹਨਾਂ ਚ ਇਹੀ ਸਮੱਸਿਆ ਦਾ ਤਾਂ ਅਸੀਂ ਸਾਹਮਣਾ ਕਰ ਰਹੇ ਹਾਂਗੇ ਕਿ ਅਸੀਂ ਹੁਣ ਪ੍ਰਾਪਤਨ ਜਿਹੜੇ ਸਰੂਪ ਨੇਗੇ, ਉਹਨਾਂ ਨੂੰ ਲੱਭ ਕੇ ਕੰਪਿਊਟਰਾਈਜ਼ਡ ਕਰ ਰਹੇ ਹਾਂਗੇ ਕਿ ਉਹਨਾਂ ਨੂੰ ਸੰਭਾਲਿਆ ਜਾ ਸਕੇ। ਮਸਲਾ ਇਹ ਨਹੀਂ ਕਿ ਉਹਨਾਂ ਦਾ ਕਾਗਜ਼ ਖਰਾਬ ਹੋਊਗਾ। ਤੁਸੀਂ ਦੇਖੋ, ਪ੍ਰਾਪਤਨ ਜਿਹੜੇ ਬੀੜਾ ਨੇਗੀਆਂ, ਉਹਨਾਂ ਦੇ ਪਿੱਛੇ ਦਾ ਮਤਲਬ ਸਿਆਹੀ ਤੱਕ ਬਣਾਉਣ ਦੀ ਇੱਕ ਇਹੋ ਜਿਹੀ ਵਿਧੀ ਲਿਖੀ ਹੁੰਦੀ ਸੀ, ਜਿਹੜੀ ਸਿਆਹੀ ਸਦੀਆਂ ਤੱਕ ਚੱਲਦੀ ਸੀਗੀ। ਕਾਗਜ਼ ਨਹੀਂ ਸੀ ਖਰਾਬ ਹੁੰਦਾ, ਸੰਭਾਲ ਕਰਦੇ ਸੀਗੇ। ਸਾਡੇ ਕੋਲ ਹੁਣ ਵੀ ਜਿੱਥੇ ਵੀ ਪ੍ਰਾਪਤਨ ਸਰੂਪ ਪਏ ਨੇਗੇ, ਉਹ ਠੀਕ ਸਥਿਤੀਆਂ ਚ ਪਏ ਨੇਗੇ। ਜਿਹੜਾ ਇਹ ਸਾੜਨ ਵਾਲਾ ਜਿਹੜਾ ਵਿਧਾਨ ਹੈਗਾ, ਇਹਦੇ ਪਿੱਛੇ ਪਤਾ ਨਹੀਂ ਇਹਨਾਂ ਨੂੰ ਕਿਹਨਾਂ ਨੇ ਸਲਾਹ ਦਿੱਤੀ ਹੈਗੀ ਕਿ ਤੁਸੀਂ ਆਪਣੀਆਂ ਜਿਹੜੀਆਂ ਲਿਖਤਾਂ ਨੇਗੀਆਂ ਆਪਣੇ ਹੱਥੀਂ ਹੀ ਸਾੜੀ ਚੱਲੋ। ਮੈਨੂੰ ਤਾਂ ਇਹ ਕਦੇ ਵੀ ਸਹੀ ਨਹੀਂ ਲੱਗਿਆ। ਹਾਲਾਂਕਿ ਇਹ ਦਾਅਵਾ ਕਰਦੇ ਨੇ ਕਿ ਅਸੀਂ ਸਾੜਨ ਤੋਂ ਪਹਿਲਾਂ ਜੀ ਕੁਛ ਜਿਹੜੇ ਇਹਨਾਂ ਦੇ ਮਤਲਬ ਵੀ ਚਹੇਤੇ ਜਾਂ ਜਾਣ ਪਛਾਣ ਵਾਲੇ ਵਿਦਵਾਨ ਹੁੰਦੇ ਨੇ, ਉਹਨਾਂ ਨੂੰ ਦਿਖਾ ਦਿੰਦੇ ਆ ਕਿ ਜਿਹੜੀ ਤੁਹਾਨੂੰ ਚਾਹੀਦੀ ਹੈਗੀ ਉਹ ਲੈ ਜਾਓ, ਬਾਕੀ ਅਸੀਂ ਸਾੜ ਦਿੰਦੇ ਹੈਗੇ। ਪਰ ਪੰਗਾ ਇਹ ਹੈਗਾ ਕਿ ਹੁਣ ਜ਼ਰੂਰੀ ਨਹੀਂ ਹੈਗਾ ਕਿ ਇੱਕ ਵਿਦਵਾਨ ਹਰ ਇੱਕ ਚੀਜ਼ ਦੀ ਜਾਂ ਹਰ ਇੱਕ ਲਿਖਤ ਦੀ ਉਸੇ ਅਰਥਾਂ ਚ ਪਛਾਣ ਕਰ ਸਕੇ ਜਿੰਨੀ ਉਹ ਬਾਕੀ ਦੇ ਲੋਕਾਂ ਨੇ ਕਰਨੀ ਹੁੰਦੀ ਆ। ਤੇ ਕਈ ਥਾਵਾਂ ਹੈਗੀਆਂ ਨੇਗੀਆਂ ਜਿੱਥੇ ਕੁਛ ਸੱਜਣ ਆਪਣੀ ਪਸੰਦ ਦੀਆਂ ਚੀਜ਼ਾਂ ਚੁੱਕ ਲਿਆਉਂਦੇ ਨੇਗੇ, ਤੇ ਪਰ ਜਿੱਥੋਂ ਤੱਕ ਮੇਰੀ ਜਾਣਕਾਰੀ ਦਾ ਸਵਾਲ ਆ, ਉਹ ਇਹ ਆ ਕਿ ਜ਼ਿਆਦਾਤਰ ਜਿਹੜੇ ਹੈਗੀਆਂ ਨੇਗੀਆਂ ਮੁੱਲਵਾਨ ਲਿਖਤਾਂ,
ਉਹ ਇਦਾਂ ਹੀ ਸਾੜੀਆਂ ਜਾ ਰਹੀਆਂ ਨੇਗੀਆਂ ਤੇ ਇਸ ਦਾ ਕਦੇ ਕਿਸੇ ਨੇ ਕੋਈ ਨੋਟਿਸ ਨਹੀਂ ਲਿਆ। ਸ਼ਾਇਦ ਇਹ ਸਾਡੇ ਲਈ ਕੋਈ ਮਸਲਾ ਹੀ ਨਹੀਂਗਾ, ਵੱਡੀ ਸਮੱਸਿਆ ਇਹ ਵੀ ਹੈਗੀ ਜੀ। ਕਿਉਂਕਿ ਪਿਛਲੇ ਦਿਨੀ ਡਾਕਟਰ ਸਾਹਿਬ ਸਦਾਚਰਨ ਸਿੰਘ ਜੀ ਸਾਡੇ ਮੀਡੀਆ ਦੇ ਇੱਕ ਇੰਟਰਨੈਸ਼ਨਲ ਪੱਧਰ ਦੇ ਫੋਟੋਗ੍ਰਾਫਰ ਨੇ, ਜਿਹੜੇ ਦੁਨੀਆ ਭਰ ਦੇ ਵੱਡੀਆਂ ਵੱਡੀਆਂ ਓਲੰਪਿਕ ਹੁੰਦੀਆਂ ਨੇ ਉੱਥੇ ਜਾਂਦੇ, ਦਸਤਾਰਧਾਰੀ ਕੋਈ ਬੰਦਾ ਸੰਤੋਖ ਸਿੰਘ ਪੰਦੇਰ ਕਹਿੰਦੇ ਨੇ ਉਹਨਾਂ ਨੂੰ। ਮੈਂ ਉਹਨਾਂ ਦੇ ਘਰੇ ਜਦੋਂ ਜਾ ਕੇ ਦੇਖਿਆ ਤੇ 100 ਸਾਲ 150 ਸਾਲ ਪੁਰਾਣੀਆਂ ਵਸਤਾਂ, 200 ਸਾਲ ਪੁਰਾਣੀਆਂ ਵਸਤਾਂ ਸੰਭਾਲ ਕੇ ਜਾਨ ਨਾਲੋਂ ਵੱਧ ਪਿਆਰੀਆਂ ਰੱਖੀਆਂ ਹੋਈਆਂ ਨੇ। ਜੇ ਅਸੀਂ ਪੁਰਾਤਨ ਐਂਟੀਕ ਚੀਜ਼ਾਂ ਕਹਿ ਕੇ ਸੰਭਾਲ ਸਕਦੇ ਹਾਂ, ਗੁਰੂ ਸਾਹਿਬ ਕਦੋਂ ਬਜ਼ੁਰਗ ਹੋ ਗਏ ਬਈ? ਇਹ ਕਦੋਂ ਤੋਂ ਬੁੱਢੇ ਹੋ ਗਏ ਕਿ ਲਓ ਜੀ ਇਹ ਬਜ਼ੁਰਗ ਹੋ ਗਏ ਨੇ, ਇਹਨਾਂ ਨੂੰ ਸਾੜ ਦਿਓ ਤੇ ਇਹਨਾਂ ਨੂੰ ਅਗਨ ਭੇਟ ਦਾ ਨਾਮ ਦੇ ਕੇ ਇਤਿਹਾਸ ਹੀ ਖਤਮ ਕਰ ਦਿਓ। ਬਿਲਕੁਲ। ਕੁਲਦੀਪ ਸਿੰਘ ਜੀ ਤੁਸੀਂ ਇਹ ਤੇ ਹੋ, ਸਵਾਗਤ ਹੈ ਤੁਹਾਡਾ ਜੀ। ਜੀ ਭਾਈ ਕੁਲਦੀਪ ਸਿੰਘ ਜੀ, ਡਾਕਟਰ ਸਾਹਿਬ ਜੀ ਤੇ ਸਮੂਹ ਸੰਗਤਾਂ ਨੂੰ ਜਿਹੜੇ ਸਰੋਤੇ ਆ ਤੇ ਜਸਵੀਰ ਸਿੰਘ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਦਾ ਬਹੁਤ ਆਦਰ ਕਰਦੇ ਆ, ਕਿਉਂਕਿ ਤੁਸੀਂ ਡਾਕਟਰ ਭੈਣ ਚਿਵਿੰਦਰ ਕੌਰ ਜੀ ਨੂੰ ਹੋਰ ਡਾਕਟਰ ਲਿਆਉਣਾ ਤੁਹਾਡਾ ਬਹੁਤ ਉਪਰਾਲਾ ਹੈ। ਤੇ ਮੈਂ ਦੋ ਵਿਸ਼ਿਆਂ ਤੇ ਗੱਲ ਕਰਨੀ, ਇੱਕ ਤਾਂ ਮੇਰੀ ਡਾਕਟਰ ਦੀ ਪ੍ਰੋਬਲਮ ਹੈ ਜੀ, ਤੇ ਇੱਕ ਮੈਂ ਜਿਹੜੀ ਗੱਲ ਚੱਲਦੀ ਸਿੱਖੀ ਦੀ। ਇਹ ਡਾਕਟਰ ਵਾਲੀ ਨਹੀਂ ਜੀ, ਅੱਜ ਸਿਰਫ ਪੰਥ ਦੀ ਗੱਲਬਾਤ ਹੋ ਰਹੀ ਹੈ, ਉਹਦੀ ਗੱਲ ਕਰੋ ਜੀ। ਹਾਂਜੀ ਠੀਕ ਹੈ ਜੀ, ਮਿਹਰਬਾਨੀ ਜੀ, ਧੰਨਵਾਦ। ਮੈਂ ਹੁਣੇ ਲਾਇਆ ਸੀ ਰੇਡੂ ਦਾ ਮਾਫ ਓਕੇ, ਬਹੁਤ ਬਹੁਤ ਧੰਨਵਾਦ ਜੀ। ਉਹ ਇੱਥੇ ਆਪਣੇ ਕੋਲ ਡਾਕਟਰ ਬਹੁਤ ਨੇ, ਉਹਨਾਂ ਕੋਲ ਜਾਇਓ, ਫੈਮਿਲੀ ਡਾਕਟਰ ਬਹੁਤ ਵਧੀਆ ਇਲਾਜ ਕਰਦੇ ਆ। ਕਸ਼ਮੀਰ ਸਿੰਘ ਜੀ ਤੁਸੀਂ ਇੱਥੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੇਰਾ ਮੈਂ ਉਹਨਾਂ ਨੇ ਕੱਟੋ, ਮੇਰਾ ਮੈਨੂੰ ਗੱਲ ਤਾਂ ਕਰ ਲੈਂਦੇ ਨਾ। ਹਾਂਜੀ ਬੋਲੋ ਜੀ, ਤੁਸੀਂ ਦੱਸਿਆ ਨਹੀਂ, ਲਾਈਨ ਨਹੀਂ ਕੱਟੀ, ਤੁਸੀਂ ਕਿਹਾ ਬਹੁਤ ਬਹੁਤ ਧੰਨਵਾਦ, ਮੈਂ ਕਿਹਾ ਖੜੇ ਚਲੇ ਗਏ ਹੋ। ਹਾਂਜੀ ਬੇਨਤੀ ਹੈ ਜੀ ਕੁਲਦੀਪ ਸਿੰਘ ਜੀ, ਵੀ ਧਰਮ ਜਿਹੜੇ ਆ ਨਾ ਸਾਰੇ ਸਾਡੇ ਬੰਦੇ ਜਿਹੜੇ ਗੁਰੂ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਸਾਰੇ ਇਹ ਗੱਲ ਕਹਿੰਦੇ ਸੀ ਧਰਮ ਆਪਦੇ ਚ ਪ੍ਰਵੱਖ ਰਹਿਣਾ ਚਾਹੀਦਾ ਤੇ ਅਗਲੇ ਦੇ ਧਰਮ ਦਾ ਦੂਜੇ ਦੇ ਧਰਮ ਦਾ ਆਦਰ ਕਰਨਾ ਚਾਹੀਦਾ। ਤੇ ਸੰਤ ਬਾਬਾ ਜਰਨੈਲ ਸਿੰਘ ਕਰਕੇ ਵਿਖਾ ਕੇ ਗਏ ਆ ਤੇ ਗੁਰੂਆਂ ਨੇ ਤਾਂ ਸਾਡੇ ਸਾਨੂੰ ਦੇਣੀ ਸੀ ਸੇਧ, ਸਾਡੇ ਮੌਕੇ ਤੇ ਜਿਹੜੇ ਸਾਡੇ ਸੀਗੇ ਸੰਤ ਬਾਬਾ ਜਰਨੈਲ ਸਿੰਘ ਤੇ ਹੋਰ ਸਾਰੇ ਉਹ ਵਿਖਾ ਕੇ ਗਏ ਆ ਵੀ ਸੰਤ ਬਾਬਾ ਨਹੀਂ ਸਿੱਖ ਸੀ ਉਹ, ਜਰਨੈਲ ਸਿੰਘ ਬਹੁਤ ਵਧੀਆ ਸਿੱਖ ਸੀ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਉੱਤੇ ਸਨ, ਥੋੜਾ ਜਿਹਾ ਇੰਨਾ ਕੁ ਦੱਸ ਦਿਓ ਵੀ ਉਹ ਜੋ ਕੁਝ ਗੁਰੂ ਸਾਹਿਬ ਕਹਿ ਗਏ ਨੇ ਉਹਨਾਂ ਦੀ ਗੱਲ ਕਰੋ। ਗੁਰੂ ਗ੍ਰੰਥ ਸਾਹਿਬ ਦੀ ਗੱਲਬਾਤ ਹੋ ਰਹੀ, ਬਾਬਾ ਜਰਨੈਲ ਸਿੰਘ ਦੀ ਕਿਸੇ ਵੇਲੇ ਬਾਅਦ ਚ ਕਰਾਂਗੇ। ਠੀਕ ਹੈ ਜੀ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਸੰਸਕਾਰ ਇਸ ਤਰ੍ਹਾਂ ਕਰਨਾ ਚਾਹੀਦਾ, ਸਵਾਲ ਇਹ ਸੀ ਤੁਹਾਡੇ, ਮੈਂ ਕਿਹਾ ਸਮਝ ਨਹੀਂ ਆਇਆ, ਸੁਣ ਲਿਓ, ਬਾਅਦ ਗੱਲ ਕਰਾਂਗੇ। ਤੁਹਾਡਾ ਬਹੁਤ ਧੰਨਵਾਦ ਜੀ। ਕਸ਼ਮੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ। ਸਰਦਾਰ ਕੁਲਦੀਪ ਸਿੰਘ ਜੀ, ਡਾਕਟਰ ਸਾਹਿਬ, ਆਪ ਜੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕੁਲਦੀਪ ਸਿੰਘ ਜੀ, ਜਦੋਂ ਆਪਾਂ ਜਿਹੜੇ ਸੰਸਾਰ ਵਿੱਚ ਰਹਿ ਰਹੇ ਹਾਂ, ਆਪਾਂ ਦੇਖਦੇ ਹੈਗੇ ਆ ਇੱਥੇ ਨਿੱਕੀ ਜਿਹੀ ਕੋਈ ਨੌਕਰੀ ਨਿਕਲਦੀ ਹੈਗੀ ਆ, ਪਰ ਜੇ ਉਹਦੇ ਪਿੱਛੇ ਇਨਸਾਨ ਦਾ ਕੋਈ ਵੀ ਕ੍ਰਿਮੀਨਲ ਰੈਕੋਰਡ ਹੈਗਾ ਤਾਂ ਉਹਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ। ਜੇਕਰ ਇੱਥੋਂ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ, ਜਿਹੜੇ ਅਸੀਂ ਪੰਥਕ ਮਸਲਿਆਂ ਵਾਸਤੇ ਉੱਥੇ ਬੰਦੇ ਹਾਇਰ ਕਰਦੇ ਆ ਜਾਂ ਅਸੀਂ ਜਿਹੜੇ ਲੋਕ ਉਹਦੇ ਵਿੱਚ ਆਪ ਜਾਣੀ ਸ਼ਿਰਕਤ ਕਰਨਾ ਚਾਹੁੰਦੇ ਆ, ਉਹਨਾਂ ਨੂੰ ਅਸੀਂ ਕਿੱਦਾਂ ਮਤਲਬ ਪਈ ਏਦਾਂ ਲੈ ਲੈਂਦੇ ਆ ਉਹ ਸ਼ਰਾਬੀ ਕੁਆਬੀ ਹੋਣ ਜਾਂ ਉਹਨਾਂ ਦਾ ਕੋਈ ਬੈਕਗਰਾਉਂਡ ਜਿਹੜਾ ਹੈ ਉਹ ਕੋਈ ਕ੍ਰਿਮੀਨਲ ਹੋਵੇ, ਉਹ ਆਪਣੇ ਧਰਮ ਦੇ ਉੱਤੇ ਜਿਹੜੇ ਕੰਮ ਕਰਨ ਵਾਲੇ ਇਨਸਾਨ ਜਿਹੜੇ ਕਿ ਦਿਲੋਂ ਆਪਣਾ ਕੰਮ ਕਰਨਾ ਚਾਹੁੰਦੇ ਆ, ਉਹਨਾਂ ਉੱਤੇ ਆ ਕੇ ਉਹ ਆਪਣੀ ਹੁੱਲੜਬਾਜ਼ੀ ਕਰਨ ਜਾਂ ਉਹਨਾਂ ਨੂੰ ਮਤਲਬ ਧਮਕਾਉਣ, ਡਰਾਉਣ। ਤੇ ਉਹ ਸਾਡਾ ਜਿਹੜਾ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਜਿਹਨੂੰ ਆਪਾਂ ਕਹਿੰਦੇ ਆ, ਉਹਨੂੰ ਮਤਲਬ ਕਈ ਉਹ ਕੋਈ ਨਾ ਕੋਈ ਸ਼ਰਾਰਤੀ ਅੰਸਾਂ ਦੇ ਮਗਰ ਲੱਗ ਕੇ ਉਹ ਬਿਰਧ ਕਹਿ ਦੇਣ ਜਾਂ ਕੋਈ ਹੋਰ ਚੀਜ਼ ਕਹਿ ਦੇਣ। ਅੱਗੇ ਤੁਹਾਨੂੰ ਚੇਤਾ ਹੋਣਾ ਇੱਕ ਜਥੇਦਾਰ ਸਾਹਿਬ ਨੇ ਕਿਹਾ ਸੀ ਜੀ ਇਹ 100 ਸਾਲ ਪੁਰਾਣੀ ਪੀੜ੍ਹੀ ਆ ਜਿਹਦੇ ਵਿੱਚ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦਾ ਇੱਕੋ ਜਿਲਦ ਵਿੱਚ ਸੀਗਾ। ਜੇ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ, ਰੱਖੀਆਂ ਜਾ ਸਕਦੀਆਂ, ਤਾਂ ਕੀ ਇਹ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਆ ਜਿਹਨੂੰ ਅਸੀਂ ਹਰ ਵੇਲੇ ਸੋਚਦੇ ਹੈਗੇ ਆ ਵੀ ਅਸੀਂ ਉਹਨਾਂ ਨੂੰ ਜਾਗਤ ਸਰੂਪ ਸਮਝਦੇ ਹਾਂ, ਤਾਂ ਫਿਰ ਕਿਉਂ ਨਹੀਂ ਅਸੀਂ ਇਹਦੇ ਉੱਤੇ ਪਹਿਰਾ ਦੇ ਸਕਦੇ? ਸਾਡੇ ਕੋਲ ਹਲੇ ਪਾਕਿਸਤਾਨ ਦੇ ਵਿੱਚ ਬੀੜਾਂ ਪਈਆਂ ਹੋਣੀਆਂ, ਸਾਡੇ ਕੋਲ ਇੰਗਲੈਂਡ ਦੀਆਂ ਲਾਇਬ੍ਰੇਰੀ ਵਿੱਚ ਬੀੜਾਂ ਪਈਆਂ ਹੋਣੀਆਂ ਜਿਹੜੀਆਂ ਕਿ ਪੁਰਾਤਨ ਹੈਗੀਆਂ। ਸਾਨੂੰ ਆਪਣੇ ਆਪ ਦੇ ਉੱਤੇ ਵਿਸ਼ਵਾਸ ਇੰਨਾ ਹੋਣਾ ਚਾਹੀਦਾ ਕਿ ਸਾਡਾ ਜਿਹੜਾ ਧਰਮ ਹੈਗਾ ਆ ਇਹਦੇ ਵਿੱਚ ਸਾਡੇ ਲਈ
ਅਸੀਂ ਖੁਦ ਪਹਿਰਾ ਦੇ ਸਕੀਏ। ਪਰ ਸਾਡੇ ਤਾਂ ਵਿੱਚ ਇਹ ਹੈਗਾ ਵੀ ਅਸੀਂ ਇੱਥੇ ਵੀ ਤੁਸੀਂ ਜ਼ਿਕਰ ਕਰ ਦਿੱਤਾ, ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਬਣਾ ਲਿਆ ਆ ਸਥਾਨ ਜਿੱਥੇ ਕਿ ਅਸੀਂ ਪੁਰਾਤਨ ਪੀੜ੍ਹੀਆਂ ਦਾ ਸੰਸਕਾਰ ਕਰਨ ਵਾਸਤੇ ਜਗ੍ਹਾ ਬਣਾਈ ਹੋਈ ਹੈਗੀ ਆ। ਕੀ ਉਹਨਾਂ ਕੋਲ ਕੋਈ ਏਦਾਂ ਦਾ ਸਿਸਟਮ ਹੈ ਨਹੀਂ ਕਿ ਜਿਹੜਾ ਸਾਰੇ ਕੈਨੇਡਾ ਦੇ ਵਾਸਤੇ ਇੱਕ ਮਿਊਜ਼ੀਅਮ ਬਣਾਉਣ ਜਾਂ ਇੱਕ ਐਸੀ ਜਗ੍ਹਾ ਬਣਾਉਣ ਜਿੱਥੇ ਕਿ ਉਹ ਸਾਰੀਆਂ ਚੀਜ਼ਾਂ ਸੰਭਾਲ ਕੇ ਰੱਖਣ, ਲੋਕਾਂ ਨੂੰ ਦੱਸਣ ਪਏ ਹਾਂ ਸਾਡੇ ਕੋਲ ਆ ਚੀਜ਼ਾਂ ਹੈਗੀਆਂ ਪਈਆਂ, ਆ ਕੇ ਦੇਖੋ, ਦਰਸ਼ਨ ਕਰੋ। ਅਸੀਂ ਕਦੇ ਕਦੇ ਤਾਂ ਕਲਗੀਆਂ ਤੇ ਜੋੜਿਆਂ ਦੇ ਦਰਸ਼ਨ ਕਰਵਾਈ ਜਾਂਦੇ ਹਾਂ, ਪਰ ਸਭ ਤੋਂ ਜਿਹੜੀ ਸਾਡੀ ਉੱਤਮ ਚੀਜ਼ ਆ ਅਸੀਂ ਉਹਨੂੰ ਸੰਭਾਲਣ ਤੋਂ ਅਸਮਰੱਥ ਹੋ ਰਹੇ ਹਾਂ। ਇਹਦੇ ਵਿੱਚ ਸਾਡੀ ਜਿਹੜੇ ਸਾਡੇ ਲੀਡਰ ਸਾਹਿਬਾਨ ਹੈਗੇ ਆ ਉਹ ਵੀ ਉਹ ਚਾਹੀਦੇ ਆ ਜਿਹੜੇ ਕਿ ਧਰਮ ਦੇ ਲਈ ਮਰ ਮਿਟਣ, ਪਰ ਨਾ ਕਿ ਉਹ ਲੋਕਾਂ ਦੀਆਂ ਜਿਹੜੀਆਂ ਆਪਣੀਆਂ ਗੋਲਕਾਂ ਵਾਸਤੇ ਉਹ ਆਪਣਾ ਕੰਮ ਕਰਨ। ਉਹੋ ਜਿਹੇ ਲੋਕਾਂ ਦੀ ਜ਼ਰੂਰਤ ਨਹੀਂ। ਧਰਮ ਦਾ ਵੱਖਰਾ ਹੋਣਾ ਚਾਹੀਦਾ। ਜਿਹੜੇ ਇਹ ਸ਼ਰਾਰਤੀ ਅੰਸ਼ ਆ ਉਹਨਾਂ ਕੋਲੋਂ ਸਾਨੂੰ ਬਚਾਉਣ ਦੀ ਜ਼ਰੂਰਤ ਹੈਗੀ ਆ। ਇਹ ਡਾਕਟਰ ਸਾਹਿਬ ਦਾ ਮੈਂ ਵਿਚਾਰ ਸੁਣਨਾ ਚਾਹੁੰਦਾ, ਇਹਨਾਂ ਦੇ ਵਿਚਾਰ ਇਹਦੇ ਬਾਰੇ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਦੋ ਹੈਗੇ ਨੇਗੇ ਉਹ ਆਪਾਂ ਗੱਲਾਂ ਕਰਾਂਗੇ ਇੱਥੇ ਕਿ ਇੱਕ ਵਾਰੀ ਇੱਕ ਤਰਕ ਤਾਂ ਜਿਹੜੇ ਮਹਾਰਾਜ ਦੇ ਸਰੂਪ ਜਾਂ ਹੋਰ ਸਿੱਖ ਸਾਹਿਤ ਹੈਗਾ ਜਿਹੜਾ ਉਹਨੂੰ ਅਗਨ ਭੇਟ ਕਰਦੇ ਨੇ, ਉਹ ਇਹ ਤਰਕ ਦੇ ਦਿੰਦੇ ਨੇਗੇ ਅਕਸਰ ਕਿ ਜੀ ਅਸੀਂ ਹੱਥ ਲਿਖਤ ਬੀੜਾਂ ਨੇ ਜਿਹੜੀਆਂ ਉਹਨਾਂ ਨੂੰ ਅਗਨ ਭੇਟ ਨਹੀਂ ਕਰਦੇ, ਅਸੀਂ ਤਾਂ ਜਿਹੜੀਆਂ ਪ੍ਰਿੰਟਿੰਗ ਦੀਆਂ ਬੀੜਾਂ ਨੇਗੀਆਂ ਜਾਂ ਕਿਤਾਬਾਂ ਨੇਗੇ ਜਾਂ ਹੋਰ ਇਹੋ ਜਿਹੀਆਂ ਟੈਕਸਟ ਬੁੱਕਸ ਨੇਗੀਆਂ ਜਿਨ੍ਹਾਂ ਦੇ ਵਿੱਚ ਗੁਰਬਾਣੀ ਨਾਲ ਜੁੜੀਆਂ ਕੋਈ ਗੱਲਾਂ ਨੇ ਜਾਂ ਸੰਗਤਾਂ ਜਾਂ ਪਾਠਕ ਜਿਹੜੇ ਹੈਗੇ ਨੇਗੇ ਉਹ ਆਪਣੇ ਘਰੇ ਪਈਆਂ ਹੋਈਆਂ ਕੋਈ ਪੁਰਾਣੀਆਂ ਕਿਤਾਬਾਂ ਜਾਂ ਟਰੈਕਟ ਵਗੈਰਾ ਗੁਰਦੁਆਰਿਆਂ 'ਚ ਦੇ ਜਾਂਦੇ ਨੇਗੇ, ਅਸੀਂ ਉਹਨਾਂ ਨੂੰ ਹੀ ਅਗਨ ਭੇਟ ਕਰ ਦਿਆਂਗੇ ਵੀ। ਇਸ ਲਈ ਉਹ ਇਹ ਕਹਿੰਦੇ ਨੇ ਕਿ ਇਸ ਤਰ੍ਹਾਂ ਕਹਿ ਕੇ ਅਸੀਂ ਜਿਹੜਾ ਇੱਕ ਗਲਤ ਕੰਮ ਕਰ ਰਹੇ ਹੈਗੇ ਉਹਨੂੰ ਸਹੀ ਸਾਬਤ ਕਰਨ ਦੇ ਲਈ ਆਪਣਾ ਤਰਕ ਹੈਗਾ ਜਿਹੜਾ ਉਹ ਲੱਭ ਲੈਂਦੇ ਨੇਗੇ। ਮੈਂ ਸਮਝਦਾ ਕਿ ਜਦੋਂ ਅਸੀਂ ਏਦਾਂ ਦੇ ਬਹਾਨੇ ਲੱਭਦੇ ਆਂਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਸਮੱਸਿਆਵਾਂ ਆਪਣੇ ਆਪ ਹੀ ਪੈਦਾ ਹੋ ਜਾਂਦੀਆਂ ਨੇ। ਪਹਿਲੀ ਤਾਂ ਗੱਲ ਇਹ ਹੈਗੀ ਕਿ ਜਿਹੜੇ ਉੱਥੇ ਬੰਦੇ ਇਹ ਅਗਨ ਭੇਟ ਕਰਨ ਵਾਲਾ ਕੰਮ ਕਰਦੇ ਨੇਗੇ ਉਹਨਾਂ ਨੂੰ ਇਹ ਚੀਜ਼ ਪਰਖਣ ਦੀ ਜ਼ਰੂਰਤ ਹੀ ਨਹੀਂ ਹੈਗੀ ਕਿ ਕਿਹੜੀ ਚੀਜ਼ ਨੂੰ ਅਗਨ ਭੇਟ ਕਰਨਾ ਤੇ ਕਿਹੜੀ ਨੂੰ ਨਹੀਂ ਕਰਨਾ। ਸਾਰੀਆਂ ਹੀ ਪੁਰਾਤਨ ਜਾਂ ਖਰਾਬ ਜਾਂ ਆਪਾਂ ਕਹਦੇ ਕਿ ਜਿਹਨਾਂ ਦਾ ਕਾਗਜ਼ ਫਟਿਆ ਉਹ ਲਿਖਤਾਂ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਸਾੜ ਦਿੱਤਾ ਜਾਏ। ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਏਦਾਂ ਦੀਆਂ ਹੁੰਦੀਆਂ ਨੇ ਕਿ ਜੇ ਉਹਨਾਂ ਦੇ ਉੱਤੇ ਥੋੜ੍ਹੀ ਜਿਹੀ ਮਿਹਨਤ ਕੀਤੀ ਜਾਏ ਤਾਂ ਉਹਨਾਂ ਨੂੰ ਲਾਇਬ੍ਰੇਰੀਆਂ ਦੇ ਵਿੱਚ ਜਾਂ ਕਿਸੇ ਮਿਊਜ਼ੀਅਮ ਦੇ ਵਿੱਚ ਜਾਂ ਕਿਸੇ ਅਜਿਹੇ ਰਿਸਰਚਰ ਦੇ ਕੋਲੇ ਜਿਸ ਨੂੰ ਉਸ ਦੀ ਜ਼ਰੂਰਤ ਹੈਗੀ ਪਹੁੰਚਾਇਆ ਜਾ ਸਕਦਾ ਗਾ, ਜਿੱਥੇ ਉਹ ਆਪਣਾ ਜਿਹੜਾ ਹੈਗਾ ਗਾ ਹੋਰ ਸਮਾਂ ਗੁਜ਼ਾਰ ਸਕਦੀਆਂ ਨੇਗੀਆਂ ਜਾਂ ਉਹਨਾਂ ਨੂੰ ਕਿਸੇ ਹੋਰ ਤਰੀਕੇ ਰਾਹੀਂ ਸੰਭਾਲਿਆ ਜਾ ਸਕਦਾ। ਮੈਨੂੰ ਇਹ ਲੱਗਦਾ ਗਾ ਕਿ ਲਿਟਰੇਚਰ ਨੂੰ ਖਾਸ ਕਰਕੇ ਧਾਰਮਿਕ ਲਿਟਰੇਚਰ ਨੂੰ ਸਾੜਨ ਦਾ ਜਿਹੜਾ ਕਨਸੈਪਟ ਇੱਕ ਹੈਗਾ ਉਹ ਬਾਕੀ ਸਾਰੇ ਧਰਮਾਂ ਦੀ ਬਜਾਏ ਇਕੱਲੇ ਸਿੱਖਾਂ ਕੋਲ ਹੀ ਹੈ। ਇਕੱਲੇ ਸਿੱਖ ਹੀ ਅਜਿਹਾ ਕੰਮ ਕਰਦੇ ਨੇ ਕਿ ਉਹ ਆਪਣੇ ਲਿਟਰੇਚਰ ਨੂੰ ਆਪ ਹੀ ਸਾੜ ਸਕਦੇ ਨੇ। ਦੂਸਰੀ ਗੱਲ ਇਹ ਹੈਗੀ ਕਿ ਜਦੋਂ ਅਸੀਂ ਲਿਟਰੇਚਰ ਨੂੰ ਅਗਨ ਭੇਟ ਕਰਨ ਦੀ ਗੱਲ ਕਰਦੇ ਹੈਗੇ ਉੱਥੇ ਇੱਕ ਸਮੱਸਿਆ ਇਹ ਵੀ ਆਉਂਦੀ ਹੈਗੀ ਕਿ ਜਦੋਂ ਉੱਥੇ ਜਿੱਥੇ ਜਿੱਥੇ ਸਾੜਿਆ ਜਾਂਦਾ ਗਾ, ਜਿਵੇਂ ਗੋਇੰਦਵਾਲ ਸਾਹਿਬ ਹੋ ਗਿਆ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਅੰਮ੍ਰਿਤਸਰ ਦੇ ਵਿੱਚ ਹੋ ਗਿਆ, ਉੱਥੇ ਜਦੋਂ ਅਗਨ ਭੇਟ ਕਰਨ ਦੇ ਲਈ ਲਿਟਰੇਚਰ ਆਉਂਦਾ ਗਾ ਤਾਂ ਉਸ ਵੇਲੇ ਜਿਹੜਾ ਉਹ ਲਿਟਰੇਚਰ ਹੁੰਦਾ ਗਾ ਉਹ ਉਸ ਦੇ ਵਿੱਚੋਂ ਬਹੁਤ ਸਾਰਾ ਲਿਟਰੇਚਰ ਅਜਿਹਾ ਹੁੰਦਾ ਗਾ ਜਿਹੜਾ ਨਾ ਤਾਂ ਫਟਿਆ ਹੁੰਦਾ ਨਾ ਉਹਦੀ ਸਥਿਤੀ ਖਰਾਬ ਹੁੰਦੀ ਹੈਗੀ। ਮਤਲਬ ਉਹ ਅਜਿਹਾ ਲਿਟਰੇਚਰ ਹੁੰਦਾ ਜਿਹੜਾ ਲੋਕਾਂ ਨੇ ਆਪਣੇ ਘਰੇ ਰੱਖਣ ਤੋਂ ਗੁਰੇਜ਼ ਕਰ ਦਿੱਤਾ ਹੁੰਦਾ ਕਿ ਲੋਕ ਚਾਹੁੰਦੇ ਨੇ ਜੀ ਸਾਡੇ ਇਹ ਕਿਸੇ ਕੰਮ ਦਾ ਇਹਨਾਂ ਨੂੰ ਕੋਈ ਪੜ੍ਹਦਾ ਨਹੀਂ, ਇਹਨੂੰ ਗੁਰਦੁਆਰੇ ਦੇ ਉਹ ਗੁਰਦੁਆਰੇ ਲੈ ਕੇ ਕਹਿੰਦੇ ਨੇ ਚਲੋ ਜੀ ਇਹਨੂੰ ਸਾੜ ਦਿਓ। ਇਹ ਜਿਹੜਾ ਵਿਧਾਨ ਹੈਗਾ ਇਹ ਬਹੁਤ ਗਲਤ ਹੈਗਾ। ਸਾਨੂੰ ਚਾਹੀਦਾ ਕਿ ਇਹਨਾਂ ਨੂੰ ਅਸੀਂ ਕਿਸੇ ਲਾਇਬ੍ਰੇਰੀਆਂ 'ਚ ਪਹੁੰਚਾਈਏ ਜਾਂ ਜਿਹੜੇ ਪਾਠਕ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤਾ ਜਾਏ। ਇਹ ਮੰਨਿਆ ਜਾ ਸਕਦਾ ਕਿ ਕੋਈ ਅਜਿਹੀ ਲਿਖਤ ਜਿਹਦੇ ਵਿੱਚ ਗੁਰਬਾਣੀ ਚਾਹੇ ਉਹ ਮਹਾਰਾਜ ਦੇ ਸਰੂਪ ਨੇਗੇ ਜਾਂ ਗੁਟਕਾ ਜਾਂ ਕੋਈ ਹੋਰ ਪੋਥੀ ਆ, ਜੇ ਉਹ ਬਾਕੀ ਬਹੁਤ ਜ਼ਿਆਦਾ ਖਰਾਬ ਸਥਿਤੀ ਦੇ ਵਿੱਚ ਹੈਗਾ ਤਾਂ ਉਹ ਸਾੜਿਆ ਜਾ ਸਕਦਾ ਗਾ, ਕਿਉਂਕਿ ਨਹੀਂ ਫਿਰ ਉਹ ਰੱਦੀ ਦੇ ਵਿੱਚ ਜਾਏਗਾ ਤੇ ਇਸ ਨਾਲੋਂ ਬੈਟਰ ਹੈ ਕਿ ਉਹ ਸਾੜਿਆ ਜਾਏ। ਪਰ ਸਾੜਨ ਤੋਂ ਪਹਿਲਾਂ ਤਾਂ ਜਿਹੜਾ ਇੱਕ ਵਿਧਾਨ ਹੈਗਾ ਉਹ ਉਸ ਦੀ ਜਿਹੜੀ ਹੈਗੀ ਉਸ ਨੂੰ ਦੇਖਣ ਦੀ ਜਾਂ ਪਰਖਣ ਦੀ ਜਿਹੜੀ ਇੱਕ ਉਹ ਟੀਮ ਹੋਣੀ ਚਾਹੀਦੀ ਹੈ ਵਿਦਵਾਨਾਂ ਦੀ ਜਿਹੜੀ ਉਸ ਬਾਰੇ ਦਿੰਦਾ ਕਰੇ ਕਿ ਆਹ ਕਿਤਾਬ ਹੁਣ ਸਾੜ ਦੇ ਲਈ ਰੱਖੀ ਜਾ ਸਕਦੀ ਹੈ ਤੇ ਆਹ ਜਿਹੜੀਆਂ ਹੈਗੀਆਂ ਨੇ ਇਹ ਸੰਭਾਲੀਆਂ ਜਾ ਸਕਦੀਆਂ ਨੇ।
ਪਰ ਸਾਡੇ ਕੀ ਹੁੰਦਾ ਉਹ ਸਾਰਾ ਹੀ ਮਟੀਰੀਅਲ ਜਿਹੜਾ ਹੈਗਾ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ ਕਿ ਇੱਕ ਦੋ ਜਿਹੜੇ ਚਹੇਤੇ ਹੁੰਦੇ ਨੇ ਉਹਨਾਂ ਨੂੰ ਦਿਖਾਉਣ ਤੋਂ ਬਾਅਦ ਉਹ ਸਾਰਾ ਜਿਹੜਾ ਹੈ ਅਗਨਪੇਟ ਕਰ ਦਿੱਤਾ ਜਾਂਦਾ। ਇਹ ਇੱਕ ਆਖਰੀ ਡਾਕਟਰ ਸਾਹਿਬ, ਇੱਕ ਆਖਰੀ ਕਾਲਰ ਲੈ ਲਈ, ਇਸ ਤੋਂ ਬਾਅਦ ਮੈਂ ਕਾਲਰ ਨਹੀਂ ਲੈਣੀ ਆ। ਸਰਦਾਰ ਜਸਵਿੰਦਰ ਸਿੰਘ ਜੀ, ਤੁਸੀਂ ਏਅਰ ਤੇ ਹੋ, ਕੀ ਕਹਿਣਾ ਜਿਹੜੀ ਅੱਜ ਦੀ ਹੋਈ ਇਹ ਗੱਲਬਾਤ ਹੈ ਇਸੇ ਸੰਬੰਧ ਦੇ ਵਿੱਚ? ਜਸਵਿੰਦਰ ਸਿੰਘ ਜੀ ਸ਼ਾਇਦ ਕਰ ਲਿਓ ਜੀ, ਕੋਈ ਹੋਰ ਵਿਸ਼ਾ ਤਾਂ ਬਾਅਦ ਚ ਕਾਲ ਕਰ ਲਿਓ ਜੀ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਇਹਦਾ ਸੋਲੂਸ਼ਨ ਕੀ ਹੈ? ਸਾਰੀ ਗੱਲਬਾਤ ਹੋ ਗਈ, ਪਤਾ ਲੱਗ ਗਿਆ ਕਿ ਤੁਸੀਂ ਰੂੜੀਵਾਦੀ ਬਨਾਮ ਜਿਹੜਾ ਆਰਟੀਕਲ ਲਿਖਿਆ ਹੈ, ਵਰਤਮਾਨ ਜਿਹੜੀ ਸਾਡੀ ਸਿਚੁਏਸ਼ਨ ਹੈ, ਜਾਂ ਬੀੜਾਂ ਪੁਰਾਤਨ ਨੂੰ ਸੰਸਕਾਰ ਕਰਨ ਦਾ ਮਾਮਲਾ ਹੈ ਜਾਂ ਤਖਤਾਂ ਦੇ ਉੱਤੇ ਫੈਸਲੇ ਲੈਣ ਦਾ ਮਾਮਲਾ ਹੈ, ਇਹਦਾ ਸੋਲੂਸ਼ਨ ਕੀ ਹੈ, ਕੀ ਹੱਲ ਹੈ? ਆਉਣ ਵਾਲੇ ਨੇੜ ਭਵਿੱਖ ਦੇ ਵਿੱਚ ਇਸ ਵੱਡੀ ਸਮੱਸਿਆ ਨੂੰ ਕਿਵੇਂ ਸੁਲਝਾ ਸਕਦੇ ਹਾਂ? ਇੱਕ ਚੰਗੇ ਸਿੱਖ ਹੋਣ ਦੇ ਨਾਤੇ, ਗੁਰੂ ਦਾ ਸਿੱਖ ਹੋਣ ਦੇ ਨਾਤੇ, ਕਿਸੇ ਡੇਰੇ ਦਾ, ਕਿਸੇ ਸੰਸਥਾ ਦਾ, ਕਿਸੇ ਸੰਪਰਦਾ ਦਾ ਨਹੀਂ, ਗੁਰੂ ਦਾ ਸਿੱਖ ਹੋਣ ਦੇ ਨਾਤੇ ਇਹਨੂੰ ਸੁਲਝਾਇਆ ਕਿਵੇਂ ਜਾ ਸਕਦਾ? ਦੇਖੋ, ਜਿਹੜਾ ਸੁਲਝਾਉਣ ਵਾਲਾ ਪੁਆਇੰਟ ਆ ਨਾ, ਇਹ ਬੜਾ ਧਿਆਨ ਮੰਗਦਾ। ਮੈਨੂੰ ਇਹ ਲੱਗਦਾ ਗਾ ਕਿ ਜਿਸ ਵਿਅਕਤੀ ਕੋਲੇ, ਜਿਸ ਨੂੰ ਅਸੀਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਹਿੰਦੇ, ਗਿਆਨੀ ਹਰਪ੍ਰੀਤ ਸਿੰਘ, ਭਾਈ ਹਰਪ੍ਰੀਤ ਸਿੰਘ, ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਜਿਹੜੇ ਸਾਡੇ, ਉਹ ਮੇਰੇ ਸੀਨੀਅਰ ਨੇਗੇ ਤੇ ਉਹਨਾਂ ਨੇ ਵੀ ਉਸੇ ਹੀ ਅਦਾਰੇ ਚੋਂ PhD ਕੀਤੀ ਜਿੱਥੋਂ ਮੈਂ ਕਰਕੇ ਆਇਆਗਾ। ਤੇ ਮੈਨੂੰ ਇਹ ਲੱਗਦਾ ਗਾ ਕਿ ਜੇ ਇੱਕ ਐਜ ਏ ਸਕਾਲਰ ਦੇਖਿਆ ਜਾਵੇ ਤਾਂ ਉਹਨਾਂ ਨੂੰ ਯਕੀਨਨ ਇਸ ਮਸਲੇ ਦੀ ਗੰਭੀਰਤਾ ਦਾ ਵੀ ਅਹਿਸਾਸ ਹੋਏਗਾ, ਉਹਨਾਂ ਨੂੰ ਹੱਲ ਵੀ ਪਤਾ ਹੋਣਗੇ। ਪਰ ਮੈਨੂੰ ਨਹੀਂ ਇਹ ਲੱਗ ਰਿਹਾ ਕਿ ਉਹ ਇਸ ਬਾਰੇ ਕਦੇ ਗੱਲ ਕਰਨਗੇ ਜਾਂ ਬੋਲਣਗੇ। ਉਹ ਉਹਨਾਂ ਦੀ ਆਪਣੀ ਇੱਕ ਜਿਹੜੀ ਹੈਗੀ ਮਜਬੂਰੀ ਹੋ ਸਕਦੀ ਹੈ, ਸਮੱਸਿਆ ਹੋ ਸਕਦੀ ਹੈ ਜਾਂ ਸੀਮਾ ਹੋ ਸਕਦੀ ਹੈਗੀ। ਇਹ ਗੱਲ ਉਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜੇ ਅਕੈਡਮਿਕ ਕੰਮ ਹੁੰਦੇ ਨੇਗੇ ਉਹਨਾਂ ਨੂੰ ਅਕੈਡਮਿਕ ਬੰਦੇ ਹੀ ਸੋਲਵ ਕਰ ਸਕਦੇ ਨੇਗੇ। ਉਹਨਾਂ ਤੋਂ ਕੰਮ ਕਿਵੇਂ ਕਰਾਉਣਾਗਾ? ਇੱਕ ਗੱਲ ਇਹ ਹੋ ਸਕਦੀ ਹੈਗੀ ਕਿ ਅਕਾਲ ਤਖਤ ਸਾਹਿਬ ਵੱਲੋਂ ਜਾਂ SGPC ਵੱਲੋਂ ਇੱਕ ਅਜਿਹਾ ਅਕੈਡਮਿਕ ਪੈਨਲ ਬਣਾਇਆ ਜਾਏ ਜਿੱਥੇ ਸਿੱਖ ਕੌਮ ਨਾਲ ਸੰਬੰਧਿਤ ਹਰ ਇੱਕ ਅਕੈਡਮਿਕ ਜਿਹੜਾ ਸਬਜੈਕਟ ਹੈਗਾ ਉਸ ਬਾਰੇ ਜੇ ਕੋਈ ਸ਼ਿਕਾਇਤ ਆਉਂਦੀ ਹੈਗੀ ਉੱਥੇ ਉਸਨੂੰ ਵਿਚਾਰਿਆ ਜਾਏ ਤੇ ਉੱਥੇ ਹੀ ਬੈਠੇ ਜਿਹੜੇ ਵਿਦਵਾਨ ਨੇਗੇ ਉਹ ਬਾਕੀ ਵਿਦਵਾਨਾਂ ਨੂੰ ਜਿਹੜੇ ਉਸ ਵਿਸ਼ੇ ਦੇ ਮਾਹਰ ਨੇਗੇ ਉਹਨਾਂ ਦੇ ਸਲਾਹ ਮਸ਼ਵਰੇ ਦੇ ਨਾਲ ਉਸ ਬਾਰੇ ਜਿਹੜੇ ਹੱਲ ਨੇਗੇ ਉਹ ਲੱਭਣ ਤੇ ਉਹ ਹੱਲ ਜਿਹੜੇ ਹੈਗੇ ਨੇਗੇ ਅਕਾਲ ਤਖਤ ਸਾਹਿਬ ਤੇ SGPC ਕੋਲੇ ਲੈ ਕੇ ਜਾਣ ਤੇ ਉੱਥੋਂ ਜਥੇਦਾਰ ਤੇ SGPC ਦੀ ਪ੍ਰਧਾਨ ਜਿਹੜੇ ਹੈਗੇ ਨੇ ਉਹ ਸਮੁੱਚੇ ਪੰਥ ਨੂੰ ਉਹ ਦੱਸਣ ਕਿ ਆਹ ਸਾਡੇ ਕੋਲ ਸਮੱਸਿਆ ਸੀਗੀ, ਆਹ ਬੰਦੇ ਜਿਹੜੇ ਇਹ ਸਮੱਸਿਆ ਦੇ ਬਾਰੇ ਇੰਨੀ ਯੋਗਤਾ ਰੱਖਦੇ ਨੇ, ਇਹਨਾਂ ਨੇ ਆਹ ਹੱਲ ਲੱਭੇ ਨੇ, ਇਹਨਾਂ ਹੱਲਾਂ ਦੇ ਨਾਲ ਜਥੇਦਾਰ ਅਕਾਲ ਤਖਤ ਸਾਹਿਬ, SGPC ਜਾਂ ਬਾਕੀ ਜਿਹੜੀਆਂ ਸੰਸਥਾਵਾਂ ਨੇ ਉਹ ਸਹਿਮਤੀ ਪ੍ਰਗਟਾਉਂਦੀਆਂ ਨੇ ਕਿ ਪੰਥ ਇਹਨਾਂ ਨੂੰ ਸਵੀਕਾਰ ਕਰਦਾ। ਜਦੋਂ ਇਹ ਮਸਲਾ ਪੰਥ ਕੋਲ ਆਏਗਾ ਉਹਦੇ ਵਿੱਚੋਂ ਡੇਰੇਦਾਰ, ਟਕਸਾਲ, ਮਿਸ਼ਨਰੀਏ ਜਾਂ ਹੋਰ ਜਿੰਨੀਆਂ ਬੰਦਗੀਆਂ ਦੇ ਉਰੇ ਸਿੱਖ ਤੁਰੇ ਫਿਰਦੇ ਨੇ ਉਹ ਸਾਰੇ ਇੱਕ ਪਾਸੇ ਹੋ ਜਾਣਗੇ। ਉਹਨਾਂ ਨੂੰ ਉਹ ਮੰਨਣਾ ਹੀ ਪਏਗਾ ਕਿਉਂਕਿ ਇਹ ਉਹਨਾਂ ਦਾ ਵਿਸ਼ਾ ਨਹੀਂ ਹੈ। ਉਹਨਾਂ ਦਾ ਵਿਸ਼ਾ ਸੀਗਾ ਕਿਸੇ ਸਮੇਂ ਕਿ ਤੁਸੀਂ ਨੇ ਮਤਲਬ ਵੀ ਜਿਹੜੇ ਹੈਗੇ ਨੇਗੇ ਸੰਗਤਾਂ ਨੂੰ ਪ੍ਰਚਾਰ ਕਰਨਾਗਾ, ਪ੍ਰਚਾਰ ਕਰਨ ਤੋਂ ਬਾਅਦ ਤੁਸੀਂ ਨੇ ਸੰਚਾਰ ਕਰਨਾਗਾ ਜਾਂ ਹੋਰ ਤੁਹਾਡੇ ਜਿਹੜੇ ਕੰਮ ਨੇਗੇ ਠੀਕ ਹੈ ਉਹ ਤੁਸੀਂ ਨੇ ਕਰਨੇ ਨੇ। ਅਕੈਡਮਿਕ ਕੰਮ ਡੇਰੇਦਾਰਾਂ ਦੇ ਹਿੱਸੇ ਕਦੋਂ ਤੋਂ ਆ ਗਿਆ? ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਸੀਗੀ ਜੀ। ਤੇ ਜਦੋਂ ਤੱਕ ਅਕੈਡਮਿਕਸ ਪ੍ਰੋਬਲਮ ਨੂੰ ਅਕੈਡਮਿਕ ਲੈਵਲ ਦੇ ਬੰਦੇ ਨਹੀਂ ਸੋਲਵ ਕਰਨਗੇ ਜਾਂ ਸਮਝਣਗੇ ਨਹੀਂ ਉਦੋਂ ਤੱਕ ਇਹ ਡੇਰੇਦਾਰਾਂ ਤੋਂ ਜਾਂ ਜਥੇਦਾਰਾਂ ਤੋਂ ਜਾਂ SGPC ਤੋਂ ਹੱਲ ਹੀ ਨਹੀਂ ਹੋਣੇ। ਉਹ ਬੇਸ਼ੱਕ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰੀ ਜਾਣ। ਜੀ ਡਾਕਟਰ ਸਾਹਿਬ, ਤੁਹਾਡਾ ਤਹਿ ਦਿਲੋਂ ਧੰਨਵਾਦ। ਤੁਸੀਂ ਸਮਾਂ ਕੱਢਿਆ ਤੇ ਸਾਡੀ ਉਸ ਪਰਵਰਦਗਾਰ ਅੱਗੇ ਅਰਦਾਸ ਹੈ ਕਿ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰੱਖ ਕੇ ਗੁਰਮਤ ਦੀ ਜਿਹੜੀ ਸੇਵਾ ਹੈ, ਲਿਖਣ ਦੀ ਸੇਵਾ ਹੈ, ਆਪਣੇ ਵਿਰਸੇ ਨੂੰ ਸੰਭਾਲਣ ਦੀ ਸੇਵਾ ਹੈ, ਆਪਣੇ ਇਤਿਹਾਸ ਨੂੰ ਸੰਭਾਲਣ ਦੀ ਸੇਵਾ ਹੈ, ਗੁਰਬਾਣੀ ਦੇ ਪ੍ਰਤੀ ਪਏ ਜਿਹੜੇ ਸਾਡੇ ਵਰਗੇ ਅਨਪੜ੍ਹ ਲੋਕ ਨੇ ਜਿਹੜੇ ਡੇਰਿਆਂ ਨਾਲ, ਸੰਪਰਦਾਵਾਂ ਨਾਲ
ਸੰਸਥਾਵਾਂ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦੇ ਭਰਮ ਭੁਲੇਖੇ ਅਕਾਦਮਿਕ ਤੌਰ ਤੇ ਤੁਸੀਂ ਜ਼ਿਕਰ ਕੀਤਾ ਕਿ ਇੱਕ ਕਮੇਟੀ ਬਣੇ। ਤੁਹਾਡੀ ਚੜ੍ਹਦੀ ਕਲਾ ਲਈ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਤੁਸੀਂ ਕਿਹਾ ਕਿ ਕਮੇਟੀ ਬਣੇ। ਕਮੇਟੀਆਂ ਕਿਤੇ ਥੋੜੀਆਂ ਬਣੀਆਂ ਨੇ, ਕਿਤੇ ਤੁਹਾਨੂੰ ਕੀ ਲੱਗਦਾ ਕਿ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਵਿੱਚ ਜਾਂ ਕਿਤਾਬਾਂ ਦਾ ਨਿਰੀਖਣ ਕਰਨ ਦੇ ਲਈ ਇੱਕ ਪੈਨਲ ਨਹੀਂ ਬਣਿਆ ਹੋਇਆ? ਮੈਂ ਨਾਂ ਨਹੀਂ ਲੈਣਾ ਚਾਹਾਂਗਾ, ਬੜੀ ਵੱਡੀ ਇੱਕ ਸ਼ਖਸੀਅਤ ਸਿੱਖ ਪੰਥ ਦੀ, ਜਿਹੜੇ ਤੁਹਾਡਾ ਧਰਮ ਪ੍ਰਚਾਰ ਕਮੇਟੀ ਆ, ਉਹਦੀਆਂ ਕਿਤਾਬਾਂ ਦਾ ਨਿਰੀਖਣ ਕਰਦੇ ਆ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜਨਾਬੇ ਅਲੀ ਡਾਕਟਰ ਸਾਹਿਬ ਫਲਾਣਾ ਸਾਹਿਬ, ਤੁਸੀਂ ਉਸ ਕਮੇਟੀ ਦੇ ਮੁਖੀ ਰਹੇ ਹੋ ਤੇ ਅੱਜ ਵੀ ਹੈਗੇ ਹੋ, ਕੀ ਜਦੋਂ ਇਹ ਕਿਤਾਬਾਂ ਛਪਦੀਆਂ ਨੇ ਤੁਸੀਂ ਅੱਖ ਤੇ ਦਿਮਾਗ ਵਾਲੇ ਤਾਲੇ ਬੰਦ ਕੀਤੇ ਹੁੰਦੇ ਆ? ਐਗਜ਼ੈਕਟਲੀ ਆ ਵਰਡ ਮੈਂ ਵਰਤਿਆ ਸੀ ਉਹਨਾਂ ਨੂੰ। ਉਹ ਕਹਿੰਦੇ ਕੁਲਦੀਪ ਸਿੰਘ ਬੰਦ ਨਹੀਂ ਕੀਤੇ ਹੁੰਦੇ, ਅਸੀਂ ਕਿਸੇ ਵੀ ਕਿਤਾਬ ਨੂੰ ਵੇਖਦੇ ਨਹੀਂ, ਸਾਨੂੰ ਤਾਂ ਉੱਪਰੋਂ ਕਿਤਾਬ ਅਪਰੂਵ ਹੋ ਕੇ ਸਿਰਫ ਕਰਨ ਲਈ ਆਉਂਦੀ ਹੈ ਕਿ ਅਪਰੂਵ ਕਰ ਦਿਓ। ਮੈਂ ਕਿਹਾ ਸਿੱਖ ਇਤਿਹਾਸ ਦੇ ਵਿੱਚ ਆ ਜੋ ਖਲਾਰਾ ਪਾਇਆ ਹੈ, ਤੁਸੀਂ ਉੱਥੇ ਮੌਜੂਦ ਸੀ, ਤੁਸੀਂ ਮੁਖੀ ਸੀ ਨਾਲ, ਕੀ ਕੀਤਾ? ਕਹਿੰਦਾ ਜੀ ਸਾਡੀ ਉੱਥੇ ਸੁਣਨੀ ਹੁੰਦੀ। ਤੇ ਮੈਂ ਕਿਹਾ ਫੇਰ ਇਸੇ ਕਰਕੇ ਰੱਖੇ ਹੋਏ ਹੋ ਕਿ ਤੁਹਾਨੂੰ ਤਨਖਾਹ ਮਿਲਦੀ ਹੈ, ਭੱਤੇ ਮਿਲਦੇ ਨੇ, ਚਲੋ ਭੱਤੇ ਲਈ ਚੱਲੀਏ, ਕੌਮ ਜਾਵੇ ਟੱਠੇ ਖੂਹ ਚ। ਹੁਣ ਕਮੇਟੀਆਂ ਜਾਂ ਜਿਹੜੀਆਂ ਅਕਾਦਮਿਕ ਪੱਧਰ ਦੇ ਵਿਦਵਾਨ ਉੱਥੇ ਬੈਠਣਗੇ, ਬੈਠਣ ਦਾ ਫਾਇਦਾ ਤਾਂ ਹੀ ਹੈ ਜੇ ਪ੍ਰਤੱਖ ਤੌਰ ਤੇ ਇੰਡੀਪੈਂਡੈਂਟ ਕੰਮ ਕਰਨ, ਨਾ ਉਹ ਜਥੇਦਾਰ ਦੇ ਥੱਲੇ ਹੋਣ, ਨਾ ਸ਼੍ਰੋਮਣੀ ਕਮੇਟੀ ਦੇ ਥੱਲੇ ਹੋਣ, ਉਹ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਣ ਕਿ ਆਹ ਰਿਪੋਰਟ ਅਸੀਂ ਤਿਆਰ ਕਰ ਦਿੱਤੀ ਹੈ, ਜਥੇਦਾਰ ਨੇ ਇਹਨਾਂ ਨੂੰ ਹੁਕਮ ਕਰੇ ਕਿ ਮੈਂ ਲਾਗੂ ਕਰਨਾ ਹੈ। ਇਹ 5 ਮੈਂਬਰੀ ਵਿਦਵਾਨਾਂ ਦੀ ਕਮੇਟੀ ਤਿਆਰ ਕਰੇ ਕਿ ਜਥੇਦਾਰ ਸਾਹਿਬ ਆਪ ਇਹ ਕੰਮ ਇਹਨੂੰ ਲਾਗੂ ਕਰੋ। 70 ਸਾਲਾਂ ਤੋਂ ਸਾਡੇ ਵਿਦਵਾਨ ਲਿਖ ਕੇ ਥੱਕ ਗਏ, ਬੋਲ ਕੇ ਦੱਸ ਕੇ ਥੱਕ ਗਏ। ਉਹਨਾਂ ਨੇ ਤੁਹਾਨੂੰ ਕਿੰਨੇ ਵਾਰੀ ਸਬ ਕਮੇਟੀਆਂ ਬਣਾਈਆਂ, ਤੁਸੀਂ ਕੱਖ ਨਹੀਂ ਜੇ ਕੀਤਾ। ਆਹ ਤਿਆਰ ਪਿਆ ਮਸੌਦਾ, ਇਹਨੂੰ ਲਾਗੂ ਕਰੋ। ਮੈਨੂੰ ਨਹੀਂ ਲੱਗਦਾ ਕਿ ਇਹ ਕਾਰਜ ਸ਼੍ਰੋਮਣੀ ਕਮੇਟੀ ਜਾਂ ਸ਼੍ਰੀਮਾਨ ਪੂਰਨ ਬ੍ਰਹਮ ਗਿਆਨੀ PhD ਡਾਕਟਰ ਹਰਪ੍ਰੀਤ ਸਿੰਘ PhD ਕਰਨਗੇ, ਮੈਨੂੰ ਨਹੀਂ ਲੱਗਦਾ ਜੀ। ਦੇਖੋ ਤੁਹਾਡੀ ਜਿਹੜੀ ਆਪਾਂ ਗੱਲ ਸਮੇਟ ਰਹੇ ਹਾਂ, ਤੁਹਾਡੀ ਜਿਹੜੀ ਇਹ ਲਾਸਟ ਵਾਲੀ ਕਮੇਟੀਆਂ ਦੇ ਜਿਹੜਾ ਇੱਕ ਨੇਚਰ ਹੈਗਾ, ਉਹਦੇ ਬਾਰੇ ਜਿਹੜੀ ਇੱਕ ਟਿੱਪਣੀ ਆਈ ਹੈਗੀ, ਮੈਂ ਇਹਦੇ ਨਾਲ ਬਿਲਕੁਲ ਐਗਰੀ ਕਰਦਾਗਾ। ਇਹਨੂੰ ਮੇਰੀ ਜਿਹੜੀ ਹੈਗੀ ਸਹਿਮਤੀ ਹੀ ਸਮਝਿਆ ਜਾਵੇ, ਮੇਰੇ ਹੀ ਖਿਆਲ ਸਮਝੇ ਜਾਣ। ਤੇ ਉਹ ਪਰ ਦੂਸਰਾ ਮਸਲਾ ਜਿਹੜਾ ਹੈਗਾ ਉਹ ਇਹ ਹੈਗਾ ਕਿ ਜਾਂ ਤਾਂ ਅਸੀਂ ਜਿਹੜੇ ਸਿੱਖ ਅੱਜ ਇਸ ਮਸਲੇ ਦਾ ਵਿਰੋਧ ਕਰ ਰਹੇ ਨੇ ਕਿ ਜੀ ਇਹ ਜਿਹੜੇ 2 ਬੰਦੇ ਨੇਗੇ, ਜੇ ਧਰਮਿੰਦਰ ਆਨੰਦ ਹੈਗਾ, ਚਾਹੇ ਉਹ ਡਾਕਟਰ ਓਂਕਾਰ ਸਿੰਘ ਨੇਗੇ, ਇਹਨਾਂ ਨੇ ਬਹੁਤ ਵੱਡਾ ਗੁਨਾਹ ਕਰਤਾ, ਅਸੀਂ ਉਹਨਾਂ ਤੱਕ ਇਹ ਸੰਦੇਸ਼ ਪਹੁੰਚਾਉਣ ਦੇ ਵਿੱਚ ਜੇ ਸਫਲ ਹੋ ਜਾਂਦੇ ਹਾਂ ਕਿ ਜਿਹੜਾ ਇਹ ਹੱਲ ਹੈਗਾ, ਇਸ ਹੱਲ ਨੂੰ ਪਹਿਲਾਂ ਹੀ SGPC ਤੇ ਅਕਾਲ ਤਖ਼ਤ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਵੱਲੋਂ ਇੱਕ ਅਨਪ੍ਰੈਕਟੀਕਲ ਜਿਹੜਾ ਹੈਗਾ ਉਹ ਐਲਾਨਿਆ ਜਾ ਚੁੱਕਿਆ ਹੈਗਾ ਸਿੱਧੇ ਤੌਰ ਤੇ, ਫੇਰ ਤਾਂ ਅਸੀਂ ਮਤਲਬ ਆਪਣੇ ਜਿਹੜਾ ਹੈਗਾ ਕਾਰਜ ਚ ਉਹਦੇ ਵਿੱਚ ਸਫਲ ਹਾਂ। ਪਰ ਜੇਕਰ ਅਸੀਂ ਇਹੀ ਸੰਦੇਸ਼ ਉੱਥੇ ਤੱਕ ਨਹੀਂ ਪਹੁੰਚਾ ਸਕਦੇ, ਮੇਰਾ ਖਿਆਲ ਹੈਗਾ ਉਦੋਂ ਤੱਕ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਡਾਊਟ ਰਹੂਗਾ ਕਿ ਇਹ ਬੰਦੇ ਜਿਹੜੇ ਹੈਗੇ ਨੇ ਇਹ ਗਲਤ ਹੋਣਗੇ ਸ਼ਾਇਦ। ਤੇ ਇਸ ਲਈ ਮੈਂ ਕਮੇਟੀਆਂ ਦੀ ਜਿਹੜੀ ਗੱਲ ਸੀਗੀ ਉਹ ਇਸ ਲਈ ਵੀ ਕੀਤੀ ਸੀਗੀ ਕਿ ਇਹ ਜਿਹੜਾ ਕਮੇਟੀਆਂ ਦਾ ਕਿਰਦਾਰ ਹੁੰਦਾ ਗਾ, ਸਾਡੇ ਜਿਹੜੀ ਇੱਕ ਲੋਕਾਂ ਦੀ ਸਾਈਕੀ ਹੈਗੀ, ਇਹਦੇ ਵਿੱਚ ਇੱਕ ਡੂੰਘਾ ਅਰਥ ਰੱਖਦਾ ਗਾ। ਤੇ ਬੇਸ਼ੱਕ ਆਪਾਂ ਨੂੰ ਵੀ ਪਤਾ ਗਾ ਕਿ ਕਮੇਟੀਆਂ ਕਿਵੇਂ ਕੰਮ ਕਰਦੀਆਂ ਨੇਗੀਆਂ, ਤੇ ਪਰ ਇਹ ਹੈਗਾ ਸਾਡੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈ ਜੀ। ਜਿਹੜੀ ਵੱਡੀ ਸਮੱਸਿਆ, ਇਸ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਹੱਲ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਸਮਾਂ ਕੱਢਿਆ ਤੇ ਸਾਰੀ ਗੱਲਬਾਤ ਨੂੰ ਸਮੇਟਿਆ। ਉਮੀਦ ਹੈ ਕਿ ਤੁਹਾਡੀ ਗੱਲਬਾਤ ਨੂੰ ਸਾਡੇ ਪਰਮ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਮਾਫੀ ਫਿਰ ਮੰਗ ਲਵਾਂ ਇੱਕ ਵਾਰੀ, ਕਈ ਵਾਰੀ ਮੈਨੂੰ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੀ ਕਹਿਣਾ ਪੈਂਦਾ ਕਿਉਂਕਿ ਗੋਲਕ ਤੋਂ ਇਲਾਵਾ ਪੰਥ ਨੂੰ ਇਹ ਕੋਈ ਸਹੀ ਸੇਧ ਨਹੀਂ ਦੇ ਸਕੇ। ਉਮੀਦ ਹੈ ਕਿ ਇਹ ਸ਼ਬਦ ਮੇਰੀ ਜ਼ਬਾਨ ਤੋਂ ਹਟਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਸੁਹਿਰਦ ਹੋ ਕੇ ਕੋਈ ਨਾ ਕੋਈ ਫੈਸਲਾ ਲੈਣਗੇ ਤਾਂ ਜੋ
ਸਿੱਖਾਂ ਦੀ ਸਿਰਮੌਰ ਸੰਸਥਾ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਬਣੇ, ਨਾ ਕਿ ਗੋਲਕ ਪ੍ਰਬੰਧਕ ਕਮੇਟੀ ਬਣੇ। ਤੁਹਾਡਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਡਾਕਟਰ ਸਿੰਘ ਸ਼ੌਂਕੀ। ਇਹਨਾਂ ਦੀਆਂ 2 ਲਿੰਕ ਦੇਖ ਲਓ। ਇਹਨਾਂ ਦੇ ਜਿਹੜੇ 2 ਲਿੰਕ ਨੇ, ਦਾ rethinkfoundation.net, rethinkfoundation.net, ਤੇ ਨਾਲ ਦੇ ਨਾਲ ਇੱਕ ਜਿਹੜਾ ਇਹਨਾਂ ਨੇ ਹੋਰ ਲਿੰਕ ਹੈ ਇਹਨਾਂ ਦਾ, ਮੈਂ ਬਕਾਇਦਾ ਸਲੂਟ ਕਰਦਾ ਇਹਨਾਂ ਨੂੰ, anhadmagazine.com, anhadmagazine.com ਤੇ ਜਾ ਕੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ।